ਹੋਣੇ ਨੇ ਨਵੇੜੇ ਉੱਥੇ ਅੰਮਾਂ ਦੇ ਹੋਣੇ ਨਵੇੜੇ ਕਿਤੇ ਨੀ ਤੇਰੀ ਰਾਤ ਵੱਜਣੀ ਉੱਥੇ ਕਿੱਦਾਂ ਜੀ ਸਾਰੇ? ਹਾਊਜ਼ ਐਵਰੀਬਾਡੀ? ਕਿੱਦਾਂ ਸਾਰੇ? ਅੱਜ ਆਹ ਦੋ ਬੁੱਕਸ ਲੈ ਕੇ ਆਏ ਆ। ਰਾਣੀ ਤੱਤ ਬੁੱਕ ਕਿੱਦਾਂ ਦੀ? ਰਾਣੀ ਤੱਤ ਵੀਰੇ ਵਧੀਆ ਕਿਤਾਬ ਆ, ਵਧੀਆ। ਇਟਸ ਅ ਗੁੱਡ ਬੁੱਕ। So these are the two books I have brought today. So ਜੇ ਤੁਸੀਂ Ancient Alien ਜਿਹੜੀ ਵੈਬ ਸੀਰੀਜ਼ ਹੈ ਉਹ ਦੇਖੀ ਹੋਵੇ ਤਾਂ ਉਹ somewhat it is based on these books. You know, a lot of the facts are based on these books. So ਇਹ ਕਿਤਾਬਾਂ ਮੈਂ ਕੱਲ੍ਹ ਹੀ ਬਾਈ ਕੀਤੀਆਂ ਸੁਖ ਵੀਰੇ, ਉਹੀ ਗੋਰੀ ਤੋਂ ਜਿਹਨੂੰ ਪਿਆਰ ਦਿੱਤਾ ਸੀਗਾ। So bought those books from her. So ਇਹ ਕਿਤਾਬਾਂ ਨੇਗੀਆਂ। ਸੋ ਇਹ ਜਿਹੜੀਆਂ ਬੁੱਕਸ ਨੇ ਇਹਨਾਂ ਦੇ ਵਿੱਚ ਲਿਖਿਆ ਹੋਇਆ ਵਾ ਵੀ ਸ਼ਾਇਦ ਜਿਹੜਾ ਬੰਦੇ ਨੇਗੇ ਦੇ ਕੇਮ ਫਰੋਮ ਦ ਸਟਾਰ, ਠੀਕ ਹੈ। ਤੇ ਇਹਦੇ ਵਿੱਚ ਐਂ ਲਿਖਿਆ ਹੋਇਆ ਵਾ। ਸੋ ਕਾਫੀ ਇੰਟਰਸਟਿੰਗ ਫੈਕਟ ਨੇ ਕਿਤਾਬ। ਦਾਗਿਸਤਾਨ ਵੀ ਵਧੀਆ ਬੁੱਕ ਆ ਬਾਈ। ਹਾਂਜੀ ਵੀਰੇ, ਦਾਗਿਸਤਾਨ ਵੀ ਬਹੁਤ ਵਧੀਆ ਬੁੱਕ ਹੈ ਰਸੂਲ ਹਮਜ਼ਾ ਦੀ। ਸੋ ਦੀਜ਼ ਆਰ ਦ ਬੁੱਕਸ ਦੈਟ ਯੂ ਨੋ ਆਈ ਵਾਂਟਡ ਟੂ ਸ਼ੋ ਯੂ। ਇਹ ਇੱਕ ਨਾਸਾ ਫਾਰਮਰ EMPLOYEE ਦੀ ਲਿਖੀ ਹੋਈ ਆ, ਜਿਹੜਾ ਨਾਸਾ ਦਾ EMPLOYEE ਸੀਗਾ ਅਤੇ ਉਹਨੇ ਕਿਤਾਬ ਲਿਖੀ ਆ। ਉਹਨੇ ਅਪੋਲੋ ਮਿਸ਼ਨਸ 'ਤੇ ਵੀ ਕੰਮ ਕੀਤਾ ਹੋਇਆ ਵਾ। ਯੂ ਨੋ ਅਪੋਲੋ ਆਈ ਥਿੰਕ 13 'ਤੇ ਕੰਮ ਕੀਤਾ ਜਾਂ 12 'ਤੇ ਕੰਮ ਕੀਤਾ ਵਾ। ਸੋ ਇਹਦੇ ਵਿੱਚ ਬਹੁਤ ਵਧੀਆ ਐਗਜ਼ਾਮਪਲ ਦਿੱਤੀਆਂ ਹੋਈਆਂ ਵਾ। ਜਿਵੇਂ ਮੈਨੂੰ ਜਿਹੜੀ ਬਹੁਤ ਵਧੀਆ ਲੱਗੀ ਹੈ, ਜਿਵੇਂ ਦ ਮਿਸਟਰੀ ਆਫ ਅਟਲਾਂਟਸ, ਉਹ 'ਤੇ ਗੱਲ ਕੀਤੀ ਹੋਈ ਹੈ। ਮਾਇਨ ਕੈਲੰਡਰ 'ਤੇ ਗੱਲ ਕੀਤੀ ਹੋਈ ਹੈ। ਸੀਕਰਟਸ ਆਫ ਪਿਰਾਮਿਡਸ, ਉਹ 'ਤੇ ਗੱਲ ਕੀਤੀ ਹੋਈ ਹੈ। ਸੋ ਦਿਸ ਵਿਲ ਬੀ ਅ ਗੁੱਡ ਬੁੱਕ ਟੂ ਰੀਡ। ਮੈਂ ਹਜੇ ਤੱਕ ਪੜ੍ਹੀਆਂ ਨਹੀਂ ਹੈਗੀਆਂ ਇਹ, ਅਤੇ ਬਟ ਜਦੋਂ ਪੜ੍ਹੂੰਗਾ ਉਦੋਂ ਫਿਰ ਇਹਨਾਂ 'ਤੇ ਪੋਡਕਾਸਟ ਕਰੂੰਗਾ। ਅਤੇ ਆਹ ਹੈਗੀ ਆ ਆਈ ਥਿੰਕ ਸਮ ਸੋਰਟ ਆਫ ਐਰਿਕ ਵੌਨ ਡਾਇਨਖਨ, I think German name, I don't know how to say it. Erich von Däniken, maybe. So ਉਹਦੀ ਕਿਤਾਬ ਆ ਇਹ, that's his book. And ਇੱਕ ਜਿਹੜੀ ਬਾਈ ਪੰਜਾਬੀ ਦੀ ਹੋਰ ਵਧੀਆ ਬੁੱਕ ਦੱਸੀ ਯਾਰ। ਪੰਜਾਬੀ ਦੀਆਂ ਬੁੱਕਸ ਮੈਂ ਜਿਹੜੀਆਂ PDFs ਨੇ ਮੈਂ ਕਾਫੀ ਆਪਣੇ ਟੈਲੀਗ੍ਰਾਮ ਵਾਲੇ ਚੈਨਲ 'ਤੇ ਸ਼ੇਅਰ ਕੀਤੇ ਹੋਏ ਆ। ਸੋ ਤੁਸੀਂ ਜੇ ਚਾਹੋ ਤਾਂ ਟੈਲੀਗ੍ਰਾਮ ਦੇ ਚੈਨਲ ਤੋਂ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ। ਬਾਕੀ ਮੈਂ ਰੈਫਰ ਵੀ ਕਰਦਾ ਰਹਿੰਦਾ ਹੁਣ। ਅਜਮੇਰ ਸਿੰਘ ਜੀ ਨੂੰ ਪੜ੍ਹ ਲਓ, ਉਹਨਾਂ ਦੀਆਂ ਕਿਤਾਬਾਂ ਵਧੀਆ ਲਿਖੀਆਂ ਹੋਈਆਂ ਵਾ। ਕਰਤਾਰ ਸਿੰਘ ਸਰਾਭੇ ਅਤੇ ਭਗਤ ਸਿੰਘ ਨਾਲ ਰਿਲੇਟਡ ਕੋਈ ਵੀ ਕਿਤਾਬ ਪੜ੍ਹ ਸਕਦੇ ਹੋ, ਦੈਟ ਇਜ਼ ਆਲਵੇਜ਼ ਗੁੱਡ। ਉਸ ਤੋਂ ਬਾਅਦ ਰਾਮ ਸਰੂਪ ਅਣਖੀ, ਯੂ ਨੋ ਯੂ ਕੈਨ ਰੀਡ ਹੈਮ। ਨਾਨਕ ਸਿੰਘ ਨੂੰ ਰੀਡ ਕਰ ਸਕਦੇ ਹੋ। ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਯੂ ਨੋ ਬਹੁਤ ਵਧੀਆ ਰਾਈਟਰ ਨੇਗੇ। ਜੇ ਤੁਸੀਂ ਥੋੜ੍ਹਾ ਜਿਹਾ ਲਿਟਰੇਚਰ ਵਾਈਜ਼ ਟੌਪ ਕਲਾਸ ਲਿਟਰੇਚਰ ਪੜ੍ਹਨਾ ਪੰਜਾਬੀ ਦਾ, ਫਿਰ ਹਰਿੰਦਰ ਸਿੰਘ ਮਹਿਬੂਬ ਰੀਡ ਕਰੋ। ਯੂ ਨੋ ਹਰਿੰਦਰ ਸਿੰਘ ਮਹਿਬੂਬ, ਜਾਂ ਤੁਸੀਂ ਰੀਡ ਕਰੋ ਆਪਣਾ ਕੀ ਕਹਿੰਦੇ ਹੁੰਦੇ ਆ ਪ੍ਰੋਫੈਸਰ ਪੂਰਨ ਸਿੰਘ, ਯੂ ਕੈਨ ਰੀਡ ਦੈਮ। ਸੋ ਪ੍ਰੋਫੈਸਰ ਪੂਰਨ ਸਿੰਘ ਇਜ਼ ਕੁਆਇਟ ਗੁੱਡ। ਹੋਰ ਤੁਸੀਂ ਕਿਹਨੂੰ ਪੜ੍ਹ ਸਕਦੇ ਹੋ ਪੰਜਾਬੀ ਦੇ ਵਿੱਚ? ਸੋ ਯਾ ਦੀਜ਼ ਆਰ ਫਿਊ ਪੀਪਲ ਯੂ ਕੈਨ ਰੀਡ। ਅਤੇ ਬਟ ਇੱਕ ਬਾਈ ਮੈਨੂੰ ਪੌ ਫਟਾਲੇ ਤੋਂ ਪਹਿਲਾਂ ਨਾਵਲ ਕਿੱਥੋਂ ਮਿਲੂ? ਵੀਰੇ ਨਾ ਪੜ੍ਹੇ ਨਾਵਲ। ਮੈਨੂੰ ਇਹ ਨਾਵਲ ਤੋਂ ਇੰਨੀ ਕੁ ਜ਼ਿਆਦਾ ਨਫ਼ਰਤ ਹੈ ਨਾ, ਓਹੋ ਪੌ ਫਟਾਲੇ ਦਾ ਜਿਹੜਾ ਹੈਗਾ ਵਾ ਉਹ ਬਾਬੇ ਨਾਲ ਤਾਂ ਇੰਨੀ ਕੁ ਜ਼ਿਆਦਾ ਨਫ਼ਰਤ ਹੈ, ਕਿਉਂਕਿ ਮੈਂ 10ਵੀਂ 'ਚ ਪੌ ਫਟਾਲੇ ਤੋਂ ਪਹਿਲਾਂ ਪੜ੍ਹਿਆ ਵਾ। ਨੱਥਾ, ਜਗਨਾ, ਹੈ ਨਾ,
ਮੇਰਾ ਤਾਂ 10ਵੀਂ 'ਚ ਮਨ ਕਰਦਾ ਹੁੰਦਾ ਸੀਗਾ ਵੀਰ ਚਮਚਾ ਯੁੱਗ PDF ਕਿੱਥੋਂ ਮਿਲੂ ਯਾਰ। ਚਮਚਾ ਯੁੱਗ ਮੈਂ ਤਾਂ ਪਹਿਲੀ ਵਾਰ ਸੁਣੀ ਤੁਹਾਡੇ ਤੋਂ, ਸੋ ਮੈਨੂੰ ਪਤਾ ਨਹੀਂ ਹੈਗਾ, ਬਟ ਆਈ ਕੈਨ ਟਰਾਈ ਟੂ ਟਾਕ ਟੂ ਸਮਬਡੀ। ਜੇ ਕਿਤੋਂ ਮਿਲ ਜੇ ਮੈਂ ਲਿਖ ਲੈਣਾ ਕਿਤੇ ਤਾਂ ਕਿ ਮੈਨੂੰ ਯਾਦ ਰਹਿ ਜੇ ਕੀ ਨਾਮ ਆ ਬਿੱਲ ਵਾਲੇ ਤੇ ਲਿਖ ਲੈਣਾ ਵਾ ਚਮਚਾ ਯੁੱਗ, ਠੀਕ ਹੈ। ਸੋ ਆਲ ਟਰਾਈ ਟੂ ਫਾਈਂਡ। ਸੋ ਯਾਰ ਪੌ ਫਟਾਲੇ ਤੋਂ ਪਹਿਲਾਂ ਤਾਂ 10ਵੀਂ ਦੇ ਕਿਸੇ ਜਵਾਕ ਤੋਂ ਤੁਹਾਨੂੰ ਮਿਲ ਜੂਗੀ, ਬਟ ਆਈ ਰੀਅਲੀ ਹੇਟ ਦੈਟ ਨਾਵਲ। ਮੈਨੂੰ ਤਾਂ ਸਾਹਿਬ ਕਾਂਸ਼ੀ ਰਾਮ ਜੀ ਦੀ ਹੈ। ਅੱਛਾ, ਸਾਹਿਬ ਕਾਂਸ਼ੀ ਰਾਮ ਗੁਰਦਿਆਲ ਸਿੰਘ ਦਾ ਲਿਖਿਆ ਹੋਇਆ ਬਾਈ। ਮੈਨੂੰ ਤਾਂ ਯਾਰ ਬਹੁਤ ਭੈੜਾ ਲੱਗਦਾ ਹੈਗਾ, ਮੈਨੂੰ ਤਾਂ ਬੜਾ ਨਾਵਲ ਗੰਦਾ ਲੱਗਦਾ ਹੈ। ਜਗਨਾ ਨੱਥਾ ਕੀ ਹਾਲ ਜਗਰਾਉਂ ਵਾਲੇ ਵਧੀਆ ਜੀ, ਸੋ ਫਾਰ ਸੋ ਗੁੱਡ। ਤੇ ਮੈਨੂੰ ਤਾਂ ਸਾਲਾ ਬਹੁਤ ਭੈੜਾ ਲੱਗਦਾ ਸੀ ਯਾਰ, ਬਿਲੀਵ ਮੀ, ਆਈ ਡੋਂਟ ਨੋ, ਆਈ ਹੇਟਡ ਦੈਟ ਨਾਵਲ। ਤੇ ਜਾਂ ਤਾਂ ਐਂ ਕਹ ਲਓ ਉਸ ਉਮਰ ਦੇ ਵਿੱਚ ਪਤਾ ਨਹੀਂ ਸੀ ਯਾਰ ਵੀ ਲਿਖਤ ਕੀ ਹੁੰਦੀ ਹੈ, ਟੈਕਨੋਲੋਜੀ। ਆਲੋ ਵੀਰੇ ਆਈ ਲਾਈਕ ਵਾਈ ਆਰ ਯੂ ਗੋਇੰਗ 100 years ਆਫਟਰ। ਤੁਸੀਂ ਆਹ ਪੜ੍ਹ ਸਕਦੇ ਹੋ, ਇਹ ਕਿਤਾਬ ਪੜ੍ਹ ਲਓ, ਠੀਕ ਹੈ। ਇਹਦਾ ਚੈਰੀਅਟਸ ਆਫ ਗੋਡ ਸ਼ੇਅਰ ਕੀਤੀ ਸੀ ਮੈਂ ਟੈਲੀਗ੍ਰਾਮ ਚੈਨਲ 'ਚ, ਕਿਸੇ ਨੇ ਪੜ੍ਹੀ ਨਹੀਂ ਪੜ੍ਹੀ। ਸੋ ਯਾਰ ਤੁਸੀਂ, ਮੈਂ ਤੁਹਾਨੂੰ ਦੱਸਦਾ, ਪੀਪਲ ਆਸਕ ਕੁਐਸਚਨ ਹੈ ਨਾ, ਜਿਵੇਂ ਤੁਸੀਂ ਪੁੱਛਿਆ ਕਿ ਟੈਕਨੋਲੋਜੀ ਆਫਟਰ 100 years, ਜੇ ਮੈਂ ਜਿਹੜੀਆਂ ਮੈਂ ਬੁੱਕਸ ਸ਼ੇਅਰ ਕਰਦਾ ਵਾਂ, ਇਫ ਯੂ ਰੀਡ ਦੋਜ਼ ਬੁੱਕਸ ਤਾਂ ਸ਼ਾਇਦ ਤੁਹਾਨੂੰ ਇਹ ਕੁਐਸਚਨ ਪੁੱਛਣ ਦੀ ਲੋੜ ਨਾ ਪਵੇ, ਤੁਹਾਨੂੰ ਪਤਾ ਹੋਊਗਾ। ਮੈਂ ਇੱਕ ਬੁੱਕ ਸ਼ੇਅਰ ਕੀਤੀ ਸੀ ਯਾਰ, ਮੀਸ਼ੀਓ ਕਾਕੂ ਦੀ 21 ਇਨਵੈਂਸ਼ਨਸ ਆਫ 21st century, ਕਿਸੇ ਨੇ ਰੀਡ ਹੀ ਨਹੀਂ ਕੀਤੀ ਹੈ ਨਾ। ਕਈ ਵਾਰੀ ਲੋਕ ਰੀਡ ਕਰਦੇ ਆ, ਸਮ ਪੀਪਲ ਡੂ, ਡੋਂਟ ਸੇ ਸਾਲਾ ਵਰਲਡ ਬਰੋ। ਯਾਰ ਇਹ ਹੈਲਪਿੰਗ ਵਰਬ ਆ ਪੰਜਾਬੀਆਂ ਦੀ ਭਾਜੀ, ਅਸ਼ੋਕ ਜੀ, ਇਹ ਤਾਂ ਸਾਡੀ ਹੈਲਪਿੰਗ ਵਰਬ ਹੈ ਨਾ। ਤੇ ਬਾਕੀ ਕੋਈ ਨਾ ਜੀ, ਸੌਰੀ, I try not to swear as much as I can। ਤੇ ਏਰੀਅਲ ਬੈਟਲ ਐਂਡ ਫਲਾਈਂਗ ਏਪ, ਇਹ 'ਚ ਰਾਮਾਇਣ ਦਾ ਜ਼ਿਕਰ ਬੜਾ ਕੀਤਾ ਹੋਇਆ ਵਾ। ਰਾਮ ਸਰੂਪ ਅਣਖੀ ਦੀ ਕਿਹੜੀ ਕਿਤਾਬ ਵਧੀਆ ਯਾਰ? ਰਾਮ ਸਰੂਪ ਅਣਖੀ, ਸਾਰਾ ਕੁਛ ਹੀ ਵਧੀਆ। ਰਾਮ ਸਰੂਪ ਅਣਖੀ ਤਾਂ ਗੰਦਲੇ ਪਾਣੀ ਪੜ੍ਹ ਲਈ ਵੀਰ। ਨਹੀਂ ਯਾਰ, ਯੂ ਆਰ ਅ ਰੋਲ ਮਾਡਲ ਫॉर, ਓ ਭਾਜੀ ਆਈ ਐਮ ਨਾਟ ਅ ਰੋਲ ਮਾਡਲ, ਬਿਲੀਵ ਮੀ। ਐਡਾ ਤੁਸੀਂ ਨਾ, ਐਡਾ ਮੈਨੂੰ ਉਹਦੇ ਤੇ ਨਾ ਚੜਾਓ, ਚਣੇ ਦੇ ਝਾੜ ਤੇ। ਜਸਪਤ ਰਾਏ, ਸੋ ਗੰਦਲਾ ਪਾਣੀ ਪੜ੍ਹੀ ਨਹੀਂ ਜੀ। ਜਸਪਤ ਰਾਏ, ਸੌਰੀ ਵਟ, ਮੈਂ ਭਾਜੀ ਰੋਲ ਮਾਡਲ ਨਹੀਂ ਹੈਗਾ, ਬਿਲੀਵ ਮੀ, ਆਮ ਨਾਟ ਅ ਰੋਲ ਮਾਡਲ। ਰੋਲ ਮਾਡਲ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ। ਆਪਾਂ ਇਹ ਗਲਤੀ ਕਰ ਲੈਂਦੇ ਹਾਂ, ਜਦੋਂ ਕੋਈ ਬੰਦਾ 4 ਚੰਗੀਆਂ ਗੱਲਾਂ ਕਰਦਾ, ਅਸੀਂ ਉਹਨੂੰ ਕਹਿ ਦਿੰਦੇ ਹਾਂ ਤੂੰ ਸਾਡਾ ਰੋਲ ਮਾਡਲ ਹੈ ਨਾ। ਸੋ ਆਈ ਐਮ ਨਾਟ ਅ ਰੋਲ ਮਾਡਲ। ਹੋਰ ਬਹੁਤ ਵਧੀਆ ਕਰੈਕਟਰ ਨੇ ਆਪਣੇ ਉਹਦੇ ਵਿੱਚ, ਸੋ ਦੇ ਸ਼ੁੱਡ ਬੀ ਰੋਲ ਮਾਡਲ। ਇੱਥੇ ਇਹਦੇ ਬਾਰੇ ਦੱਸਿਓ। ਹਾਂਜੀ ਵੀਰੇ, ਕੋਈ ਨਾ ਬਾਈ। ਬੁੱਚਰ ਆਫ ਪੰਜਾਬ KPS ਵੱਲ ਕਿਤਾਬ ਹੈਗੀ ਤਾਂ ਪਲੀਜ਼। ਮੈਂ ਟਰਾਈ ਕਰਦਾ ਯਾਰ ਲੱਭਣ ਦੀ। ਮੈਨੂੰ ਪਤਾ ਕੀ ਹੈ, ਮੈਂ ਕਈ ਵਾਰੀ ਕਿਹਾ ਵਾ ਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ, ਇਹ ਜਾਂ ਕਿਤੇ ਕੌਮੈਂਟ ਕਰਕੇ ਛੱਡ ਦਿਆ ਕਰੋ ਜਾਂ ਇੰਸਟਾਗ੍ਰਾਮ 'ਤੇ ਮੈਸੇਜ ਛੱਡਤਾ, ਕਿਉਂਕਿ ਇਹ ਲਾਈਵ ਤੋਂ ਬਾਅਦ ਮੈਂ ਬਿਜ਼ੀ ਹੋ ਜਾਣਾ ਕੰਮ ਦੇ ਵਿੱਚ, ਫਿਰ ਮੈਂ ਭੁੱਲ ਜਾਣਾ ਵਾ। ਜੇ ਮੈਂ ਕਿਤੇ ਲਿਖ ਲਈ ਫਿਰ ਮੈਨੂੰ ਯਾਦ ਰਹਿ ਜਾਣੀ ਹੈ। ਕੋਈ ਹਿਊਮਨ ਸਾਈਕੋਲੋਜੀ 'ਤੇ ਬੁੱਕ ਸੁਜੈਸਟ ਕਰਿਓ ਪਲੀਜ਼। ਯਾਰ ਸਿਗਮੰਡ ਫਰੋਇਡ ਸੁਜੈਸਟ ਕਰਦਾ ਮੈਂ, ਸਿਗਮੰਡ ਫਰੋਇਡ ਦਾ ਕੁਛ ਨਾ ਵਧੀਆ ਜਿਹਾ। ਪਲੀਜ਼ ਮੇਕ YouTube ਵੀਡੀਓਜ਼ ਆਫ ਹਾਊ ਦੀਜ਼ ਐਕਸਲੈਂਟ ਕਨਵਰਸੇਸ਼ਨ, ਆਈ ਐਮ ਟੇਕਿੰਗ ਨੋਟਸ। ਦੇਖੋ ਜੀ, ਪੋਡਕਾਸਟ ਆ ਰਿਹਾ ਹੋਪਫੁਲੀ ਸੂਨ। ਕੱਲ੍ਹ ਮੈਂ ਪਹਿਲਾ ਪੋਡਕਾਸਟ ਫਿਨਿਸ਼ ਕਰਤਾ ਅਤੇ ਦੂਜਾ ਪੋਡਕਾਸਟ ਆਪਾਂ ਇਹਦੇ 'ਤੇ ਕਰਾਂਗੇ ਕਿ ਜਿਹੜੇ ਹਿਊਮਨਸ ਨੇਗੇ ਉਹ ਐਕਸਟਰਾ ਟਰੈਸਟਰੀਅਲਸ ਨੇ, ਕਹਿਣ ਤੋਂ ਭਾਵ ਕਿ ਆਪਾਂ ਏਲੀਅਨ ਆ, ਠੀਕ ਹੈ। ਹਮ ਬਰੋਕ ਕਰੇ ਅਪਲੋਡ, ਮੈਨੂੰ ਮਿਲੀ ਨਹੀਂ ਕਿਤੋਂ, ਮੈਂ ਕੀਤਾ ਲੱਭਣ ਦਾ ਟਰਾਈ। ਨਹੀਂ ਜੀ, ਮੈਂ ਵੀ ਕਰਦਾ ਟਰਾਈ। ਅਤੇ ਬਾਈ ਕਿਹੜੀ ਸਾਈਟ ਪੰਜਾਬੀ ਬੁੱਕਸ ਰੀਡ? ਯਾਰ ਸਿੱਖ ਬੁੱਕ ਕਲੱਬ ਹੈਗੀ ਆ, 2-4 ਵੈਬਸਾਈਟਾਂ ਹੈਗੀਆਂ ਵਾ। ਇੱਕ ਤਾਂ ਸਿੱਖ ਬੁੱਕ ਕਲੱਬ ਹੈ, ਅਤੇ ਇੱਕ ਮੇਰੀਆਂ ਨਾ ਉਹ ਲੈਪਟਾਪ ਦੇ ਵਿੱਚ ਪਈਆਂ ਵਾ। ਸੋ ਮੈਨੂੰ ਉਹਨਾਂ ਦੇ ਨਾਮ ਯਾਦ ਨਹੀਂ, ਬਟ ਮੈਂ ਉਹ ਕੀਤੇ ਹੋਏ ਆ। ਸਿੱਖ ਬੁੱਕ ਕਲੱਬ ਦਾ ਮੈਨੂੰ ਯਾਦ ਆ, ਕਿਉਂਕਿ ਆਹ ਜਿਹੜਾ ਮੇਰਾ ਕੰਮ ਵਾਲਾ ਕੰਪਿਊਟਰ ਆ ਉਹਦੇ 'ਤੇ ਚੱਲਦੀ ਆ। ਜਾਂ Z ਲਾਇਬ੍ਰੇਰੀ ਹੈਗੀ ਆ, ਜਾਂ PDF ਡਰਾਈਵ ਹੈਗੀਆਂ ਨੇ, ਬਟ PDF ਡਰਾਈਵ ਮੋਸਟਲੀ ਇੰਗਲਿਸ਼ ਕੰਟੈਂਟ ਮਿਲਦਾ ਉੱਥੋਂ, ਹਿੰਦੀ ਵਾਲਾ ਨਹੀਂ ਮਿਲਦਾ ਹੈਗਾ। ਬਾਕੀ ਜਿਹੜੀ ਰਹੀ ਗੱਲ ਲਾਈਵ ਦੀ, ਯਾਰ ਇਹ ਸੇਵ ਕਰਕੇ ਨਾ ਅਪਲੋਡ ਕਰਨੇ ਬੜੇ ਔਖੇ ਆ, ਬਿਕੋਜ਼ ਘੰਟੇ 2 ਘੰਟੇ ਦਾ ਲਾਈਵ ਹੁੰਦਾ ਅਤੇ ਮੈਮਰੀ ਹੈਵੀ ਹੁੰਦੀ ਆ, ਅਤੇ ਫਿਰ YouTube 'ਤੇ ਪਾਉਣਾ, ਇਟ ਇਜ਼ ਸੱਚ ਅ ਹਾਰਡ ਜੋਬ, ਨਾ।
ਸੋ ਵਟ ਵੀ ਵਿਲ ਡੂ ਇਜ਼ ਕਿ ਹਜੇ YouTube ਤੇ 1000 ਸਬਸਕ੍ਰਾਈਬਰ ਹੋਏ ਨਹੀਂ, ਇੱਕ ਵਾਰੀ YouTube ਤੇ ਸਬਸਕ੍ਰਾਈਬਰ ਹੋ ਜਾਣ ਐਂਡ ਦੈਨ ਯੂ ਕੈਨ ਲਿਸਨ ਟੂ ਦਿਸ ਲਾਈਕ ਯੂ ਨੋ ਵੈਨ ਐਵਰ। ਐਂਡ ਪਲੱਸ ਜਦੋਂ YouTube ਤੇ ਲਾਈਵ ਕਰੂੰਗਾ ਉਦੋਂ ਆਮ ਗੋਨ ਓਨਲੀ ਗੋਨਾ ਡੂ ਵਨ ਵੇ ਕਨਵਰਸੇਸ਼ਨ, ਜਿਵੇਂ ਇੱਕ ਟੌਪਿਕ ਤੇ ਆਵਾਂ ਮੈਂ ਗੱਲ ਕਰਾਂ ਐਂਡ ਉਹਦੇ ਰਿਗਾਰਡਿੰਗ ਜੇ ਕੋਈ ਕੁਐਸਚਨ ਹੈਗਾ ਫਿਰ ਉਹਦੇ ਤੇ ਗੱਲ ਕੀਤੀ ਜਾਵੇ, ਜੇ ਉਹਦੇ ਰਿਗਾਰਡਿੰਗ ਕੋਈ ਕੁਐਸਚਨ ਨਹੀਂ ਹੈਗਾ ਫਿਰ ਉਹ ਚੀਜ਼ ਦਾ ਆਨਸਰ ਨਾ ਕੀਤਾ ਜਾਵੇ, ਤਾਂ ਕਿ ਇੱਕ ਟੌਪਿਕ ਤੇ ਗੱਲ ਹੋ ਜੇ। ਕਿਉਂਕਿ ਕਈ ਵਾਰੀ ਮੈਂ ਗੱਲ ਕੁਛ ਕਰ ਰਿਹਾ ਹੁੰਨਾ, ਅਗਲਾ ਵਿੱਚ ਪੁੱਛਣ ਲੱਗ ਜਾਂਦਾ ਬਾਈ ਤੇਰਾ ਪਿੰਡ ਕਿਹੜਾ ਵਾ, ਹੈ ਨਾ। ਸੋ ਵੀ ਵਿਲ ਆਰਗੇਨਾਈਜ਼ ਮੈਂ ਕਰੂੰਗਾ ਇਹਨੂੰ, ਬਹੁਤ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕਰੂੰਗਾ, ਤਾਂ ਕਿ ਕਿਉਂਕਿ ਮੈਨੂੰ ਪਤਾ ਯਾਰ ਕੁਛ ਲਾਈਵ ਦੇ ਵਿੱਚ ਬਹੁਤ ਵਧੀਆ ਗੱਲਾਂ ਹੋਈਆਂ, ਵੀ ਹੈਡ ਵੈਰੀ ਗੁੱਡ ਕਨਵਰਸੇਸ਼ਨਸ। ਸੋ ਵਟ ਵੀ ਵਿਲ, ਮੇਰੇ ਕੋਲ 4-5000 ਬੁੱਕਸ ਦੀ ਜੇ ਕਿਸੇ ਨੂੰ ਲੋੜ ਹੋਵੇ ਦੱਸ ਦਿਓ। ਲੱਖੇਵਾਲ ਵੀਰ 4-4.5 ਬੁੱਕਸ। ਲੱਖੇਵਾਲ ਵੀਰ ਤੁਸੀਂ ਮੈਨੂੰ ਨਾ ਟੈਲੀਗ੍ਰਾਮ ਤੇ ਮੈਸੇਜ ਕਰੋ, ਫਿਰ ਆਪਾਂ ਜਿਹੜਾ ਚੈਨਲ ਆ ਮੈਂ ਤੁਹਾਨੂੰ ਐਡਮਿਨ ਐਕਸੈਸ ਦੇ ਦੂੰਗਾ, ਸੋ ਯੂ ਕੈਨ ਪੁੱਟ ਦੋਸ PDFs ਇਨ ਦੈਟ ਟੈਲੀਗ੍ਰਾਮ ਗਰੁੱਪ, ਤੇ ਆਪਾਂ ਜਿਹੜੀ ਲਾਈਵ ਸਟਰੀਮ ਕਰਿਆ ਕਰੋ ਤੇ ਕਾਲਸ ਵੀ ਲਿਆ ਕਰੋ। ਵੀਰੇ ਹਜੇ ਪ੍ਰੋਬਲਮ ਪਤਾ ਕੀ ਆ ਦੇਖੋ ਮੈਂ ਨਾ ਕੰਮ ਤੇ ਬੈਠਾ ਵਾਂ, ਹੈ ਨਾ, ਆਹ ਲਓ ਆਹ ਮੇਰਾ ਆਫਿਸ ਹੈ, ਠੀਕ ਹੈ, ਆਹ ਸਾਰਾ ਲਾਈਕ ਉਹ ਪਿਆ ਵਾ। ਸੋ ਹਜੇ ਆਪਣੇ ਕੋਲ ਸੈਟਅਪ ਨਹੀਂ ਹੈਗਾ ਯਾਰ, ਇੱਕ ਵਾਰੀ ਸੈਟਅਪ ਹੋ ਜੇ ਫਿਰ ਆਪਾਂ ਵਧੀਆ ਤਰੀਕੇ ਨਾਲ ਕਰਾਂਗੇ। ਯਾਰ ਹਿਸਟਰੀ ਆਫ ਲੈਂਗੁਏਜ ਦੀ ਕੋਈ ਕਿਤਾਬ ਦੱਸ ਦੇ, ਹਿਸਟਰੀ ਆਫ ਲੈਂਗੁਏਜ ਯਾਰ ਯੁਵਾਲ ਨੋਆ ਹਰਾਰੀ ਪੜ੍ਹੋ, ਉਹ ਤੁਹਾਨੂੰ ਉਹਦੇ ਵਿੱਚ ਮੈਂ ਉਹਦੀ ਕਿਤਾਬ ਪੜ੍ਹ ਰਿਹਾ ਸੀ ਸੇਪੀਅਨਸ, ਐਂਡ ਬਾਕਮਾਲ ਕਿਤਾਬ ਲਿਖੀ ਹੋਈ ਹੈ, ਕਿਉਂਕਿ ਮੇਰੀ ਸਟੱਡੀ ਵੀ ਜੈਨੇਟਿਕਸ ਦੀ ਹੈ। ਸੋ ਯੂ ਨੋ ਉਹਦੇ ਕਰਕੇ ਫਿਰ ਲਾਈਕ ਬਹੁਤ ਵਧੀਆ ਚੀਜ਼ ਸਮਝ ਆਈ ਮੈਨੂੰ, ਅਤੇ ਮੈਨੂੰ ਐਂ ਲੱਗਿਆ ਕਿ ਇਹਨੇ ਬਹੁਤ ਰਿਸਰਚ ਕਰਕੇ ਲਿਖੀ ਹੋਈ ਆ। ਵੀਰ ਜੀ ਚੁੱਪ ਦੀ ਆਵਾਜ਼ ਸ਼ਿਵ ਕੁਮਾਰ ਬਟਾਲਵੀ, ਯਾਰ ਸ਼ਿਵ ਕੁਮਾਰ ਬਟਾਲਵੀ ਦਾ ਨਾ ਮੈਂ ਇੱਕ ਨਾ ਲਿੰਕ ਪਾਇਆ ਹੋਇਆ ਵਾ, ਉਹਦੇ ਤੇ ਜੇ ਤੁਸੀਂ ਜਾਓਗੇ ਤੁਹਾਨੂੰ ਸਾਰੇ ਰਾਈਟਰਸ ਮਿਲ ਜਾਣਗੇ। ਕਰਨੈਲ ਸਿੰਘ, ਕਿੱਦਾਂ ਕਰਨੈਲ ਸਿੰਘ? ਸੋ ਯਾ ਇਟਸ ਅਬਾਊਟ ਦੈਟ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਯਾ ਅੱਜ ਖੈਰ ਯੂ ਨੋ ਆਹ ਬੁੱਕਸ ਨੇਗੀਆਂ ਜੇ ਕੋਈ ਨਵਾਂ ਜੁੜਿਆ ਹੋਵੇ ਨਾਲ। ਸੋ ਦੀਜ਼ ਬੁੱਕਸ ਉਹ 'ਚ ਨਹੀਂ ਹੈਗੀ ਵੀਰ, ਫਿਰ ਕੋਈ ਨਾ ਵੀਰੇ ਮੈਂ ਟਰਾਈ ਕਰਦਾ ਯਾਰ। ਤੁਸੀਂ ਨਾ ਕਿਤੇ ਤੁਸੀਂ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਜਾਂ ਕਿਤੇ ਮੈਨੂੰ ਮੈਸੇਜ ਕਰ ਦਿਓ, ਕਿਉਂਕਿ ਆਈ ਐਮ ਗੋਇੰਗ ਟੂ ਫੋਰਗੈਟ, ਕਿਉਂਕਿ ਇਹ ਤੋਂ ਬਾਅਦ ਮੈਂ ਕੰਮ ਕਰਨ ਲੱਗ ਜਾਣਾ ਲਾਈਵ ਫਿਨਿਸ਼ ਕਰਕੇ, ਫਿਰ ਮੇਰੇ ਦਿਮਾਗ 'ਚ ਨਹੀਂ ਰਹਿਣਾ ਹੈਗਾ। ਐਂਡ ਨੈਕਸਟ ਵੀਕ ਆਈ ਐਮ ਰੀਲੀ ਬਿਜ਼ੀ, ਅਤੇ ਮੈਂ ਉਹਦੇ ਵਿੱਚ ਪੋਡਕਾਸਟ ਵੀ ਸ਼ੂਟ ਕਰਨਾ। ਤੁਸੀਂ ਮੈਨੂੰ ਮੈਸੇਜ ਕਰ ਦਿਓ, ਆਈ ਵਿਲ ਟਰਾਈ ਟੂ ਫਾਈਂਡ ਦ ਬੁੱਕ, ਬਟ ਮੀਨ ਵਾਈਲ ਆਈ ਵਾਂਟ ਟੂ ਟਾਕ ਅਬਾਊਟ ਦਿਸ ਬੁੱਕ। ਇਹਦੇ ਵਿੱਚ ਇਹਨਾਂ ਨੇ ਜਿਵੇਂ ਮੈਂ ਟ੍ਰਿਕ ਵੀ ਦੱਸੀ ਸੀ ਕਿ ਕਿਤਾਬ ਵਧੀਆ ਵਾ, ਹਾਊ ਕੈਨ ਯੂ ਫਾਈਂਡ ਇਟ, ਪੂਰੀ ਕਿਤਾਬ ਪੜ੍ਹੇ ਤੋਂ ਬਗੈਰ ਤੁਸੀਂ ਰੈਂਡਮਲੀ ਪੇਜ ਖੋਲ੍ਹੋ, ਉਹਨੂੰ ਪੜ੍ਹੋ, ਠੀਕ ਹੈ, ਫਿਰ ਤੁਸੀਂ ਰੈਂਡਮਲੀ ਪੇਜ ਖੋਲ੍ਹੋ, ਫਿਰ ਉਹਨੂੰ ਪੜ੍ਹੋ, ਠੀਕ ਹੈ, ਫਿਰ ਕੁਛ ਰੈਂਡਮਲੀ ਪੇਜ ਖੋਲ੍ਹੋ, ਉਹਨੂੰ ਪੜ੍ਹੋ, ਅਤੇ ਫਿਰ ਤੁਹਾਨੂੰ ਪਤਾ ਲੱਗ ਜੂਗਾ ਬੁੱਕ ਵਧੀਆ ਹੈ ਕਿ ਨਹੀਂ। ਸੋ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਹੋਇਆ ਵਾ, ਇਹਦੇ ਵਿੱਚ ਇਹਨਾਂ ਨੇ ਸੋਨੇ ਦੀ ਚਿੜੀ ਦਾ ਖਿਤਾਬ ਬਾਰੇ ਦੱਸੋ ਵੀਰ। ਆਈ ਥਿੰਕ ਤੁਸੀਂ ਕੌਮੈਂਟ ਵੀ ਕੀਤਾ ਸੀ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਕਿਉਂ ਕਿਹਾ ਜਾਂਦਾ ਸੀਗਾ, ਹੈ ਨਾ। ਕਮਿੰਗ ਬੈਕ ਟੂ ਦੈਟ ਅਗੇਨ, ਮੈਂ ਇਹ ਬੁੱਕ ਦੇ ਬਾਰੇ ਪਹਿਲਾਂ ਬੋਲਣਾ, ਫਿਰ ਆਪਾਂ ਉਹਨੂੰ ਕਰਦੇ ਹਾਂ। ਮੈਂ ਉਹਦੇ 'ਤੇ ਵੀ ਤੁਹਾਨੂੰ ਮੈਂ ਕਮੈਂਟ ਕਰਕੇ ਦੱਸਿਆ ਸੀਗਾ। ਸੋ ਲੈਟਸ ਟਾਕ ਅਬਾਊਟ ਦਿਸ ਬੁੱਕ ਫਸਟ। ਸੋ ਵਟ ਦਿਸ ਬੁੱਕ ਇਜ਼, ਇਹਦੇ ਵਿੱਚ ਇਹਨਾਂ ਨੇ ਜਿੰਨੀਆਂ ਤੁਹਾਡੀਆਂ ਮਾਈਥੋਲੋਜੀਜ਼ ਨੇ ਉਹ ਸਾਰੇ ਨੂੰ ਕੰਪਾਈਲ ਕਰਕੇ, ਠੀਕ ਹੈ, ਉਹਨਾਂ ਵਿਚਲੀ ਸਾਇੰਸ ਕੱਢੀ ਆ, ਵਟ ਇਜ਼ ਦਾ ਸਾਇੰਸ ਬਿਹਾਈਂਡ ਦਮ, ਅਤੇ ਉਹਦੇ 'ਤੇ ਫਿਰ ਇਹਨਾਂ ਨੇ ਕੀਤਾ ਵਾ ਕਿ ਮੇਬੀ ਯੂ ਨੋ ਵੀ ਜਿਹੜੇ ਏਲੀਅਨ ਸੀਗੇ ਆਲਰੇਡੀ ਅਰਥ ਨੂੰ ਵਿਜ਼ਿਟ ਕਰ ਚੁੱਕੇ ਆ, ਤਾਂ ਉਹ ਸਾਰੇ ਪ੍ਰੂਫ ਇਹਦੇ ਵਿੱਚ ਲਿਖੇ ਹੋਏ ਆ। ਚਾਹੇ ਉਹਦੇ ਵਿੱਚ ਇਹਨਾਂ ਨੇ ਮਾਇਨਸ ਦੀ ਐਗਜ਼ਾਮਪਲ ਲਿੱਤੀ ਹੋਵੇ, ਇਨਕਾਸ ਦੀ ਐਗਜ਼ਾਮਪਲ ਲਿੱਤੀ ਹੋਵੇ, ਚਾਹੇ ਇਹਨਾਂ ਨੇ ਪਿਰਾਮਿਡਸ ਦੀ ਐਗਜ਼ਾਮਪਲ ਲਿੱਤੀ ਹੋਵੇ, ਉਹ ਸਾਰੀਆਂ ਗੱਲਾਂ ਇਹਨਾਂ ਨੇ ਇਹਦੇ ਵਿੱਚ ਕੀਤੀਆਂ ਹੋਈਆਂ। ਐਂਡ ਦਾ ਸੇਮ ਥਿੰਗ ਇਜ਼ ਇਨ ਦਿਸ ਬੁੱਕ, ਬਟ ਫਰੋਮ ਅ ਡਿਫਰੈਂਟ ਐਂਗਲ ਐਂਡ ਡਿਫਰੈਂਟ ਪਰਸਪੈਕਟਿਵ। ਸੋ ਵੀ ਵਿਲ ਟਾਕ ਅਬਾਊਟ ਦੀਜ਼ ਬੁੱਕਸ ਸੂਨ। ਮੈਂ ਹਜੇ ਤੱਕ ਰੀਡ ਨਹੀਂ ਕੀਤੀਆਂ, ਸਿਰਫ ਮੋਟਾ ਰੀਡ ਕੀਤਾ, 2-4 ਪੇਜ ਰੀਡ ਕੀਤੇ ਆ, ਸੋ ਮੈਨੂੰ ਬਹੁਤ ਵਧੀਆ ਲੱਗੀਆਂ ਨੇਗੀਆਂ। ਐਂਡ ਵਟ ਆਈ ਵਾਂਟ ਸੇ ਇਜ਼ ਕਿ ਜੇ ਤੁਹਾਨੂੰ ਇੱਦਾਂ ਦੀ, ਜੇ ਇਹ ਜਿਹੜੀ ਕਿਤਾਬ ਆ ਜੇ ਤੁਹਾਨੂੰ ਕਿਤੇ ਮਿਲਦੀ ਵੀ ਹੈ, ਹੈ ਨਾ, ਤੁਸੀਂ ਇਹਦਾ ਸਕਰੀਨਸ਼ਾਟ ਵਗੈਰਾ ਲੈ ਸਕਦੇ ਹੋ, ਠੀਕ ਹੈ, ਅਤੇ ਟਰਾਈ ਟੂ ਰੀਡ ਦੀਜ਼ ਬੁੱਕਸ, ਰੀਅਲੀ ਗੁੱਡ ਬੁੱਕਸ ਯਾਰ, ਬ੍ਰੇਨ ਵਾਸਤੇ ਬਹੁਤ ਵਧੀਆ ਨੇ। ਲਿਟਰੇਚਰ ਪੜ੍ਹਨਾ ਬੜੀ ਜ਼ਰੂਰੀ ਹੁੰਦਾ ਵਾ, ਮਗਰ ਇਹ ਬੁੱਕਸ ਵੀ ਪੜ੍ਹਨੀਆਂ ਬੜੀਆਂ ਜ਼ਰੂਰੀ ਹੁੰਦੀਆਂ। ਸਿੰਸ ਦਾ ਰੋਲ ਅਪੀਲ, ਆਈ ਥਿੰਕ ਹਿਊਮਨਸ, since law repealed, I think human not from earth. Yeah. As a biochemist, even I believe that certain parts, you know, are very hard to believe that
some things are really hard to believe कि be it happened just coincidence या evolution करके. So many factors. We'll discuss that. We will discuss that in the podcast. ਸੋ ਜੇ ਕਿਸੇ ਨੇ ਗੈਸਟ ਰਿਕੁਐਸਟ ਭੇਜਣੀ ਹੈ ਤੁਸੀਂ ਭੇਜ ਸਕਦੇ ਹੋ. ਆਈ ਐਮ ਡੂ ਟੇਕਿੰਗ ਗੈਸਟ ਰਿਕੁਐਸਟ. ਆਡੀਬਲ ਤੁਸੀਂ ਰਿਕਮੈਂਡ ਕਰਦੇ ਹੋ? ਹਾਂਜੀ ਵੀਰੇ ਆਡੀਬਲ ਰਿਕਮੈਂਡ ਕਰਦਾ ਮੈਂ. ਕੀ ਹਾਲ ਹੈ ਬਾਈ? ਵਧੀਆ ਵੀਰੇ ਵਧੀਆ. ਆਡੀਬਲ ਰਿਕਮੈਂਡ ਕਰਦਾ ਮੈਂ. ਵਧੀਆ ਬੁੱਕਸ ਹੁੰਦੀਆਂ ਵਾ ਸੋ ਯੂ ਸ਼ੁੱਡ. ਜੇ ਤੁਸੀਂ ਪੜ੍ਹ ਨਹੀਂ ਸਕਦੇ ਤਾਂ ਸੁਣ ਸਕਦੇ ਹੋ. ਮੈਂ ਖੈਰ ਮੈਨੂੰ ਸੁਣਨੀ ਪਸੰਦ ਨਹੀਂ, ਮੈਨੂੰ ਪੜ੍ਹਨੀ ਪਸੰਦ ਹੈ. ਬਰੋ ਬਾਲ ਕਟਾ ਲਿਆ ਕਰੋ. ਉਹ ਯਾਰ ਕਟਾਏ ਸੀਗੇ ਆ ਫੇਰ ਵੱਧ ਗਏ ਬਾਕੀ ਮੈਨੂੰ ਲੰਬੇ ਵਾਲ ਪਸੰਦ ਆ ਯਾਰ. ਦੱਸੋ ਵੀਰ ਜੀ. ਹਾਂ ਸੋਨੇ ਦੀ ਚਿੜੀ ਬਰੋ ਕਿਉਂ ਕਿਹਾ ਜਾਂਦਾ ਸੀ? ਕਿਉਂਕਿ ਦਿਸ ਏਰੀਆ ਹੈਡ ਅ ਲੋਟ ਆਫ ਮਨੀ ਇਨ ਬੈਕ ਡੇਜ਼. ਕਿਉਂਕਿ ਇੱਥੇ ਫਾਰਮਿੰਗ ਵਧੀਆ ਤਰੀਕੇ ਨਾਲ ਹੁੰਦੀ ਸੀਗੀ, ਵਪਾਰ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਸੀ, ਤਾਂ ਲੋਕ ਅਮੀਰ ਬਹੁਤ ਸੀ, ਇਸ ਕਰਕੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ. ਜੇ ਤੁਸੀਂ ਏਂਸ਼ੀਅੰਟ ਟਾਈਮਸ ਵਿੱਚ ਵੀ ਦੇਖੋਗੇ ਤਾਂ ਗ੍ਰੀਕਸ ਇਜਿਪਸ਼ੀਅਨਸ ਇਹ ਸਾਰਿਆਂ ਦੇ ਇੰਡੀਆ ਨਾਲ ਟਰੇਡ ਹੁੰਦੀ ਸੀਗੀ. ਮਿਡਲ ਈਸਟ ਦੇ ਵਿੱਚ ਫਰੂਟਸ ਇੱਧਰੋਂ ਬਹੁਤ ਜਾਂਦੇ ਸੀਗੇ, ਮਸਾਲੇ, ਫਰੂਟ, ਕੱਪੜਾ, ਤਾਂ ਫਿਰ ਗੋਲਡ ਆਉਂਦਾ ਸੀਗਾ. ਅਤੇ 19ਵੀਂ ਸਦੀ 20ਵੀਂ ਸਦੀ ਤੱਕ ਸਿਰਫ ਇੰਡੀਆ ਇਹੋ ਜਿਹੀ ਕੰਟਰੀ ਸੀ ਜਿੱਥੋਂ ਹੀਰਾ ਮਿਲਦਾ ਸੀਗਾ. ਠੀਕ ਹੈ, ਇੱਕ ਵਾਰੀ ਦੁਬਾਰਾ ਸੁਣ ਲਓ. 19ਵੀਂ ਸਦੀ ਤੱਕ ਸਿਰਫ ਇੰਡੀਆ ਇਹੋ ਜਿਹੀ ਜਗ੍ਹਾ ਸੀ ਜਿੱਥੇ ਹੀਰਾ ਪਾਇਆ ਜਾਂਦਾ ਸੀ. ਲੋਕਾਂ ਨੂੰ ਪਤਾ ਨਹੀਂ ਸੀ, ਲੋਕਾਂ ਨੂੰ ਲੱਗਦਾ ਸੀ ਕਿ ਇਕੱਲਾ ਹੀਰਾ ਇੰਡੀਆ 'ਚ ਮਿਲਦਾ, ਕਿਉਂਕਿ ਹੋਰ ਕਿਤੇ ਖਾਨਾਂ ਖੋਦੀਆਂ ਨਹੀਂ ਸੀ ਜਾਂਦੀਆਂ, ਇੰਡੀਆ 'ਚ ਜਾਂਦੀਆਂ ਸੀ ਇਕੱਲੀਆਂ, ਇਸ ਕਰਕੇ. ਠੀਕ ਹੈ, ਸੋ ਇਹ ਵੀ ਇੱਕ ਰੀਜ਼ਨ ਹੈਗਾ ਵਾ ਕਿ ਸੋਨੇ ਦੀ ਚਿੜੀ ਕਿਹਾ ਜਾਂਦਾ ਹੋਣਾ ਵਾ. ਬਾਕੀ ਗੋਲਡ ਲੋਕਾਂ ਨੂੰ ਪਾਉਣ ਦਾ ਸ਼ੌਂਕ ਇੰਡੀਆ ਦੇ ਵਿੱਚ ਪਹਿਲਾਂ ਤੋਂ ਹੀ ਸੀਗਾ. ਜੇ ਤੁਸੀਂ ਹੜੱਪਾ, ਸਿੰਧੂ ਘਾਟੀ ਦੀ ਸੱਭਿਅਤਾ ਵੀ ਪੜ੍ਹਦੇ ਹੋ ਤਾਂ ਉੱਥੇ ਜੂਲਰੀ ਮੇਨ ਪਾਰਟ ਹੁੰਦੀ ਸੀ. ਜੂਲਰੀ ਵਾਜ਼ ਵੈਰੀ ਇੰਪੋਰਟੈਂਟ. ਠੀਕ ਹੈ, ਸੋ ਇਮੈਜਿਨ ਕਰੋ ਕਿਤੇ ਲੋਕ ਨੇਗੇ ਉਹ ਸੋਨਾ ਬਹੁਤ ਪਾ ਕੇ ਰੱਖਦੇ ਆ ਤਾਂ ਆਪਾਂ ਕਹਾਂਗੇ ਜੀ ਉਹ ਤਾਂ ਸੋਨੇ ਦੇ ਲੋਕ ਨੇਗੇ, ਹੈ ਨਾ. ਸੋ ਇੱਦਾਂ ਹੀ ਸੋਨੇ ਦੀ ਚਿੜੀ ਦਾ ਖਿਤਾਬ ਮਿਲ ਗਿਆ ਹੋਣਾ ਵਾ ਕਿ ਲੋਕ ਸੋਨਾ ਬਹੁਤ ਜ਼ਿਆਦਾ ਪਾ ਕੇ ਰੱਖਦੇ ਆ, ਦਿਸ ਐਂਡ ਦੈਟ. ਸੋ ਯੂ ਨੀਡ ਟੂ ਕੀਪ ਦੋਜ਼ ਫੈਕਟਰਸ. ਔਨਲਾਈਨ ਥਿਊਰੀ ਪਤਾ ਤੁਹਾਨੂੰ ਬਾਈ? ਔਨਲਾਈਨ, ਅੱਛਾ ਔਨਲਾਈਨ ਥੈਰੇਪੀ, ਸੌਰੀ ਆਈ ਡੋਂਟ ਨੋ ਵਟ ਇਜ਼ ਔਨਲਾਈਨ ਥੈਰੇਪੀ. ਐਕਸਪਲੇਨ ਕਰੋ ਥੋੜ੍ਹਾ ਜਿਹਾ. ਔਨਲਾਈਨ ਥੈਰੇਪੀ ਆਈ ਡੋਂਟ ਨੋ ਯਾਰ. ਔਨਲਾਈਨ ਚੈਟ ਸੁਣੀ ਹੈ, ਔਨਲਾਈਨ ਸੈਕਸ ਸੁਣਿਆ ਮੈਂ, ਔਨਲਾਈਨ ਥੈਰੇਪੀ ਨਹੀਂ ਸੁਣੀ ਕਦੇ. ਸੋ ਦੈਟਸ ਦ ਥਿੰਗ ਜਦੋਂ ਆਪਾਂ ਇਹੋ ਜਿਹੀਆਂ ਚੀਜ਼ਾਂ ਪੜ੍ਹਦੇ ਹਾਂ ਤਾਂ ਥੋੜ੍ਹਾ ਐਰਿਕ ਵੈਨ ਦੀ ਏਂਸ਼ੀਅੰਟ ਏਲੀਅਨਸ ਹੋਰ ਸੀਰੀਜ਼, ਯੂ ਲੁੱਕ ਲਾਈਕ ਸ਼ੈਰੀਮਾਨ. ਨਹੀਂ ਯਾਰ, ਹੀਰਾ ਕਿਵੇਂ ਬਣਦਾ? ਹੀਰਾ ਯਾਰ ਕਾਰਬਨ ਨੂੰ, ਜਦੋਂ ਤੁਸੀਂ ਇਮੈਜਿਨ ਕਰੋ ਲੱਕੜ ਨੂੰ, ਪੱਤਿਆਂ ਨੂੰ, ਕਾਰਬਨ ਬੇਸ ਲਾਈਫ ਨੂੰ ਜਦੋਂ ਤੁਸੀਂ ਕੰਪਰੈਸ਼ਨ ਹੇਠ ਰੱਖਦੇ ਹੋ ਫੋਰ ਮਿਲੀਅਨਸ ਆਫ ਈਅਰਸ ਤਾਂ ਉਹ ਤੋਂ ਕੋਲਾ ਬਣਦਾ ਵਾ. ਠੀਕ ਹੈ, ਅਤੇ ਜਦੋਂ ਕੋਲੇ ਨੂੰ ਕੰਪਰੈਸ਼ਨ ਹੇਠ ਰੱਖੋਗੇ ਫੋਰ ਮਿਲੀਅਨਸ ਆਫ ਈਅਰਸ ਫਿਰ ਉਹਦੇ ਤੋਂ ਡਾਇਮੰਡ ਬਣਦਾ ਵਾ. ਠੀਕ ਹੈ, ਬਟ ਇਨ ਲੈਬ ਯੂ ਕੈਨ ਕ੍ਰੀਏਟ ਡਾਇਮੰਡਸ ਇਨ ਲੈਬ ਐਜ਼ ਵੈਲ, ਬਿਕੋਜ਼ ਜਿਹੜਾ ਡਾਇਮੰਡ ਹੁੰਦਾ ਵਾ ਉਹ ਕਹਿਣ ਤੋਂ ਭਾਵ ਕੀ ਹੁੰਦਾ ਵਾ, ਜੇ ਉਹਦੇ ਵਿੱਚ ਜਿਹੜੀ ਕਾਰਬਨ ਆ ਉਹ ਈਵਨ ਸਟਰਕਚਰ ਦੇ ਵਿੱਚ ਜੁੜੀ ਹੋਵੇ ਤਾਂ ਉਹ ਹੋ ਜਾਂਦਾ ਵਾ, ਮਤਲਬ ਪ੍ਰੋਪਰਲੀ 4 ਡਾਇਮੈਂਸ਼ਨ 3 ਡਾਇਮੈਂਸ਼ਨ ਦੇ ਵਿੱਚ ਜੇ ਉਹਦੀ ਪ੍ਰੋਪਰ ਅਟੋਮਿਕ ਉਹ ਹੋ ਜਾਵੇ ਫਿਰ ਕਾਰਬਨ ਤੋਂ ਹੀਰਾ ਬਣ ਜਾਂਦਾ. ਸੇਮ ਥਿੰਗ ਇਜ਼ ਡਨ in the lab under tremendous pressure. Ancient aliens show the point of lot interesting things. Yes, and these books talk about the same things. These books talk about the same things. And ਹੋਰ ਜਿਹੜੀ ਮੈਨੂੰ ਗੱਲ ਪਸੰਦ ਹੁੰਦੀ ਹੈ is the reference. Reference is must. ਕਿਹੜੀ genetic study ਕਰ ਰਹੇ ਹੋ ਤੁਸੀਂ? ਕਰ ਲਈ ਵੀਰੇ, ਮੈਂ ਫਿਨਿਸ਼ ਕਰਤੀ. Genetics and biochemistry ਦੀ ਸਟੱਡੀ ਕੀਤੀ ਹੈ, but these are just few books that I'm reading. And they also go way abroad. Yes. So yeah. So that's these are the books, and I will talk about them. ਪਹਿਲਾਂ ਤੈਨੂੰ ਬਲੌਕ ਕਰੀਏ, ਇਹ ਪਤਾ ਨਹੀਂ ਯਾਰ ਲੋਕ ਇੱਦਾਂ ਦੇ ਕਿੱਥੋਂ ਆ ਜਾਂਦੇ ਆ. ਵਲੈਤ 'ਚ ਪੱਕੇ ਵੀਰ ਜੀ? ਹਾਂਜੀ, ਮੈਂ ਸਿਟੀਜ਼ਨ ਹਾਂ ਬਰੋ. So yeah, these are the things.
and podcast soon aa raha. So if you haven't, can you make videos on Indian history as well? There's a lot of false news. Any idea on Doris Cannon? Nahi bro, age is 28. Indian history is it. ਇੰਡੀਅਨ ਹਿਸਟਰੀ 'ਤੇ ਨਾ ਰਿਸਰਚ ਬਹੁਤ ਹੋਣ ਵਾਲੀ ਹੈ, ਠੀਕ ਹੈ, ਕਿਉਂਕਿ ਇੰਡੀਆ 'ਤੇ ਜਿਹੜਾ ਵੀ ਰਿਸਰਚ ਕਰਦਾ ਵਾ ਉਹ ਬਾਇਸਡ ਰਿਸਰਚ ਕਰਦਾ ਵਾ। ਜਿਵੇਂ ਤੁਸੀਂ ਨਾ ਕਦੇ ਸ਼ੋਅ ਬਣਦਾ ਦੇਖਿਓ, ਜੇ ਤਾਂ ਸ਼ੋਅ ਦਾ ਨਾਮ ਮਹਾਰਾਣਾ ਪ੍ਰਤਾਪ ਆ ਫਿਰ ਅਕਬਰ ਨੂੰ ਬੁਰਾ ਦਿਖਾਉਣਗੇ, ਜੇ ਸ਼ੋਅ ਦਾ ਨਾਮ ਅਕਬਰ ਹੈ ਤਾਂ ਅਕਬਰ ਨੂੰ ਚੰਗਾ ਦਿਖਾਉਣਗੇ, ਠੀਕ ਹੈ। ਅਤੇ ਜੇ ਕੋਈ ਸ਼ੋਅ ਹਿੰਦੂ ਸੈਂਟਰਿਕ ਹੈ ਤਾਂ ਮੁਸਲਮਾਨਾਂ ਨੂੰ ਬੁਰਾ ਦਿਖਾਉਣਗੇ, ਜੇ ਕੋਈ ਸ਼ੋਅ ਮੁਸਲਿਮ ਸੈਂਟਰਿਕ ਹੈ ਤਾਂ ਉਹਦੇ ਵਿੱਚ ਹਿੰਦੂ ਥੋੜ੍ਹੇ ਬੁਰੇ ਦਿਖਾਉਣਗੇ। ਸੋ ਇੰਡੀਆ ਦੀ ਪ੍ਰੋਬਲਮ ਇਹ ਹੈ ਕਿ ਰੈਦਰ ਦੈਨ ਸ਼ੋਇੰਗ ਹਿਸਟਰੀ ਐਜ਼ ਇਟ ਇਜ਼ ਉਹਨੂੰ ਬਾਇਸਡ ਕਰਕੇ ਦਿਖਾਇਆ ਜਾਂਦਾ। ਸੋ ਬੜੀ ਰਿਸਰਚ ਹੋਣ ਦੀ ਲੋੜ ਆ ਇੰਡੀਅਨ ਹਿਸਟਰੀ 'ਤੇ। ਬਰੋ ਮੇਰੇ ਕੋਲ ਟਾਈਮ ਨਹੀਂ ਹੁੰਦਾ ਬੁੱਕਸ ਰੀਡ ਕਰਨ ਦਾ, ਟਰੱਕ ਡਰਾਈਵਰ। ਫਿਰ ਵੀਰੇ ਸੁਣ ਲਿਆ ਕਰੋ, ਪੋਡਕਾਸਟ ਆ ਰਿਹਾ, ਪੋਡਕਾਸਟ ਸੁਣ ਲਿਓ। ਮੋਸਟ ਰਿਸਰਚ ਆਫ ਏਂਸ਼ੀਅੰਟ ਇੰਡੀਆ ਇਜ਼ ਡੈਫ ਬਾਇਸਡ। ਯਾ ਰੀਡ ਸਮ ਬੁੱਕਸ ਡੋਰਸ ਕੈਨਨ ਦੀਆਂ। ਵੀਰੇ ਮੈਂ ਨਾਮ ਲਿਖ ਲੈਣਾ ਵਾ, ਸਰਚ ਕਰ ਲੂੰਗਾ। ਡੋਰਸ ਕੈਨਨ ਕਿੱਥੇ ਦਾ ਵਾ ਇਹ ਬੰਦਾ? ਠੀਕ ਹੈ। ਸੋ ਯਾ ਦੈਟਸ ਇੰਡੀਅਨ ਹਿਸਟਰੀ ਦੀ ਆਹ ਪ੍ਰੋਬਲਮ ਆ। ਦੈਟਸ ਦ ਪ੍ਰੋਬਲਮ ਵਿਦ ਇੰਡੀਅਨ ਹਿਸਟਰੀ ਕਿ ਵੈਰੀ ਬਾਇਸਡ ਲਿਖੀ ਗਈ ਹੈ। ਸ਼ੀ ਇਜ਼ ਅ ਲੇਡੀ। ਕਿੱਥੇ ਦੀ ਲੇਡੀ ਹੈ ਫਿਰ? ਕਿੱਥੇ ਦੀ ਲੇਡੀ ਹੈ? ਸੋ ਯੂ ਨੋ ਦੈਟਸ ਦ ਪ੍ਰੋਬਲਮ ਵਿਦ ਇੰਡੀਅਨ ਹਿਸਟਰੀ ਕਿ ਬੜੀ ਬਾਇਸਡ ਲਿਖੀ ਗਈ ਹੈ ਅਤੇ ਉਹਦੇ 'ਤੇ ਬੜੀ ਰਿਸਰਚ ਹੋਣ ਦੀ ਲੋੜ ਆ, ਠੀਕ ਹੈ। ਈਵਨ ਜਿਵੇਂ ਆਪਾਂ ਸਿੱਖ ਹਿਸਟਰੀ ਨੂੰ ਕਹਿ ਦਿੰਦੇ ਹਾਂ ਨਾ, ਉਹਦੇ ਵਿੱਚ ਵੀ ਜਿਹੜਾ ਰਾਈਟਰ ਨੇ ਜਿੱਥੋਂ ਜਿਹਨੂੰ ਉਹਨੇ ਮਤਲਬ ਜਿੱਥੋਂ ਕਿਤੇ ਨੂੰ ਸ਼ੀ ਟੋਕਸ ਅਬਾਊਟ ਡਾਇਮੈਂਸ਼ਨਸ, ਓਕੇ। ਸੋ ਜਿੱਥੋਂ ਕਿਸੇ ਨੂੰ ਥੋੜ੍ਹੀ ਬਹੁਤ ਨੌਲੇਜ ਮਿਲਦੀ ਆ, ਅਗਲਾ ਉੱਥੋਂ ਉਹਨੂੰ ਚੱਕ ਕੇ ਉੱਥੋਂ ਹੀ ਕਿਤਾਬ ਲਿਖ ਦਿੰਦਾ ਵਾ, ਕੋਈ ਰੈਫਰੈਂਸ ਚੈੱਕ ਨਹੀਂ ਹੁੰਦਾ ਹੈਗਾ। ਇਹ ਚੀਜ਼ ਬਹੁਤ ਜ਼ਿਆਦਾ ਵਾ ਇੰਡੀਅਨ ਰਾਈਟਰਸ ਦੇ ਵਿੱਚ ਕਿ ਜਿੱਥੋਂ ਨੌਲੇਜ ਮਿਲੀ ਉਹਦੇ 'ਤੇ ਮਤਲਬ ਕਾਹਲੀ 'ਚ ਬਹੁਤ ਰਹਿੰਦੇ ਆ। ਜਿਹਨੂੰ ਕਿਤਾਬ ਨਾਲ ਦੀ ਨਾਲ ਛਾਪਤੀ, ਕਿਸੇ ਨੇ ਨਹੀਂ ਦੇਖਣਾ ਕਿ ਰੀਪਰਕਸ਼ਨ ਨਹੀਂ ਸੋਚਦਾ ਕੋਈ ਆਪਣੇ ਉਹਦਾ। ਐਂਡ ਦੈਟਸ ਦਾ ਪ੍ਰੋਬਲਮ। ਇਸੇ ਕਰਕੇ ਜਿਵੇਂ ਬਹੁਤ ਸਾਰੀਆਂ ਜਿਹੜੀਆਂ ਏਂਸ਼ੀਅੰਟ ਕਿਤਾਬਾਂ ਸੀ, ਏਂਸ਼ੀਅੰਟ ਟੈਕਸਟ ਸੀਗਾ, ਉਹ ਗੰਦਲਾ ਹੋ ਗਿਆ। ਸੋ ਜੇ ਆਪਾਂ ਅੱਜ ਕਿਸੇ ਵੀ ਤਰ੍ਹਾਂ ਦੀ ਹਿਸਟਰੀ ਪੜ੍ਹਨੀ ਹੈ ਜਾਂ ਤੁਸੀਂ ਏਂਸ਼ੀਅੰਟ ਟੈਕਸਟ ਪੜ੍ਹਨਾ ਤਾਂ ਤੁਹਾਨੂੰ ਸਕਿਮ ਕਰਨਾ ਪੈਣਾ ਉਹਨੂੰ। ਯੂ ਹੈਵ ਟੂ ਫਾਈਂਡ ਕਿ ਵੀ ਆਹ ਚੀਜ਼ ਠੀਕ ਹੈ, ਆਹ ਚੀਜ਼ ਗਲਤ ਹੈ, ਅਤੇ ਵੀ ਦਿਸ ਕੁਡ ਬੀ ਦਿਸ ਕੁਡ ਬੀ ਅ ਲਿਟਲ ਫੇਕ। ਸੋ ਯੂ ਨੀਡ ਟੂ ਲਰਨ ਯੂਅਰ ਮੋਸਟ ਫੇਵਰੇਟ ਬੁੱਕ। ਯਾਰ ਮੇਰੀ ਮੋਸਟ ਫੇਵਰੇਟ ਬੁੱਕ ਹੈਗੀ ਹੈ, ਇੱਕ ਤਾਂ ਹੈਗੀ ਰਸੂਲ ਹਮਜ਼ਾ ਦੀ ਮੇਰਾ ਦਾਗਿਸਤਾਨ, ਅਤੇ ਇੱਕ ਹੈਗੀ ਹੈ ਬਰੀਫ ਹਿਸਟਰੀ ਆਫ ਟਾਈਮ ਸਟੀਵਨ ਹਾਕਿੰਗ ਦੀ। ਇਹ ਦੋ ਕਿਤਾਬਾਂ ਮੈਨੂੰ ਬਹੁਤ ਵਧੀਆ ਲੱਗਦੀਆਂ। ਦੂਜੀ ਯੁਵਾਲ ਨੋਆ ਹਰਾਰੀ ਦੀਆਂ ਸਾਰੀਆਂ ਬੁੱਕਸ ਬਹੁਤ ਵਧੀਆ ਨੇ। ਗਲੈਡ ਟੂ ਹੈਵ ਫਾਊਂਡ ਯੂ ਔਨ ਟਿਕਟੋਕ। ਸਤਵਿੰਦਰ ਸੋਮਲ ਜੀ, ਥੈਂਕ ਯੂ ਜੀ, ਥੈਂਕ ਯੂ। ਕੋਈ ਚੱਕਰ ਨਹੀਂ, ਪੋਡਕਾਸਟ ਆ ਰਿਹਾ, ਕੋਈ ਨਾ। ਪੋਡਕਾਸਟ ਨਾਲੇ ਜਿਹੜਾ ਪਹਿਲਾ ਪੋਡਕਾਸਟ ਆ, ਆਈ ਵਿਲ ਰਿਕਮੈਂਡ ਤੁਸੀਂ ਬੱਚਿਆਂ ਨੂੰ ਜ਼ਰੂਰ ਸੁਣਾਇਓ ਉਹ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਮੈਂ ਛੋਟੀ ਉਮਰ 'ਚ ਜੇ ਸਾਇੰਸ ਨਾਲ ਜੁੜਿਆ ਸੀ ਤਾਂ ਉਹਦੇ ਵਿੱਚ ਸਟੀਵ ਇਰਵਿਨ ਉਹਦਾ ਬਹੁਤ ਵੱਡਾ ਹੱਥ ਸੀਗਾ। ਉਸ ਤੋਂ ਬਾਅਦ ਬੁੱਕਸ ਡਾਕੂਮੈਂਟਰੀਜ਼ ਦਿਸ ਐਂਡ ਦੈਟ। ਐਂਡ ਅੱਜ ਦੇ ਟਾਈਮ ਦੇ ਵਿੱਚ ਇਟ ਇਜ਼ ਵੈਰੀ ਨੈਸੈਸਰੀ ਦੈਟ ਵੀ ਕਨੈਕਟ ਟੂ ਸਾਇੰਸ। Is there any book on web where I could find Indian history? ਨਹੀਂ, as I said, you need to read few writers ਜੇ ਤੁਸੀਂ ਇੰਡੀਅਨ ਹਿਸਟਰੀ ਪੜ੍ਹਨੀ ਹੈ, ਕਿਉਂਕਿ ਇੰਡੀਅਨ ਇੱਕ ਤਾਂ ਸਬ ਕੌਂਟੀਨੈਂਟ ਹੈ, ਇਟਸ ਨਾਟ ਅ ਕੰਟਰੀ, ਇਟਸ ਅ ਸਬ ਕੌਂਟੀਨੈਂਟ। ਅਤੇ ਤੁਹਾਨੂੰ 2-4 ਰਾਈਟਰ ਪੜ੍ਹਨੇ ਪੈਣੇ ਆ ਜੇ ਤੁਸੀਂ ਪਰਟੀਕੂਲਰਲੀ ਇੰਡੀਅਨ ਹਿਸਟਰੀ ਪੜ੍ਹਨੀ ਆ। ਬਰੋ ਬੁੱਕਸ ਲੱਭਦੀਆਂ ਨਹੀਂ ਸੀ। ਆਈ ਐਮ ਫਰੋਮ ਬੈਲਜੀਅਮ, ਥੈਂਕਸ ਟੂ ਯੂ। ਕੋਈ ਚੱਕਰ ਨਹੀਂ ਬਰੋ, ਹਜੇ ਤਾਂ ਮੈਂ ਬੁੱਕਸ ਘੱਟ ਪਾ ਰਿਹਾ ਯਾਰ, ਟਾਈਮ ਨਹੀਂ ਲੱਗਦਾ ਹੈਗਾ। ਪਲੱਸ ਆਸਟ੍ਰੇਲੀਆ ਤੋਂ ਇੱਕ ਮੁੰਡਾ ਹੈ, ਉਹ ਸਟਾਰਟ ਕਰਨ ਲੱਗਾ ਬੁੱਕਸ ਵਗੈਰਾ ਦਾ ਬਿਜ਼ਨਸ। ਉਹਨੇ ਵੈਬਸਾਈਟ ਵਗੈਰਾ ਬਿਲਡ ਕਰ ਲਈ ਹੈ, ਅਤੇ ਹੋਪਫੁਲੀ ਇਨ ਫਿਊ ਵੀਕਸ ਆਪਾਂ ਤੁਹਾਨੂੰ ਉਹਨਾਂ ਦੀ ਵੈਬਸਾਈਟ ਦੇ ਦਾਂਗੇ। ਯੂ ਕੈਨ ਜਸਟ ਬਾਈ ਬੁੱਕਸ ਫਰੋਮ ਦੈਮ। ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਕਿਤੋਂ ਵੀ ਤੁਸੀਂ ਉਹਨਾਂ ਤੋਂ ਕਿਤਾਬਾਂ ਮੰਗਵਾ ਸਕਦੇ ਹੋ। ਮਾਈਨ ਕਾਂਫ ਬਾਰੇ ਕਿਸ ਤਰ੍ਹਾਂ ਦੀ ਕਿਤਾਬ? ਯਾਰ ਮਾਈਨ ਕਾਂਫ ਨਾ, ਮਾਈਨ ਕਾਂਫ 'ਤੇ ਮੈਂ ਐਸੇ ਪੜ੍ਹਿਆ ਹੋਇਆ ਕਿਸੇ ਦਾ। ਬੇਸਿਕਲੀ ਹਿਟਲਰ ਦੀ ਕਿਤਾਬ ਆ, ਹਿਟਲਰ ਦੀ ਜੀਵਨੀ ਹੈ। ਉਹਨੇ ਆਪਣੀ ਬਚਪਨ ਦੀ ਸਟਰਗਲ ਲਿਖੀ ਹੋਈ ਹੈ, ਠੀਕ ਹੈ, ਕਿ
ਯੂ نو ਉਹ ਬਚਪਨ ਦੇ ਵਿੱਚ ਬਿਮਾਰ ਹੋ ਗਿਆ ਸੀ ਇੱਕ ਵਾਰੀ ਬਹੁਤ ਜ਼ਿਆਦਾ, ਉਹਨੂੰ ਇੱਕ ਜੂ ਡਾਕਟਰ ਨੇ ਬਚਾਇਆ ਸੀ, ਹੀ ਕਾਲ ਹਿਮ ਦਾ ਗੁੱਡ ਜੂ। ਸੋ ਜਦੋਂ ਤੁਸੀਂ ਕਿਤਾਬ ਪੜ੍ਹੋਗੇ ਫਿਰ ਉਹਨੂੰ ਪਤਾ ਲੱਗੂਗਾ ਕਿ ਕਿੱਦਾਂ ਵੀ ਉਹਦਾ ਜਿਹੜਾ ਜੂਇਸ਼ ਪੀਪਲ ਦੇ ਨਾਲ ਵੀ ਕਿੱਦਾਂ ਉਹਦੀ ਜ਼ਿੰਦਗੀ ਦੇ ਵਿੱਚ ਉਹਨੂੰ ਹਾਊ ਹੀ ਸਟਾਰਟਡ ਹੇਟਿੰਗ ਜੂਇਸ਼ ਪੀਪਲ ਐਂਡ ਹਾਊ ਹੀ ਕੇਮ ਟੂ ਪਾਵਰ, ਕਿੱਦਾਂ ਉਹ ਆਇਆ। ਮੈਨੂੰ ਮਾਈਨ ਕਾਂਫ ਪੜ੍ਹਨਾ, ਮੈਂ ਪੜ੍ਹਨਾ ਚਾਹੁੰਦਾ ਵਾਂ ਕਿਉਂਕਿ ਮੈਂ ਐਸੇ ਪੜ੍ਹਿਆ ਹੋਇਆ, ਆਈ ਹੈਵ ਰੈਡ ਅ ਐਸੇ ਔਨ ਮਾਈਨ ਕਾਂਫ। ਅਤੇ ਮੈਂ ਕਾਹਤੇ ਪੜ੍ਹਨਾ ਚਾਹੁੰਦਾ ਵਾਂ, ਮਾਈਨ ਕਾਂਫ ਦਾ ਮਤਲਬ ਹੁੰਦਾ, ਜੇ ਕਿਸੇ ਨੂੰ ਨਹੀਂ ਪਤਾ, ਮਾਈਨ ਮਤਲਬ ਮਾਈ, ਕਾਂਫ ਮਤਲਬ ਸਟਰਗਲ, ਮੇਰੀ ਸਟਰਗਲ, ਮੇਰੀ ਲਾਈਫ ਦੀ ਮੇਰੀ ਸਟਰਗਲ। ਉਹ ਕਿਤਾਬ ਦਾ ਨਾਮ ਇੱਦਾਂ ਸੀ। ਆਈ ਥਿੰਕ ਬਾਈਬਲ ਤੋਂ ਬਾਅਦ ਜੇ ਸਭ ਤੋਂ ਜ਼ਿਆਦਾ ਸੋਲਡ ਬੁੱਕ ਹੈਗੀ ਹੈ ਕੋਈ ਤਾਂ ਹਿਟਲਰ ਦੀ ਉਹ ਹੋਣੀ ਹੈ। ਖੈਰ ਪਾਰਟ ਦੂਜਾ ਵੀ ਉਹਨੇ ਲਿਖਿਆ ਸੀ, ਮਗਰ ਦੂਜਾ ਕੋਈ ਇੰਨਾ ਜ਼ਿਆਦਾ ਚੱਲਿਆ ਨਹੀਂ, ਪਰ ਪਾਰਟ 1 ਜਿਹੜਾ ਸੀ ਆਈ ਥਿੰਕ ਬਹੁਤ ਵਿਕਿਆ ਸੀਗਾ। ਤਾਂ ਉਹਦੇ ਵਿੱਚ ਆਈ ਥਿੰਕ ਹੀ ਇਜ਼ ਜਸਟ ਟਰਾਈਂਗ ਟੂ ਜਸਟੀਫਾਈ ਉਹਨੇ ਜ਼ਿੰਦਗੀ ਦੇ ਵਿੱਚ ਕੀ ਕੀਤਾ ਕੀ ਨਹੀਂ ਕੀਤਾ ਹੈਗਾ। ਮੈਨੂੰ ਪੜ੍ਹਨੀ ਇਸ ਕਰਕੇ ਵਧੀਆ ਲੱਗਦੀ ਆ ਬਿਕੋਜ਼ ਦੈਟ ਬੁੱਕ ਗਿਵਜ਼ ਯੂ ਕਿ ਮੇਕਿੰਗ ਆਫ ਈਵਲ, ਹੈ ਨਾ, ਕਿ ਬੰਦਾ ਸ਼ੈਤਾਨ ਕਿੱਦਾਂ ਬਣਦਾ ਵਾ। ਸੋ ਉਹ ਸਾਰਾ ਕੁਛ ਉਹ ਤੁਹਾਨੂੰ ਕਿਤਾਬ ਤੋਂ ਪਤਾ ਲੱਗਦਾ ਵਾ। ਸੋ ਇਟ ਇਜ਼ ਕੁਆਇਟ ਅ ਇੰਟਰਸਟਿੰਗ ਬੁੱਕ। ਜੇ ਤੁਸੀਂ ਪੜ੍ਹ ਸਕਦੇ ਹੋ ਤਾਂ ਜ਼ਰੂਰ ਪੜ੍ਹੋ। ਯੂ ਨੋ ਹੋਰ ਚੱਕਰ ਕੀ ਆ, ਜਦੋਂ ਤੁਸੀਂ ਮਾਈਨ ਕਾਂਫ ਪੜ੍ਹੋਗੇ ਜਾਂ ਤੁਸੀਂ ਇੱਕ ਨਾ ਨੈਟਫਲਿਕਸ 'ਤੇ ਡਾਕੂਮੈਂਟਰੀ ਪਈ ਆ ਨੈਸਟ ਆਫ ਡੈਵਲ ਔਰ ਡੈਵਲਜ਼ ਨੈਸਟ ਆਈ ਥਿੰਕ, ਹਿਟਲਰ 'ਤੇ ਬਣੀ ਹੋਈ ਆ, ਠੀਕ ਹੈ। ਅਤੇ ਉਹ ਜਿਹੜੀ ਡਾਕੂਮੈਂਟਰੀ ਆ ਉਹਦੇ ਵਿੱਚ ਜਿਵੇਂ ਉਹਨਾਂ ਨੇ ਦਿਖਾਇਆ ਹੋਇਆ ਵਾ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਸਟੇਟ ਹਾਊ ਡਜ਼ ਇੱਕ ਸਟੇਟ ਰੋਗ ਕਿੱਦਾਂ ਹੁੰਦੀ ਹੈ, ਰੋਗ ਸਟੇਟ ਕਿੱਦਾਂ ਬਣਦੀ ਹੈ, ਆਪਣੇ ਸਬਜੈਕਟਸ ਨੂੰ ਸਟੇਟ ਕਿੱਦਾਂ ਖ਼ਤਮ ਕਰਨ 'ਤੇ ਤੁਰਦੀ ਹੈ। ਤਾਂ ਉਹ ਡਾਕੂਮੈਂਟਰੀ 'ਚ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੋਇਆ ਵਾ। ਸੋ ਇਫ ਯੂ ਹੈਵਨਟ ਵਾਚ that documentary, you need to watch that documentary. It is a eye-opening documentary for human beings कि how does evil, ਜਿਹੜਾ evil in the world, how does it come to power? So you know ਤੁਹਾਨੂੰ ਉਹ ਡਾਕੂਮੈਂਟਰੀ ਦੇਖਣ ਦੀ ਲੋੜ ਹੈ। It is quite a good documentary. ਕੋਈ ਹੋਰ ਕਿਤਾਬ ਦੇ ਬਾਰੇ ਕਿਸੇ ਨੇ ਪੁੱਛਣਾ ਹੋਵੇ ਤਾਂ ਜ਼ਰੂਰ ਦੱਸੋ। ਕੋਈ ਹੋਰ ਟੌਪਿਕ ਵਧੀਆ ਵਧੀਆ ਕੁਐਸਚਨ ਪੁੱਛਦੇ ਰਿਹਾ ਕਰੋ, ਉਹਦੇ ਨਾਲ ਫਿਰ ਗੱਲ ਜਿਹੜੀ ਹੁੰਦੀ ਹੈ ਉਹ ਸਿਲਸਿਲਾ ਵਧੀਆ ਬਣਿਆ ਰਹਿੰਦਾ ਵਾ। And Delhi bro, RSS promotes it. Is it most sold in Delhi? ਮੈਨੂੰ ਇਹ ਤਾਂ ਪਤਾ ਸੀ ਕਿ ਵਰਲਡ ਵਿੱਚ ਆਫਟਰ ਵਰਲਡ ਦੀ ਸਭ ਤੋਂ ਸੋਲਡ ਬੁੱਕ ਹੈ ਬਾਈਬਲ, ਠੀਕ ਹੈ। ਆਫਟਰ ਬਾਈਬਲ ਤਾਂ ਮੈਨੂੰ ਪਤਾ ਸੀ ਕਿ ਹੈਗੀ ਆ ਇਹ। ਪ੍ਰੀਤ ਕੌਰ ਕਿਵੇਂ ਆ? ਮੈਂ ਵਧੀਆ ਪ੍ਰੀਤ, ਤੁਸੀਂ ਦੱਸੋ? ਹਾਂਜੀ ਵੀਰ ਜੀ। ਯਾਰ ਖੈਰ ਉਹੀ ਹੈ ਨਾ, ਹਿਟਲਰ ਨੂੰ ਲੋਕ ਲਾਈਕ ਕਰਦੇ ਆ ਇੰਡੀਆ ਦੇ ਵਿੱਚ, ਐਂਡ ਵਿਚ ਇਜ਼ ਕੁਆਇਟ ਡਿਸਟਰਬਿੰਗ। ਹੀ ਕਿਲਡ 2 ਮਿਲੀਅਨ ਪੀਪਲ। ਕੌਰਪ੍ਰੀਤ ਨੇ ਲਿਖਿਆ ਹੋਇਆ ਨਾਗਣੀ ਪ੍ਰੋਫਾਈਲ 'ਤੇ। ਸੋ ਆਈ ਡੋਂਟ ਨੋ ਰੀਅਲ ਨਾਗਣੀ ਔਰ ਜਸਟ ਸੋ ਯਾ ਕੋਈ ਹੋਰ ਟੌਪਿਕ ਵਧੀਆ ਡਿਸਕਸ ਕਰੋ, ਦੱਸੋ, ਸੁਜੈਸਟ ਕਰੋ। ਸੋ ਵੀ ਕੈਨ ਟਾਕ ਔਨ ਦੈਟ। ਵੀਰ ਜੀ ਕੀ ਨਾਮ ਆ ਵੈਬ ਸੀਰੀਜ਼ ਦਾ? ਡੈਵਲਜ਼ ਨੈਸਟ, ਆਈ ਥਿੰਕ ਡੈਵਲਜ਼ ਨੈਸਟ ਹੈ ਉਹਦਾ ਨਾਮ। ਅਤੇ ਹਿਟਲਰ ਦੇ ਆਸੇ ਪਾਸੇ ਨਾ ਜਿਹੜੇ ਲੋਕ ਸੀਗੇ, ਚਾਹੇ ਉਹ ਰਾਇਨਹਾਰਡ ਹੈਡਰਿਕ ਹੋ ਗਿਆ, ਚਾਹੇ ਹਿਮਲਰ ਹੋ ਗਿਆ, ਚਾਹੇ ਗੋਰਿੰਗ ਹੋ ਗਿਆ, ਚਾਹੇ ਉਹਦਾ ਪ੍ਰੋਪੋਗੈਂਡਾ ਮਿਨਿਸਟਰ ਸੀਗਾ ਜਿਹੜਾ, ਉਹਦਾ ਨਾਮ ਮੈਨੂੰ ਭੁੱਲ ਗਿਆ। they were all lunatics, right? they were all lunatics. ਤੇ ਤੁਹਾਨੂੰ ਪਤਾ ਲੱਗੂਗਾ ਕਿ ਕਿੱਦਾਂ ਡੈਮੋਕ੍ਰੇਸੀ ਕੈਨ ਲੀਡ ਟੂ dictatorship and eventually world war, ਠੀਕ ਹੈ ਵੀਰੇ। I came across your love. I am driving truck right now. When I get home we have discussion. I am you. ਤੁਹਾਡੀ ਬੈਸਟ ਮੋਟੀਵੇਸ਼ਨ ਬੁੱਕ ਕਿਹੜੀ ਹੈ ਸੋ ਫਾਰ? ਯਾਰ ਮੋਟੀਵੇਸ਼ਨ ਤੇ ਵਾਸਤੇ ਤਾਂ ਫਿਰ ਜ਼ਫਰਨਾਮਾ ਹੀ ਆ ਨਾ, ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਹਾਕਨ ਰਹੀਮ। ਸੋ ਉਹ ਤੋਂ ਵਧੀਆ ਮੋਟੀਵੇਸ਼ਨ ਕਿਤੋਂ ਨਹੀਂ ਮਿਲ ਸਕਦੀ ਔਨ ਦਿਸ ਬੁੱਕ। ਬ੍ਰੇਕਿੰਗ ਬੈਡ ਦੇਖੀ ਵੀਰੇ ਤੁਸੀਂ? ਹਾਂ ਵੀਰੇ ਦੇਖੀ ਹੈ ਬ੍ਰੇਕਿੰਗ ਬੈਡ। ਬਰੋ ਤੁਸੀਂ ਕਿੰਨੇ ਆਸਤਿਕ ਤੇ ਕਿੰਨੇ ਨਾਸਤਿਕ ਹੋ? ਯਾਰ ਮੈਂ ਆਸਤਿਕ ਜਾਂ ਨਾਸਤਿਕ, ਮੈਂ ਚੀਜ਼ਾਂ ਨੂੰ ਨਾ ਇੱਦਾਂ ਕਲਾਸੀਫਾਈ ਕਰਨਾ ਪਸੰਦ ਨਹੀਂ ਕਰਦਾ ਹੈਗਾ। ਜਿਵੇਂ ਆਸਤਿਕ ਨਾਸਤਿਕ ਜਿਹੜਾ ਹੁੰਦਾ ਵਾ, ਦੀਜ਼ ਥਿੰਗਸ ਆਰ ਟੂ ਡਿਵਾਈਡ ਪੀਪਲ, ਰਾਈਟ? ਸੁਸਾਇਟੀ ਨੂੰ ਤੁਸੀਂ ਫਰੈਗਮੈਂਟ ਦੇ ਵਿੱਚ ਕਿੱਦਾਂ ਵੰਡਣਾ, ਆਹ ਚੀਜ਼ਾਂ ਹੁੰਦੀਆਂ ਵਾ।
ਨਾਸਤਿਕ ਬੰਦਾ ਵੀ ਰੱਬ 'ਚ ਯਕੀਨ ਕਰਦਾ, ਮਗਰ ਉਹਦਾ ਯਕੀਨ ਕੀ ਹੁੰਦਾ ਕਿ ਰੱਬ ਦੀ ਐਗਜ਼ਿਸਟੈਂਸ ਨਹੀਂ ਹੈਗੀ। ਸੋ ਉਹਦਾ ਯਕੀਨ ਹੁੰਦਾ, ਉਹਦਾ ਯਕੀਨ ਇਹ ਹੁੰਦਾ ਕਿ ਰੱਬ ਹੈ ਨਹੀਂਗਾ। ਆਸਤਿਕ ਬੰਦਾ ਜਿਹੜਾ ਹੁੰਦਾ ਉਹਦਾ ਯਕੀਨ ਹੁੰਦਾ ਕਿ ਰੱਬ ਹੈ। ਠੀਕ ਹੈ, ਸੋ ਰੱਬ ਦੋਨੇ ਯਕੀਨ ਰੱਬ 'ਚ ਹੀ ਕਰਦੇ ਆ, ਮਗਰ ਦੋਨਾਂ ਦੀ ਜਿਹੜੀ ਬਿਲੀਵ ਹੁੰਦਾ ਉਹਦਾ ਵੱਖਰਾ ਹੁੰਦਾ। I believe in God, you know, but my God is different. My God is a creator who created the whole universe, you know, and he does not care ਕਿ ਮੈਂ ਲਾਈਫ ਦੇ ਵਿੱਚ ਕੀ ਕਹਿਣਾ ਵਾ, ਮੈਂ ਲਾਈਫ 'ਚ ਕੀ ਕਰਨਾ। ਹੀ ਡਜ਼ ਨੋਟ ਕੇਅਰ। ਹੀ ਹੈਜ਼ ਗਿਵਨ ਮੀ ਫਰੀ ਉਹਨੇ ਮੈਨੂੰ ਫਰੀ ਵਿਲ ਦਿੱਤੀ ਆ। ਠੀਕ ਹੈ, ਅਤੇ ਉਹ ਫਰੀ ਵਿਲ ਨਾਲ ਮੈਂ ਕੀ ਕਰਨਾ, ਇਟ ਇਜ਼ ਅਪ ਟੂ ਮੀ। ਅਤੇ ਯੂ ਨੋ, ਸੋ ਆਸਤਿਕ ਨਾਸਤਿਕ ਹੋਣ ਦਾ ਸਵਾਲ ਜਿਹੜਾ ਹੈਗਾ ਵਾ, ਮੈਨੂੰ ਇਹ ਜਿਹੜਾ ਹੈਗਾ ਅਟਪਟਾ ਜਿਹਾ ਸਵਾਲ ਲੱਗਦਾ, ਨੋਟ ਅ ਸੀਰੀਅਸ ਕੁਐਸਚਨ। ਬਰੋ ਵਟ ਯੂ ਥਿੰਕ ਆਫ ਕਮੇਡੀਅਨ ਦੈਟ ਸਪੋਕ ਅਪ? ਵੀਰਦਾਸ, ਯਾਰ ਵੀਰਦਾਸ ਤਾਂ ਸ਼ੁਰੂ ਤੋਂ ਬਹੁਤ ਵਧੀਆ ਕਾਮੇਡੀ ਕਰਦਾ, ਐਂਡ ਯੂ ਨੋ ਕੁਨਾਲ ਕਾਮਰਾ ਹੋ ਗਿਆ, ਵੀਰਦਾਸ ਹੋ ਗਿਆ, ਟੂ ਦੀ ਪੁਆਇੰਟ ਕਾਮੇਡੀ ਕਰਦੇ ਆ, ਵਧੀਆ ਕਾਮੇਡੀ ਕਰਦੇ ਆ। ਈਲਨ ਮਸਕ ਸੈਡ ਹੀ ਵਿਲ ਮਲਟੀ ਪਲੈਂਟੀ ਹਿਊਮਨ ਬੀਇੰਗ, ਇਜ਼ ਇਟ ਪੋਸੀਬਲ? ਮਲਟੀ ਪਲੈਂਟੀ ਹਿਊਮਨ ਬੀਇੰਗਸ, ਮੈਨੂੰ ਗੱਲ ਸਮਝ ਨਹੀਂ ਆਈ ਹੈਗੀ। ਸੋ ਮੇ ਬੀ ਤੁਹਾਡੇ ਤੋਂ ਕੋਈ ਟਾਈਪੋ ਟੂਈਪੋ ਹੋ ਗਿਆ ਹੋਣਾ, ਦੁਬਾਰਾ ਕੁਐਸਚਨ ਪੁੱਛ ਸਕਦੇ ਹੋ। ਗੈਲੈਂਟ ਡਿਫੈਂਡਰ, ਵੀਰੇ ਮੈਂ ਸ਼ੇਅਰ ਕੀਤੀ ਹੋਈ ਹੈ ਗੈਲੈਂਟ ਡਿਫੈਂਡਰ ਟੈਲੀਗ੍ਰਾਮ ਗਰੁੱਪ ਦੇ ਵਿੱਚ। ਤੁਸੀਂ ਦਸਮ ਗ੍ਰੰਥ ਪੜ੍ਹਿਆ? ਪਲੀਜ਼ ਰਿਪਲਾਈ ਕਰਿਓ ਮੇਰੇ ਕਮੈਂਟ ਦਾ। ਦਸਮ ਗ੍ਰੰਥ ਵੀਰੇ ਮੈਂ ਪੜ੍ਹਿਆ ਨਹੀਂ ਹੈਗਾ। ਜੱਥਾ ਦ੍ਰਿਸ਼ਟੀ ਦਾ ਤਥਾ ਦ੍ਰਿਸ਼ਟੀ। ਬਾਈ ਤੁਹਾਡੇ YouTube ਚੈਨਲ ਦਾ ਨਾਮ ਕੀ ਹੈ? ਵੀਰੇ ਇਟਸ ਮੀ ਜ਼ਾਲਿਮ, ਸੇਮ ਹੀ ਨਾਮ ਆ ਟਿਕਟੋਕ ਵਾਲੇ ਦੇ ਨਾਲ ਦਾ। ਯੂ ਕੈਨ ਮੇਰੀ ਫੋਲੋ ਵਾਲੇ ਬਟਨ ਦੇ ਨਾਲ YouTube ਦਾ ਲਿੰਕ ਹੈਗਾ, ਸੋ ਯੂ ਕੈਨ ਜਸਟ ਵਨ ਕਲਿੱਕ ਅਵੇ ਫਰੋਮ ਮਾਈ YouTube ਚੈਨਲ। ਪੋਡਕਾਸਟ ਆ ਰਿਹਾ ਵਾ, ਯੂ ਨੋ ਸ਼ੂਟ ਕੀਤਾ ਸੀ ਮੈਂ ਐਪੀਸੋਡ, ਮੈਨੂੰ ਵਧੀਆ ਨਹੀਂ ਲੱਗਿਆ, ਮੈਂ ਡਿਲੀਟ ਕਰਤਾ। ਹੁਣ ਦੁਬਾਰਾ ਸ਼ੂਟ ਕਰਨਾ ਵਾ, ਸੋ ਆਈਲ ਸ਼ੂਟ ਇਟ ਪ੍ਰੋਬਬਲੀ ਨੈਕਸਟ ਵੀਕ। ਐਨੀ ਥਾਟ ਔਨ ਮੈਟਾਵਰਸ? ਵੀਰੇ ਮੈਟਾਵਰਸ 'ਤੇ ਆਈ ਥਿੰਕ ਕੱਲ੍ਹ ਪਰਸੋਂ ਗੱਲ ਕਰ ਰਹੇ ਸੀ, ਆਈ ਵਾਸ ਟੋਕਿੰਗ ਅਬਾਊਟ ਮੈਟਾਵਰਸ, ਕਿ ਮੈਟਾਵਰਸ ਨੇ ਕਿੱਦਾਂ ਦੁਨੀਆ ਚੇਂਜ ਕਰ ਦੇਣੀ ਹੈ। ਮੈਟਾਵਰਸ 'ਤੇ ਭਾਬੀਆਂ ਸ਼ਟਰਾਂ ਸ਼ੁਟਰਾਂ ਵਾਲੇ ਇਹ ਸਾਰੇ ਕੁਛ ਨਹੀਂ ਹੋਇਆ ਕਰਨਾ ਹੈਗਾ, ਬਿਕੋਜ਼ ਮੈਟਾਵਰਸ ਨੇ ਇੱਕ ਟੈਕਨੀਕਲ ਰੈਵੋਲੂਸ਼ਨ ਲੈ ਕੇ ਆਉਣੀ ਆ। ਠੀਕ ਹੈ, ਤੁਹਾਡੀ ਕ੍ਰੀਏਟੀਵਿਟੀ ਨੈਕਸਟ ਲੈਵਲ ਹੋ ਜਾਣੀ ਹੈ, ਬਿਕੋਜ਼ ਯੂ ਵਿਲ ਐਂਟਰ ਅ 3 ਡਾਇਮੈਂਸ਼ਨਲ ਵਰਚੁਅਲ ਵਰਲਡ। ਉਹਦੇ ਵਿੱਚ ਤੁਸੀਂ ਭਾਬੀ ਕੱਛੇ ਕੁੱਛੇ ਪਾ ਕੇ ਡਾਂਸ ਨਹੀਂ ਕਰ ਸਕੂਗੀ, ਤੁਹਾਨੂੰ ਟੈਕਨੀਕਲੀ ਐਡਵਾਂਸ ਹੋਣਾ ਪੈਣਾ ਜੇ ਤੁਸੀਂ ਮੈਟਾਵਰਸ ਦੇ ਵਿੱਚ ਰਹਿਣਾ ਚਾਹੁੰਦੇ ਹੋ, ਯੂ ਨੋ। ਸੋ ਦੈਟ ਵਿਲ change the whole, will be interesting to see, explain more please। ਭਾਜੀ ਕਈ ਬੁੱਕਸ ਓਪਨ ਨਹੀਂ ਹੁੰਦੀਆਂ ਟੈਲੀਗ੍ਰਾਮ ਤੇ। ਓਕੇ, ਆਈ ਥਿੰਕ ਮੈਨੂੰ ਪਤਾ ਕੀ ਹੋਇਆ, ਆਈ ਥਿੰਕ ਉਹ ਬੁੱਕਸ ਪ੍ਰੋਪਰਲੀ ਅਪਲੋਡ ਨਹੀਂ ਹੋਈਆਂ ਹੋਣੀਆਂ। ਮੈਂ ਅੱਜ ਚੈੱਕ ਕਰਕੇ ਫਿਰ ਦੱਸ ਦਿੰਦਾ, ਅੱਜ ਚੈੱਕ ਕਰਕੇ ਆਲ ਮੇਕ ਸ਼ੋਰ ਕਿ ਸਾਰੀਆਂ ਹੋ ਜਾਣ। ਪਲੀਜ਼ ਦਸਮ ਗ੍ਰੰਥ ਰੀਡ ਕਰਕੇ ਦੱਸਿਓ। ਯਾਰ ਵੀਰੇ ਐਕਚੁਅਲੀ ਚੱਕਰ ਪਤਾ ਕੀ ਆ, ਮੇਰੇ ਕੋਲੇ ਨਾ ਟਾਈਮ, ਕਿਉਂਕਿ ਕੰਮ ਵੀ ਕਰਨਾ ਹੁੰਦਾ, ਫਿਰ ਜ਼ਿੰਦਗੀ 'ਚ ਹੋਰ ਵੀ ਉਲਝੇਵੇਂ ਹੁੰਦੇ ਆ, ਸੋ ਇੰਨਾ ਟਾਈਮ ਨਹੀਂ ਮਿਲਦਾ। ਮੈਂ ਪੜ੍ਹਨਾ ਚਾਹੁੰਦਾ ਵਾਂ, ਅਤੇ ਮੈਂ ਪੜ੍ਹਨਾ ਚਾਹੁੰਦਾ ਵਾਂ, ਬਟ ਦ ਥਿੰਗ ਇਜ਼ ਕਿ ਮੇਰੇ ਕੋਲ ਵਕਤ ਨਹੀਂ ਹੈਗਾ। ਅਤੇ ਹੋਰ ਬੁੱਕਸ ਕਾਫੀ ਪੜ੍ਹ ਰਿਹਾ, ਜਿਵੇਂ ਪੋਡਕਾਸਟ ਵਾਸਤੇ ਨਾ 4-5 ਕਿਤਾਬਾਂ ਪੜ੍ਹ ਰਿਹਾ ਸੀਗਾ, ਅਤੇ ਇਸੇ ਕਰਕੇ ਵੀਰੇ ਰਿਚ ਡੈਡ ਐਂਡ ਪੂਅਰ ਡੈਡ ਆ ਨਾ, ਉਹ ਲਿੰਕ ਹੈ, ਉਹ PDF ਨਹੀਂ ਹੈਗਾ। ਸੋ ਉਹ ਲਿੰਕ ਤੁਹਾਨੂੰ ਵੈਬਸਾਈਟ 'ਤੇ ਲੈ ਕੇ ਜਾਊਗਾ, ਉਹ ਉੱਥੋਂ ਤੁਸੀਂ ਉਹ ਡਾਊਨਲੋਡ ਕਰਨੀ ਆ ਉਹ ਵੈਬਸਾਈਟ ਤੋਂ। ਸੋ ਯੂ ਹੈਵ ਟੂ ਡਾਊਨਲੋਡ ਇਟ ਫਰੋਮ ਦਾ ਵੈਬਸਾਈਟ ਰਿਚ ਡੈਡ ਐਂਡ ਪੂਅਰ ਡੈਡ। ਹਾਂਜੀ, ਇਹ ਤੁਹਾਨੂੰ ਉੱਥੋਂ ਡਾਊਨਲੋਡ ਕਰਨੀ ਪੈਣੀ ਹੈ। ਐਂਡ ਟਰਾਈ ਟੂ ਰੀਡ ਇਨ ਇੰਗਲਿਸ਼, ਪੰਜਾਬੀ 'ਚ ਰੀਡ ਨਾ ਕਰਿਓ, ਤੁਹਾਨੂੰ ਪੰਜਾਬੀ ਦੇ ਵਿੱਚ ਉਹਨੇ ਉਨੀ ਸੈਂਸ ਨਹੀਂ ਬਣਾਉਣੀ ਜਿੰਨੀ ਇੰਗਲਿਸ਼ ਦੇ ਵਿੱਚ ਬਣਾਉਗੀ। ਸੋ ਟਰਾਈ ਟੂ ਰੀਡ ਦੈਟ। ਭਾਬੀ ਨੇ 3D ਵੀਡੀਓ ਨਹੀਂ ਵੀਰੋ, ਭਾਬੀ ਪਾ ਨਹੀਂ ਸਕੂਗੀ, ਬਿਕੋਜ਼ ਟੈਕਨੀਕਲੀ ਬਹੁਤ ਚੀਜ਼ਾਂ ਹੋ ਜਾਣੀਆਂ ਨਾ ਤੁਹਾਡੇ। ਜਿਵੇਂ ਹੁਣ ਸਪੋਜ਼ ਕਰੋ, ਜੇ ਮੈਟਾਵਰਸ ਦੇ ਵਿੱਚ ਕਿਸੇ ਨੇ ਸਟਾਰ ਟਰੈਕ ਦਾ ਵਰਲਡ ਕ੍ਰੀਏਟ ਕਰਤਾ ਜਾਂ ਸਟਾਰ ਵੋਰ ਦਾ ਵਰਲਡ ਕ੍ਰੀਏਟ ਕਰਤਾ, ਹੁਣ ਭਾਬੀ ਕੱਛਾ ਪਾ ਕੇ ਲਾਈਟ ਸੇਵਰ ਨਾਲ ਥੋੜ੍ਹੀ ਨੱਚਣ ਲੱਗੂਗੀ, ਯੂ ਨੋ। ਗੱਲ ਸਮਝਣ ਦੀ ਕੋਸ਼ਿਸ਼ ਕਰੋ। ਓਕੇ, ਆਈ ਹੈਵ ਕਿੰਡਲ। ਵੀਰੇ ਕਿੰਡਲ 'ਤੇ ਵੀ ਤੁਸੀਂ ਕਰ ਸਕਦੇ ਹੋ, YouTube 'ਤੇ ਜਾਓ ਅਤੇ ਤੁਸੀਂ, ਬੜਾ ਸੌਖਾ ਜਿਹਾ ਕੰਮ ਆ ਉਹ ਤਾਂ। ਠੀਕ ਹੈ, ਕਿੰਡਲ ਦੇ ਵਿੱਚ ਕਿਤਾਬਾਂ ਪਾਉਣ ਵਾਲਾ ਮੈਨੂੰ ਵੀ ਪਤਾ ਨਹੀਂ ਸੀਗਾ। ਮੈਂ 2 seconds ਲੱਗੇ ਮੈਨੂੰ ਜਸਟ ਟੂ ਸੀ ਕਿ ਕਨਵਰਟ ਕਰਨੀ ਹੈ ਅਤੇ ਯੂ ਨੋ ਕਿੰਡਲ ਦੇ ਵਿੱਚ ਬੁੱਕ ਪੈ ਜੂਗੀ। ਸੋ ਪਲੀਜ਼ ਗੋ ਐਂਡ ਯੂ ਨੋ। ਜ਼ਾਲਿਮ ਕਿਉਂ ਰੱਖਿਆ ਵੀਰ? ਜ਼ਾਲਿਮ ਵੀ ਦੱਸਾਂਗੇ ਯਾਰ, ਕੋਈ ਨਾ, ਵਕਤ ਆਉਣ 'ਤੇ ਦੱਸਾਂਗੇ। ਤੁਸੀਂ ਇੱਕ ਦਿਨ ਵਿੱਚ ਕਿੰਨੇ ਪੱਦ ਮਾਰਦੇ ਹੋ? ਯਾਰ ਇੱਕ ਦਿਨ ਵਿੱਚ ਆਈ ਡੋਂਟ ਫਾਟ ਐਂਡ ਕਾਊਂਟ। Sorry, commenting again. Can you please provide more details about Telegram for the first time users? ਦੇਖੋ ਜੀ, ਟੈਲੀਗ੍ਰਾਮ ਇੱਕ WhatsApp ਦੀ ਤਰ੍ਹਾਂ
ਐਪ ਹੈ ਬਟ ਥੋੜ੍ਹੀ ਅਪਗ੍ਰੇਡ ਹੈ, ਜਿਹਦੇ ਵਿੱਚ ਤੁਸੀਂ ਚੈਨਲ ਕ੍ਰੀਏਟ ਕਰ ਸਕਦੇ ਹੋ ਐਂਡ ਤੁਸੀਂ ਮਲਟੀਪਲ ਬੰਦਿਆਂ ਨਾਲ ਇੱਕ ਟਾਈਮ 'ਤੇ ਗੱਲ ਕਰ ਸਕਦੇ ਹੋ। ਸੋ ਮੇਰੇ ਟੈਲੀਗ੍ਰਾਮ ਦਾ ਜਿਹੜਾ ਲਿੰਕ ਹੈ ਉਹ ਬਾਇਓ 'ਚ ਦਿੱਤਾ ਹੋਇਆ ਵਾ। ਸੋ ਯੂ ਡਾਊਨਲੋਡ ਟੈਲੀਗ੍ਰਾਮ, ਇੱਕ ਐਪ ਹੈ, ਉਹ ਐਪ ਡਾਊਨਲੋਡ ਕਰਕੇ ਫਿਰ ਤੁਸੀਂ ਉੱਥੋਂ ਮੇਰਾ ਟੈਲੀਗ੍ਰਾਮ ਦਾ ਚੈਨਲ ਫੋਲੋ ਕਰ ਸਕਦੇ ਹੋ। ਉਹਦੇ 'ਤੇ ਮੈਂ ਬੁੱਕਸ ਵਗੈਰਾ ਪਾਉਂਦਾ ਰਹਿੰਦਾ ਵਾਂ, ਉਹਦੇ 'ਤੇ ਮੈਂ PDF ਸ਼ੇਅਰ ਕਰਦਾ, ਬੁੱਕਸ ਦੇ ਲਿੰਕ ਸ਼ੇਅਰ ਕਰਦਾ ਵਾਂ। ਪਲੱਸ ਕਈ ਵਾਰੀ ਕੋਈ ਗੱਲ ਹੁੰਦੀ ਹੈ ਜਦੋਂ ਮੈਂ ਕਰਨੀ ਹੋਵੇ ਵਿਊਅਰਸ ਦੇ ਨਾਲ, ਤਾਂ ਲਾਈਵ ਆ ਕੇ ਜਿਹੜੇ ਮੈਨੂੰ ਪ੍ਰੋਪਰ ਪੱਕੇ ਫੋਲੋ ਕਰਦੇ ਆ ਵੈਬ 'ਤੇ, ਅਤੇ ਉਹਨਾਂ ਨਾਲ ਮੇਰਾ ਵਧੀਆ ਮਤਲਬ ਮੈਂ ਇੱਕ ਮੈਸੇਜ ਦੇ ਵਿੱਚ ਆਈ ਕੈਨ ਟਾਕ ਟੂ 5000 ਪੀਪਲ ਅਤੇ ਉਹਦੇ 'ਤੇ ਮੈਂ ਗੱਲਬਾਤ ਕਰਦਾ ਰਹਿੰਦਾ ਹੁੰਦਾ। ਜਿਵੇਂ ਅੱਜ ਲਾਈਵ ਹੋਣਾ ਸੀਗਾ, ਦੱਸਤਾ ਜੀ ਕਿ 2 ਵਜੇ ਲਾਈਵ ਹੋਣਾ ਵਾ, ਬੁੱਕਸ ਪਾਤੀਆਂ ਉੱਤੇ, ਇਹ ਸਾਰਾ ਕੁਛ ਹੁੰਦਾ। ਹੋਲ ਮੋਲ ਕੀ ਵਰਮ ਹੋਲ ਲਿਖਿਆ ਵਾ, ਕੀ ਲਿਖਿਆ ਵਾ ਵਰਮ ਹੋਲ ਬਾਰੇ? ਵਰਮ ਹੋਲ ਇਟਸ ਅ ਕੰਸੈਪਚੁਅਲ concept, ਇਹ ਥਿਓਰੈਟੀਕਲ concept ਹੈ, not conceptual concept. Conceptual concept will be wrong. ਇਹ ਇੱਕ theoretical concept ਆ wormhole, right? So basically space and time bend and you can go from one end to other and in no time. So wormhole is theoretical concept as per as I know. What does its means all mean bro? ਇਹ ਵੀ ਦੱਸ ਦਾਂਗੇ ਕਿਸੇ ਦਿਨ। I heard metaverse related thing is already creating problem for parenting, for upbringing, for children. Yes, ਤੁਹਾਡਾ ਡੋਪਾਮੀਨ ਜਿਹੜਾ ਹੈਗਾ ਨਾ, what is your opinion? ਦੇਖੋ ਯਾਰ, ਟੈਕਨੋਲੋਜੀ ਇਜ਼ ਲਾਈਕ ਅ two-edged sword, ਠੀਕ ਹੈ, ਦੋ ਧਾਰੀ ਤਲਵਾਰ ਹੁੰਦੀ ਹੈ। ਜਿਵੇਂ ਕਿ ਹੁਣ ਟਿਕਟੋਕ 'ਤੇ ਜਿਵੇਂ ਮੈਂ ਇੱਥੇ ਨੰਗਾ ਹੋ ਕੇ ਨੱਚਣ ਲੱਗ ਜਾਂ, ਹੈ ਨਾ, ਮੇਰੇ ਕੋਲ ਉਹ ਵੀ ਆਪਸ਼ਨ ਹੈਗੀ ਹੈ। ਮੈਂ ਇੱਥੇ ਚੱਜ ਦੀਆਂ ਗੱਲਾਂ ਵੀ ਕਰ ਸਕਦਾ, ਸੋ ਮੇਰੇ ਕੋਲ ਉਹ ਵੀ ਆਪਸ਼ਨ ਹੈਗੀ ਹੈ, ਠੀਕ ਹੈ। ਸੋ ਇਟ ਇਜ਼ ਅਬਾਊਟ ਪਿਕ ਐਂਡ ਚੂਜ਼ ਕਿ ਤੁਸੀਂ ਕਰਨਾ ਕੀ ਹੈ, ਇਹਦਾ ਯੂਜ਼ ਕਾਹਦੇ ਵਾਸਤੇ ਕਰਨਾ ਵਾ। ਆਮ ਪ੍ਰੀਟੀ ਸ਼ੋਰ ਯੂ ਡੋਂਟ ਵਾਂਟ ਟੂ ਸੀ ਮੀ ਨੇਕਡ, ਯੂ ਵਾਂਟ ਮੀ ਟੂ ਟਾਕ ਅਬਾਊਟ ਏਲੀਅਨ, ਸਾਇੰਸ, ਬੁੱਕਸ, ਰਾਈਟ। ਸੋ ਉੱਦਾਂ ਹੀ ਮੈਟਾਵਰਸ 'ਤੇ ਆਉਂਦਾ ਵਾ ਕਿ ਮੈਟਾਵਰਸ ਤੋਂ ਤੁਸੀਂ ਕਰਦੇ ਕੀ ਹੋ, ਵਟ ਡੂ ਯੂ ਡੂ, ਰਾਈਟ। ਸੋ ਆਲ ਦੈਟ ਡਿਪੈਂਡਸ ਅਪੋਨ ਕਿ ਤੁਹਾਡੀ ਜਿਹੜੀ ਵਟ ਡੂ ਯੂ ਡੂ ਵਿਦ ਇਟ। ਸੋ ਉਹ ਚੀਜ਼ ਬੜੀ ਮੈਟਰ ਕਰਦੀ ਹੈ। ਵਾਈਟ ਹੋਲ ਬਾਰੇ ਦੱਸੋ ਵੀ, ਦੱਸ। ਵਾਈਟ ਹੋਲ ਵੀ ਵੀਰੇ, ਆਪਾਂ ਵਾਈਟ ਹੋਲ, ਵਟ ਇਜ਼ ਵਾਈਟ ਹੋਲ? ਵਾਈਟ ਹੋਲ ਜਿਹੜਾ ਜਿਵੇਂ ਬਲੈਕ ਹੋਲ ਸਾਰਾ ਕੁਛ ਆਪਣੇ ਕੰਨੀ ਖਿੱਚਦਾ ਵਾ, ਵਾਈਟ ਹੋਲ ਜਿਹੜਾ ਪੁਸ਼ ਕਰਦਾ ਵਾ, ਲਾਈਕ ਇਟ ਸਪਿਊਜ਼ ਆਊਟ ਮੈਟਰ, ਰਾਈਟ। ਜਿਵੇਂ ਮੈਟਰ ਨੂੰ ਥੁੱਕ ਰਿਹਾ ਵਾ, ਠੀਕ ਹੈ। ਬਲੈਕ ਹੋਲ ਮੈਟਰ ਨੂੰ ਕੰਜ਼ਿਊਮ ਕਰਦਾ, ਵਾਈਟ ਹੋਲ ਮੈਟਰ ਨੂੰ ਲਾਈਕ ਆਊਟਸਾਈਡ ਪੁਸ਼ ਕਰਦਾ। ਅਸੀਂ ਤਾਂ ਬਲੈਕ ਹੋਲ ਬਾਰੇ ਸਾਨੂੰ ਚੰਗੀ ਤਰ੍ਹਾਂ ਪਤਾ ਨਹੀਂ ਹੈਗਾ। ਸੋ ਵਾਈਟ ਹੋਲ ਦੀ ਕਿੱਥੇ ਗੱਲ ਕਰਦੇ ਹਾਂ। ਮੈਂ ਟੈਲੀਗ੍ਰਾਮ ਡਾਊਨਲੋਡ ਕਰਿਆ ਸੀ ਪਰ ਇਹ ਤਾਂ ਵਟਸਐਪ ਵਾਂਗ ਸੀ, ਫੋਲੋ ਕਿੱਦਾਂ ਕਰ ਸਕਦੇ ਆ, ਮੇਰੇ ਕੋਲੋਂ ਨਹੀਂ ਹੋਇਆ ਵੀਰੇ। ਉਹਦੇ ਵਿੱਚ ਨਾ, ਜਿੱਥੇ ਤੁਸੀਂ ਮੇਰੀ ਬਾਇਓ 'ਚ ਜਾਓ, ਉਹ 'ਤੇ ਕਲਿੱਕ ਕਰੋ, ਜੇ ਤੁਹਾਡੇ ਕੋਲ ਟੈਲੀਗ੍ਰਾਮ ਹੈਗਾ ਵਾ, ਇਟ ਵਿਲ ਟੇਕ ਯੂ ਦੇਅਰ, ਇਟ ਇਜ਼ ਵੈਰੀ ਸਿੰਪਲ। ਵਟ ਡੂ ਯੂ ਥਿੰਕ ਅਬਾਊਟ ਕ੍ਰਿਪਟੋ ਕਰੰਸੀ ਐਂਡ ਬਲੋਕਚੇਨ? ਭਾਜੀ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ। ਲੋਕ ਪਤਾ ਕੀ, ਪੰਜਾਬੀ ਨਾ, ਪਤਾ ਮੈਨੂੰ ਇੱਦਾਂ ਲੱਗਦਾ ਕਿ ਆਵਰ ਪੀਪਲ, ਜਦੋਂ ਆਪਾਂ ਨੂੰ ਕੋਈ ਚੀਜ਼ ਮਿਲਦੀ ਹੈ, ਹੈ ਨਾ, ਤਾਂ ਜਿਵੇਂ ਗਧੇ ਨੂੰ ਖੇਤ 'ਚ ਛੱਡ ਦਿੰਦੇ ਆ, ਠੀਕ ਹੈ, ਉਹ ਕੰਮ ਆ। ਜਿਵੇਂ ਗਧਾ ਖੇਤ 'ਚ ਛੱਡਿਆ ਵਾ, ਉਹ ਆ ਪੰਜਾਬੀਆਂ ਦਾ ਨਾ ਚੀਜ਼ਾਂ ਦੇ ਨਾਲ ਉਹ ਕੰਮ ਹੈ, ਦੇ ਰੂਇਨ ਦੈਟ, ਠੀਕ ਹੈ। ਕ੍ਰਿਪਟੋ ਦੇ ਵਿੱਚ ਵੀ ਕੀ ਆ ਕਿ ਕ੍ਰਿਪਟੋ ਇਜ਼ ਨਾਟ ਅਬਾਊਟ ਮੇਕਿੰਗ ਮਨੀ, ਕ੍ਰਿਪਟੋ ਇਜ਼ ਅਬਾਊਟ ਚੇਂਜਿੰਗ ਦਾ ਟੈਕਨੋਲੋਜੀ, ਅਤੇ ਉਹ ਟੈਕਨੋਲੋਜੀ ਚੇਂਜ ਦੇ ਨਾਲ ਤੁਸੀਂ ਉਹਨੂੰ ਕੈਪੀਟਲਾਈਜ਼ ਕਰ ਸਕਦੇ ਹੋ। ਲੋਕ ਇਹ ਸੋਚ ਰਿਹਾ ਕਿ ਸ਼ਾਇਦ, ਹੈ ਨਾ, ਵੀ ਸ਼ਾਇਦ ਇਹ ਪੈਸੇ ਬਣਾਉਣ ਦੀ ਕੋਈ ਸਕੀਮ ਹੈ। ਸੋ 99.99% ਜਿਹੜੀ ਕ੍ਰਿਪਟੋ ਆ, ਇਟ ਇਜ਼ ਫੇਕ, ਠੀਕ ਹੈ। ਇਹ ਸਕੈਮ ਹੈ। ਲੋਕਾਂ ਨੂੰ ਇਹ ਗੱਲ ਪਤਾ ਨਹੀਂ, ਕਾਹਤੇ ਸਮਝ ਨਹੀਂ ਆ ਰਹੀ ਹੈਗੀ, ਠੀਕ ਹੈ। ਤੁਸੀਂ ਇਹ ਦੇਖੋ, ਜਿਹੜੇ ਟੌਪ ਦੇ 100 ਕੁਆਇਨ ਨੇਗੇ, ਉਹਨਾਂ ਨੂੰ ਕੋਈ ਪ੍ਰਮੋਟ ਨਹੀਂ ਕਰਦਾ। ਕਿਉਂ? ਕਿਉਂਕਿ ਉਹਨਾਂ ਦੀ ਪ੍ਰਮੋਸ਼ਨ 'ਤੇ ਲੋਕ ਮਾਰਕੀਟਿੰਗ 'ਤੇ ਪੈਸਾ ਨਹੀਂ ਖਰਚ ਕਰਦੇ, ਉਹ ਪ੍ਰੋਡਕਟ 'ਤੇ ਪੈਸਾ ਖਰਚ ਕਰਦੇ ਆ, ਸਰਵਿਸ 'ਤੇ ਪੈਸਾ ਖਰਚ ਕਰਦੇ ਆ, ਠੀਕ ਹੈ। ਜਿਵੇਂ ਮੈਂ crypto.com ਦਾ ਜਿਹੜਾ ਕੁਆਇਨ ਸੀਗਾ 15 ਸੈਂਟ 'ਤੇ ਲੱਤਾ ਸੀਗਾ, ਅੱਜ ਉਹਦਾ ਬਰੋ, ਜਦੋਂ ਮੈਂ ਲਾਸਟ ਟਾਈਮ ਚੈੱਕ ਕੀਤਾ ਸੀ, 83 ਸੈਂਟ ਹੋਇਆ ਸੀ ਪ੍ਰਾਈਸ, ਠੀਕ ਹੈ। ਹੁਣ crypto.com ਦਾ ਕੁਆਇਨ ਤੁਹਾਨੂੰ ਕੋਈ ਨਹੀਂ ਕਹੂਗਾ ਲੈ ਲਓ, ਕਿਉਂ? ਕਿਉਂਕਿ ਉਹ ਪੇਡ ਪ੍ਰਮੋਸ਼ਨਾਂ ਨਹੀਂ ਕਰਾਉਂਦੇ, ਉਹ ਸਕੈਮ ਨਹੀਂ। ਉਹਨਾਂ ਨੂੰ ਪਤਾ ਹੈ
ਕਿ ਜੀ ਅਸੀਂ ਆਪਣਾ ਕੰਮ ਕਰੀ ਜਾਣਾ ਵਾ, ਸਾਡਾ ਇੱਕ ਦਿਨ ਅਸੀਂ ਜਿਹੜੀ ਸਾਡੀ ਵੈਲੂਏਸ਼ਨ ਹੈਗੀ ਆ ਅਸੀਂ ਉੱਥੇ ਪਹੁੰਚ ਜਾਣਾ ਵਾ। OMAX ਇਜ਼ ਕ੍ਰਿਪਟੋ। ਉਹ ਯਾਰ ਕਿਹੜੀ ਗੱਲਾਂ 'ਚ ਪਈ ਹੋ। ਆਈ ਨੋ ਬ੍ਰੋ ਯੂ ਰੀਡ ਮਾਈ ਕੌਮੈਂਟ ਵਾਈ ਯੂ ਇਗਨੋਰ ਮੀ। ਵੀਰੇ ਕਰ ਰਹੇ ਹਾਂ, ਜਿੰਨੇ ਹੁਣ ਲੋਕੀ ਬਹੁਤ ਕੌਮੈਂਟ ਕਰ ਰਹੇ ਹੋ, ਠੀਕ ਹੈ। ਸੋ ਆਮ ਟਰਾਈਂਗ ਟੂ ਡੂ ਬੈਸਟ। ਭਾਜੀ ਕਿਵੇਂ ਹੋ? ਇੰਦਰ ਵਧੀਆ ਵੀਰੇ। ਓਸ਼ੋ ਤੇ ਸਾਧੂ ਗੁਰੂ ਵਿੱਚ ਕੀ ਡਿਫਰੈਂਸ ਦੇਖਦੇ ਹੋ? ਕਾਫੀ ਡਿਫਰੈਂਸ ਹੈ। ਆਈ ਥਿੰਕ ਓਸ਼ੋ ਜਿਵੇਂ ਸਾਧੂ ਗੁਰੂ ਇਜ਼ very pro-Hindu, right? I think Osho was not pro-Hindu. Osho was trying to have his own philosophy from Sikh, Muslim, Hindu, ਸਾਰਿਆਂ ਤੋਂ ਲੈ ਕੇ ਉਹ ਆਪਣੀ philosophy create ਕਰ ਰਿਹਾ ਸੀ ਲਾਈਫ ਦੀ, ਜਿਹੜੀ ਕਿ ਸਾਰਿਆਂ ਤੇ ਕੰਮ ਕਰੇ, ਹਰ ਕਿਸੇ ਦੇ ਇਨਸਾਨ ਤੇ ਕੰਮ ਕਰੇ। I think Sadhu Guru is very pro-Hindu. I think that's what I can say. But Sadhu Guru same, he knows about every religion, right? I think ਉਹਨੂੰ ਸਾਰੇ religions ਦੀ ਬਹੁਤ ਵਧੀਆ knowledge ਹੈ। ਕੱਲ ਮੈਂ ਭੁੱਲ ਗਿਆ ਸੀ ਵੀਰੇ, ਲਿੰਕ ਬਾਇਓ ਦੇ ਵਿੱਚ ਹੈਗਾ ਵਾ, ਜ਼ਾਲਮ ਟਾਕਸ ਕਰਕੇ ਚੈਨਲ ਹੈਗਾ ਵਾ, ਐਂਡ ਇਟਸ ਲਿੰਕ ਬਾਇਓ 'ਚ ਹੈਗਾ, ਸੋ ਤੁਸੀਂ ਉੱਥੋਂ ਜਾ ਕੇ ਕਰ ਸਕਦੇ ਹੋ। ਸੋ ਯਾ ਆਈ ਥਿੰਕ ਮੈਨੂੰ ਇਹ ਲੱਗਦਾ ਕਿ ਦੈਟਸ ਮਾਈ ਓਬਜ਼ਰਵੇਸ਼ਨ ਫਰੋਮ ਸਾਧੂ ਗੁਰੂ ਐਂਡ ਓਸ਼ੋ। ਦੇਰ ਇਜ਼ ਨਥਿੰਗ ਰੋਂਗ ਵਿਦ ਬੋਥ ਆਫ ਦੈਮ, ਠੀਕ ਹੈ। ਈਵਨ ਦੇਖੋ ਤੁਸੀਂ ਕੋਈ ਬੰਦਾ 100% ਕਦੇ ਵੀ ਸਹੀ ਨਹੀਂ ਹੁੰਦਾ। 100% ਜਦੋਂ ਕੋਈ ਬੰਦਾ ਸਹੀ ਹੋਊਗਾ ਤਾਂ ਉਹ ਝੂਠ ਬੋਲ ਰਿਹਾ ਵਾ। ਟੈਲੀਗ੍ਰਾਮ ਵਾਲਾ ਹੀ ਵੀਰੇ ਲਿੰਕ ਬਾਇਓ ਦੇ ਵਿੱਚ ਹੈਗਾ ਵਾ। ਚੈਨਲ ਦਾ ਨਾਂ ਆਈ ਥਿੰਕ ਜ਼ਾਲਿਮ ਟਾਕਸ, ਇਫ ਆਮ ਨੋਟ ਰੋਂਗ। ਇਟਸ ਮੀ ਜ਼ਾਲਿਮ ਹੋਣਾ ਜਾਂ ਜ਼ਾਲਿਮ ਟਾਕਸ ਹੋਣਾ। ਸੋ ਕੋਈ ਵੀ ਬੰਦਾ 100% ਰਾਈਟ ਨਹੀਂ ਹੁੰਦਾ। ਜਦੋਂ ਕੋਈ ਬੰਦਾ 100% ਰਾਈਟ ਲੱਗਦਾ ਤੁਹਾਨੂੰ ਤਾਂ ਉਹ ਝੂਠ ਬੋਲ ਰਿਹਾ ਹੁੰਦਾ ਵਾ। ਸੇਮ ਥਿੰਗ ਗੋਜ਼ ਟੂ ਸਾਧੂ ਗੁਰੂ। ਸਾਧੂ ਗੁਰੂ 100% ਰਾਈਟ ਨਹੀਂ ਹੈਗਾ। ਹੀ ਕੈਨ ਬੀ ਰਾਈਟ ਅਪ ਟੂ ਆਈ ਡੋਂਟ ਨੋ ਵਟ ਐਵਰ ਹੀ ਸੇਜ਼। ਆਈ ਥਿੰਕ 20% ਉਹ ਇੱਦਾਂ ਹੀ ਬੋਲ ਜਾਂਦਾ ਵਾ। 80% ਆਫ ਦਾ ਟਾਈਮ ਹੀ ਡਜ਼ ਗੁੱਡ ਟਾਕਸ। ਐਂਡ ਸੇਮ ਗੋਜ਼ to Osho. Osho, 80% of the things he says, they do make sense, but 20% of the things don't make sense. Even more, like 60% or 70% maybe. Maybe shayad. So, and there is nothing wrong with that. As I said, you need to just, ਤੁਸੀਂ ਕਿਸੇ ਨੂੰ ਓਨਾ ਕੁ ਫੋਲੋ ਕਰੋ ਜਿੰਨਾ ਕੁ ਤੁਹਾਨੂੰ ਉਹ ਫਾਇਦਾ ਦੇ ਰਿਹਾ ਵਾ। ਤੁਹਾਨੂੰ ਸਕਿਮ ਕਰਨਾ ਸਿੱਖਣਾ ਪੈਣਾ ਵਾ ਕਿ ਯਾਰ ਵੀ ਆਹ ਬੰਦਾ ਕਿੰਨਾ ਕੁ ਸਹੀ ਹੈ, ਮੈਨੂੰ ਕਿੰਨਾ ਕੁ ਸੁਣਨਾ ਵਾ। ਜੇ ਤੁਸੀਂ ਕੋਈ ਕਹੋਗੇ ਇੱਕ ਬੰਦਾ 100% ਸਹੀ ਹੈ, ਉਹ ਮੂਰਖਤਾ ਹੋ ਜਾਂਦੀ ਹੈ, ਠੀਕ ਹੈ। ਸੋ ਯੂ ਨੀਡ ਟੂ ਲਰਨ। ਤੁਹਾਨੂੰ ਸਿੱਖਣਾ ਪੈਣਾ ਕਿ ਡੂ ਯੂ ਹੈਵ ਐਨੀ ਸਪਿਰਿਚੁਅਲ ਪ੍ਰੈਕਟਿਸ? Spiritual practice, not really. Like I do read a lot of spiritual things, and I do try to be as spiritual I can, but as far as experience, no. ਭਾਜੀ ਤੁਸੀਂ ਮੈਨੂੰ ਨਾਮ ਦੱਸ ਦਿਓ, ਮੈਂ ਸਰਚ ਕਰ ਲੈਣਾ। ਜ਼ਾਲਿਮ ਟਾਕਸ ਹੋਣਾ ਵੀਰੇ ਜਾਂ ਇਟਸ ਮੀ ਜ਼ਾਲਿਮ ਹੋਣਾ, ਦੋਨਾਂ ਚੋਂ ਇੱਕ ਹੋਣਾ ਵਾ। ਮੈਨੂੰ ਹੁਣ ਯਾਦ ਨਹੀਂ ਹੈਗਾ ਯਾਰ, ਮੈਂ ਲਿੰਕ ਪਾਤਾ ਸੀ, ਲਿੰਕ ਤੋਂ ਬਾਅਦ ਕਿਸੇ ਨੇ ਪੁੱਛਿਆ ਨਹੀਂ ਹੈਗਾ। Which anime you watch, bro? Yeah, these days I'm not watching anything particular. Cowboy Bebop, the live action Netflix ਨੇ ਕੱਲ ਮੈਂ ਦੇਖਿਆ ਸੀਗਾ, ਮੈਂ ਦੇਖ ਰਿਹਾ ਸੀ। It is okay, it is not too like ਠੀਕ ਹੈ। ਹਜੇ ਤਾਂ ਕੋਈ ਐਨੀਮੇ ਨਹੀਂ ਦੇਖ ਰਹੇ ਯਾਰ। ਡੀਮਨ ਸਲੇਅਰ ਵੀ ਹਜੇ ਚੱਲਿਆ ਨਹੀਂ ਹੈਗਾ। ਕਿੰਗਡਮ ਵਾਚ ਕਰ ਰਿਹਾ ਸੀ, ਉਹ ਵੀ ਖਤਮ ਹੋ ਗਿਆ। ਬਲੈਕ ਕਲੋਵਰ ਦੇਖਦਾ ਹੁੰਦਾ ਸੀਗਾ, ਉਹ ਵੀ ਨਹੀਂ ਹੋ ਗਿਆ। ਮਰਜ ਹੋਣਗੀਆਂ ਕਿ ਨਹੀਂ? ਗਲੈਕਸੀਜ਼ ਮਰਜ ਹੋ ਸਕਦੀਆਂ। ਗਲੈਕਸੀਜ਼ ਜੇ ਇੱਕ ਦੂਜੇ ਦੇ ਰਸਤੇ 'ਚ ਹੋਣਗੀਆਂ, ਗ੍ਰੈਵੀਟੇਸ਼ਨਲ ਪੁੱਲ ਆਸੇ ਪਾਸੇ ਹੋਣਗੀਆਂ, I don't particularly know ਕਿ ਦੋਨਾਂ ਦੀ what is the spatial arrangement, ਦੋਨੇ ਕਿੱਧਰ ਨੂੰ ਜਾ ਰਹੀਆਂ। ਜੇ ਤਾਂ ਆਪੋਜ਼ਿਟ ਜਾ ਰਹੀਆਂ ਇੱਕ ਦੂਜੇ ਤੋਂ ਫਿਰ ਤਾਂ ਕਦੇ ਹੋਣਗੀਆਂ ਨਹੀਂ, ਰਾਈਟ। ਬਟ ਜੇ ਇੱਕ ਡਾਇਰੈਕਸ਼ਨ 'ਚ ਜਾ ਰਹੀਆਂ ਵਾ, maybe they can depend on whole ਤੁਹਾਡੀ ਜੇ ਤੁਸੀਂ ਹਬਲ ਟੈਲੀਸਕੋਪ ਦੀਆਂ ਫੋਟੋਜ਼ ਦੇਖੋਗੇ ਤਾਂ ਉਹਦੇ ਵਿੱਚ ਕਾਫੀ ਜਿਹੜੀਆਂ ਫੋਟੋਜ਼ ਨਿੱਗੀਆਂ ਉਹ ਗਲੈਕਸੀਜ਼ ਦੇ ਮਰਜ ਹੋਣ ਦੀਆਂ, ਫਿਰ ਕਿੱਦਾਂ ਗ੍ਰੈਵਿਟੀ ਪੁੱਲ ਕਰਦੀ ਆ ਐਂਡ ਕਿੱਦਾਂ ਉਹ ਸੈਪਰੇਟ ਹੁੰਦੀਆਂ ਵਾ, ਉਹ ਸਾਰਾ ਕੁਛ ਉਹਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਦੇਖਿਆ ਹੋਇਆ। ਬਾਕੀ ਐਜ਼ ਪਰ ਐਂਡਰੋਮੇਡਾ ਐਂਡ ਮਿਲਕੀ ਵੇ, ਮੈਂ ਇਹਦੇ ਬਾਰੇ ਪਰਟੀਕੂਲਰਲੀ ਇਹ ਦੋ ਗਲੈਕਸੀਜ਼ ਬਾਰੇ ਨਹੀਂ ਪੜ੍ਹਿਆ, ਬਟ ਯੈਸ ਇਫ ਯੂ ਆਸਕ ਕੈਨ ਟੂ ਗਲੈਕਸੀਜ਼ ਮਿਕਸ, ਯੈਸ ਦੇ ਕੈਨ। ਬਰੋ ਕੋਈ ਵਧੀਆ ਮੂਵੀਜ਼ ਰਿਕਮੈਂਡ ਕਰ ਦਿਓ ਯਾਰ। ਜੈ ਭੀਮ ਦੇਖ ਲਓ, ਇਟਸ ਅ ਗੁੱਡ ਮੂਵੀ। ਮੈਂ ਫਿਲਮਾਂ ਹੁਣ ਬਹੁਤ ਘੱਟ ਕੀਤੀਆਂ ਹੋਈਆਂ ਵਾ, ਐਂਡ ਆਈ ਐਮ ਵਨ ਆਫ ਦੋਜ਼ ਪੀਪਲ
who watch movies over and over again. So मैं नवी फिल्म देखने की जगह मैं लॉर्ड ऑफ द रिंग्स दोबारा देख लूँगा, मैं हॉबिट दोबारा देख लूँगा, मैं मैट्रिक्स दोबारा देख लूँगा, मैं हैरी पॉटर दोबारा देख लूँगा, मैं पायरेट्स ऑफ कैरिबियन दोबारा देख लूँगा, है ना. आई एम वन ऑफ दोज पीपल कि मैं आई रैदर री वॉच मूवी देन वॉचिंग अ न्यू मूवी. एंड मैं करदा भी हाँ भाजी. डोंट यू थिंक रीड अबाउट और थिंक वट. Do you believe in practicing meditation? Yes, I do. 2 billion on the way to collide in about 2 billion years. Yeah, we don't need to worry about 2 billion years ago. We don't even need to worry about like 2 million years ago. We don't need to worry about 200,000 years ago. We don't need to worry about 2000 years ago. जय भीम कित्थों मिलेगी मूवी? जय भीम जय भीम जय भीम. यार मैं तो प्राइम वीडियो का मेरे को तो एक्सेस हैगा वा, सो मैं प्राइम वीडियो तो देखी सी, सो आई डोंट नो. बाकी आई कैन शेयर फ्यू वैबसाइट यार जितों मैं देखदा वां. जस्ट सेइंग दैट दे आर गोइंग टू मर्ज. हाँ जी भाजी दे आर. मैं एज पर आई सैड यू नो कि आई नो कि गलैक्सीज मर्ज होंदियां, ਉਹ मैं प्रोसैस पढ़िया होया कि मर्ज हो के किदां सैपरेट होंदियां वा, है ना. ਉਹ ਸਾਰਾ ਕੁਝ ਪੜਿਆ ਹੋਇਆ ਵਾ, ਬਟ ਆਹ ਨਹੀਂ ਪੜਿਆ ਹੋਇਆ ਕਿ ਮਿਲਕੀ ਵੇ ਤੇ ਐਂਡਰੋਮੇਡਾ ਮਰਜ ਹੋਣਗੀਆਂ ਕਿ ਨਹੀਂ. ਬਾਕੀ ਇਟਸ ਅ ਵੈਰੀ ਕੰਪਲੀਕੇਟਡ ਪ੍ਰੋਸੈਸ. ਦੇਖਣ ਨੂੰ ਬਹੁਤ ਸੌਖਾ ਜਿਹਾ ਲੱਗਦਾ ਬਟ ਵੈਰੀ ਕੰਪਲੀਕੇਟਡ ਪ੍ਰੋਸੈਸ. ਉਹਨੂੰ ਅੰਡਰਸਟੈਂਡ ਕਰਨਾ ਬੜਾ ਕੰਪਲੀਕੇਟਡ ਪ੍ਰੋਸੈਸ ਹੈ ਬਿਕੋਜ਼ ਗ੍ਰੈਵਿਟੇਸ਼ਨਲ ਪੁੱਲ ਯੂ ਨੋ ਇਟ ਪਲੇਜ਼ ਮੇਜਰ ਇਟਸ ਅ ਮੇਜਰ ਪਲੇਅਰ ਵੈਨ ਟੂ ਗਲੈਕਸੀਜ਼ ਕਲਾਈਡ ਐਂਡ ਯੂ ਨੋ ਦੇ ਮਰਜ ਐਂਡ ਉਹਨਾਂ ਦਾ ਸੈਪਰੇਸ਼ਨ ਕਿੱਦਾਂ ਹੋਣਾ ਵਾ. ਠੀਕ ਹੈ. ਸੋ ਬੜਾ ਕੰਪਲੀਕੇਟਡ ਪ੍ਰੋਸੈਸ ਹੁੰਦਾ ਵਾ. ਮੈਂ ਪੜ੍ਹ ਰਿਹਾ ਸੀ ਇਹਦੇ ਬਾਰੇ ਵੀ ਐਂਡ ਇਟ ਇਜ਼ ਕੁਆਇਟ ਕੰਪਲੀਕੇਟਡ ਪ੍ਰੋਸੈਸ. ਆਹ ਬੁੱਕ ਪੜ੍ਹ ਰਿਹਾ ਸੀਗਾ, ਫਰੈਡ ਹੋਇਲ ਦੀ ਕਿਤਾਬ ਹੈ, ਯੂ ਨੋ ਫਰੈਡ ਹੋਇਲ ਦੀ. ਫਰੈਡ ਹੋਇਲ ਜੇ ਤੁਹਾਨੂੰ ਪਤਾ ਹੋਵੇ ਤਾਂ ਇਹ ਪਹਿਲਾ ਸਾਇੰਟਿਸਟ ਸੀਗਾ. ਖੈਰ ਇਹਨੇ ਕਿਹਾ ਸੀ ਕਿ ਬਿਗ ਬੈਂਗ ਗਲਤ ਹੈ ਬਟ ਹੀ ਵਾਸ ਲੇਟਰ ਪ੍ਰੂਵਡ ਔਨ ਰੋਂਗ, ਸੋ ਦੈਟਸ ਅਨਦਰ ਥਿੰਗ. ਬਟ ਹੀ ਸੈਡ ਇਹਨੇ ਆਈਡੀਆ ਪ੍ਰਪੋਜ਼ ਕੀਤਾ ਸੀ ਕਿ ਐਟਮ ਕਿੱਦਾਂ ਬਣਦੇ ਆ, ਕਾਰਬਨ ਕਿੱਦਾਂ ਬਣਦੀ ਹੈ, ਯੂ ਨੋ ਹਾਊ ਡਜ਼ ਸਟਾਰਸ ਕ੍ਰੀਏਟ ਐਟਮਸ, ਯੂ ਨੋ ਐਲੀਮੈਂਟਸ ਕਿੱਦਾਂ ਕ੍ਰੀਏਟ ਕਰਦੇ ਆ. ਤਾਂ ਇਹਦੇ ਵਿੱਚ ਇਹ ਸਾਇੰਟਿਸਟ ਸੀ ਜਿਹਨੇ ਦੱਸਿਆ ਸੀਗਾ. ਸੋ ਦਿਸ ਇਜ਼ ਦ ਗਾਈ, ਯੂ ਨੋ. ਸੋ ਇਹ ਫਰੈਡ ਹੋਇਲ ਸੀਗਾ. ਇਹਨੂੰ ਆਈ ਥਿੰਕ ਇਹਨੂੰ ਅਵਾਰਡ ਵੂਡ ਵੀ ਮਿਲਿਆ ਸੀ ਬਾਅਦ ਦੇ ਵਿੱਚ ਕੋਈ. ਸੋ ਯਾ ਬਾਈ ਪ੍ਰਾਈਮ ਵੀਡੀਓ ਦਾ ਐਕਸੈਸ ਮਿਲ ਜਾਊ ਵੀਰੇ. ਕਿਹਨੂੰ ਐਕਸੈਸ ਦਊਂਗਾ ਹੁਣ, ਯੂ ਨੋ. ਸੋ ਕਿਹਨੂੰ ਐਕਸੈਸ ਦੇ ਸਕਦੇ ਆ, ਇੰਨਾ ਕੁ ਤਾਂ ਤੁਸੀਂ ਕਰ ਸਕਦੇ ਹੋ. ਨਿਊਟਰੋਨ ਸਟਾਰ ਯਾਰ. ਨਿਊਟਰੋਨ ਸਟਾਰ ਕੀ ਹੁੰਦਾ? ਨਿਊਟਰੋਨ ਸਟਾਰ ਲੈਟ ਮੀ ਰਿਮੈਂਬਰ. ਮੈਂ ਕੱਲ੍ਹ ਹੀ ਪੜ੍ਹ ਰਿਹਾ ਸੀ, ਇਹ ਕਿਤਾਬ ਦੇ ਵਿੱਚ ਐਕਸਪਲੇਨ ਕੀਤਾ ਹੋਇਆ ਵਾ ਕਿ ਸਟਾਰ ਕਿੰਨੇ ਤਰ੍ਹਾਂ ਦੇ ਹੁੰਦੇ ਆ. ਵਟ ਇਜ਼ ਬੈਟਰ ਫॉर ਇਨਵੈਸਟਿੰਗ, ਕ੍ਰਿਪਟੋ ਔਰ ਸਟਾਕ? ਬੋਥ. ਰਾਈਟ ਸਟਾਰਸ ਕ੍ਰੀਏਟ ਹੈਵੀਅਰ ਐਲੀਮੈਂਟ. ਯੈਸ. collision of stars create elements and collision of supernovas create heavy elements. ਖੈਰ ਇਹ ਕਿਤਾਬ 'ਚ ਲਿਖਿਆ ਹੋਇਆ ਵਾ. ਨਿਊਟਰੋਨ ਸਟਾਰ ਕੀ ਹੁੰਦਾ ਵਾ? ਨਿਊਟਰੋਨ ਸਟਾਰ ਸੁਖ ਭਾਜੀ ਦੱਸੋ ਨਿਊਟਰੋਨ ਸਟਾਰ ਕੀ ਹੁੰਦਾ? ਮੇਰੇ ਦਿਮਾਗ 'ਚ ਨਹੀਂ ਆ ਰਿਹਾ. ਆਈ ਥਿੰਕ ਨਿਊਟਰੋਨ ਸਟਾਰ ਹੁੰਦਾ ਯਾਰ ਕਿ ਜਦੋਂ ਕੋਈ ਹੈਵੀ ਸਟਾਰ ਮਰ ਜੇ, ਹੈ ਨਾ, ਐਂਡ ਇਟ ਕ੍ਰੀਏਟ ਸਮ ਸੌਰਟ ਆਫ ਨਾਟ ਬਲੈਕ ਹੋਲ ਬਟ ਐਨਰਜੀ ਡੈਂਸ ਏਰੀਆ. ਆਈ ਥਿੰਕ ਇਫ ਆਮ ਨਾਟ ਰੋਂਗ ਨਿਊਟਰੋਨ ਸਟਾਰ ਉਹਨੂੰ ਕਹਿੰਦੇ ਆ. not a death of the star but you know collision of something. I think maybe collision of core, ਕਿਉਂਕਿ ਕੋਰ ਦੇ ਵਿੱਚ ਜਿਹੜਾ ਟੈਂਪਰੇਚਰ ਹੁੰਦਾ ਸਟਾਰ ਦੀ 8 ਬਿਲੀਅਨ ਡਿਗਰੀਜ਼ ਹੋ ਜਾਂਦਾ ਵਾ. Neutron star is when star explodes into supernova and gravity is so heavy that it crushed. Yes. Neutron star is when it ਜਦੋਂ ਇਹਦਾ ਬਲੈਕ ਹੋਲ ਨਹੀਂ ਬਣਦਾ, not big enough to make a black hole but ਜਿਹੜੀ ਕੋਰ ਆ ਉਹ ਕਲੈਪਸ ਕਰ ਜਾਂਦੀ ਆ. Joined from weekly ranking. ਸੋ ਹੋਰ ਕੋਈ ਨਵੀਂ ਤਾਜੀ? ਆਈ ਐਕਚੁਅਲੀ ਕੁਆਇਟ ਇੰਜੋਇੰਗ ਕਿ ਜਦੋਂ ਆਪਾਂ ਸਟਾਰਸ ਵਗੈਰਾ ਦੀ ਗੱਲ ਕਰਦੇ ਹਾਂ, all there is left are neutrons, electrons into neutrons. Yes, ਘੈਂਟ ਬੰਦਾ ਬਾਈ. ਥੈਂਕ ਯੂ ਵੀਰੇ, ਥੈਂਕ ਯੂ. ਸੁਖ ਭਾਜੀ ਕਿਸੇ ਦਿਨ ਲਾਈਵ ਤੇ ਰਿਕੁਐਸਟ ਭੇਜੋ, ਗੱਲਾਂ ਬਾਤਾਂ ਕਰਦੇ ਵਧੀਆ.
ठीक है. I think you and I think few other guys I am quite I am also quite happy कि यार लोਕਾਂ ਨੂੰ ਪਤਾ ਵਾ, so that makes me feel better. ਤੁਹਾਡੀ ਸਟੱਡੀ ਕੀ ਹੈ ਪਹਿਲਾਂ ਤਾਂ ਮੈਨੂੰ ਸਟੱਡੀ ਦੱਸੋ. ਡੂ ਯੂ ਹੈਵ ਖਾਲਸਾ ਰਾਜ ਦੇ ਟਾਈਮ ਦੀ ਕੋਈ ਬੁੱਕ ਸੁਜੈਸਟ ਕਰੋ ਬਾਈ. ਯਾਰ ਖਾਲਸਾ ਰਾਜ ਦੇ ਟਾਈਮ ਦੀ ਕੋਈ ਬੁੱਕ I can't remember anything on top of my head. मेरी भाजी बानामा. चलो कोई ना. खैर एजुकेशन एंड क्वालिफिकेशन टू डिफरेंट थिंग्स. ਤੁਹਾਡੀ ਐਜੂਕੇਸ਼ਨ ਵਧੀਆ ਹੋਣੀ ਚਾਹੀਦੀ ਹੈ, ਕੁਆਲੀਫਿਕੇਸ਼ਨ ਤਾਂ ਸਭ ਕੋਲ ਹੀ ਹੁੰਦੀ ਹੈ. ਸੁੱਖ ਭਾਜੀ ਤੋਂ ਪੁੱਛ ਰਿਹਾ ਸੀ ਆਈ ਡਿਡ ਫਾਈਨੈਂਸ ਐਂਡ ਬਿਜ਼ਨਸ ਇਕਨੋਮਿਕਸ. ਵੀ ਭਾਜੀ ਸਾਇੰਸ ਦੀ ਇੰਨੀ ਨੌਲੇਜ ਕਿੱਦਾਂ ਰੱਖਦੇ ਹੋ, ਕਿਉਂਕਿ ਮੇਰਾ ਤਾਂ ਫੀਲਡ ਹੈ ਇਹ, ਹੈ ਨਾ. ਆਪਾਂ ਆਪਣਾ ਸਨ ਇਨ ਫਿਊਚਰ ਸੁਪਰਨੋਵਾ ਹੋਵੇਗਾ ਕਿ ਨਹੀਂ. ਯਾਰ ਆਪਣਾ ਸਨ ਵਟ ਇਜ਼ ਸੁਪਰਨੋਵਾ? ਸੁਪਰਨੋਵਾ ਦਾ ਤੁਹਾਨੂੰ ਮੀਨਿੰਗ ਦੇਖਣਾ ਪੈਣਾ ਵਾ ਕਿ ਸੁਪਰਨੋਵਾ ਹੁੰਦਾ ਕੀ ਹੈ. ਸੁਪਰਨੋਵਾ ਇਜ਼ ਬੇਸਿਕਲੀ ਵੈਨ ਸਟਾਰ ਮਰ ਕੇ ਐਕਸਪੈਂਡ ਹੁੰਦਾ ਦਾ ਕਲਾਊਡ, ਇਟ ਕ੍ਰੀਏਟਸ ਅ ਕਲਾਊਡ ਆਫ ਡਸਟ. ਆਪਣੇ ਸਨ ਕੋਲੇ ਇਹ ਕਿਤਾਬ 'ਚ ਲਿਖਿਆ ਹੋਇਆ ਸੀ, ਕੱਲ੍ਹ ਹੀ ਮੈਂ ਰੀਡ ਕਰ ਰਿਹਾ ਸੀਗਾ. let me yes, ਇੱਥੇ particularly time frame ਵੀ ਲਿਖਿਆ ਹੋਇਆ ਵਾ ਇਹਦੇ ਵਿੱਚ ਕਿ sun is not seriously disturbed by the process. ਕਿ ਜਦੋਂ I just love science, so just doing research. ਹਾਂਜੀ ਭਾਜੀ, ਮੇਰਾ ਖੈਰ ਇਹ ਹੈ ਕਿ ਮੈਂ ਸਟੱਡੀ ਵੀ ਇਹਦੀ ਹੋਈ ਕੀਤੀ ਹੈ, ਬਟ ਮੇਰੀ ਸਟੱਡੀ ਬਾਇਓਲੋਜੀ ਦੀ ਆ ਐਂਡ ਯੈਸ, ਸੋ ਮੇਰੀ ਸਟੱਡੀ ਬਾਇਓਲੋਜੀ ਦੀ ਆ. ਸੋ ਮੇਰੀ ਜਿਹੜੀ ਮੋਸਟਲੀ ਜਿਵੇਂ ਬਾਇਓ ਦਾ ਕੋਈ ਕੁਐਸਚਨ ਪੁੱਛੋਗੇ ਤਾਂ ਆਈ ਡੋਂਟ ਨੀਡ ਟੂ ਲੁੱਕ ਔਰ ਥਿੰਕ, ਆਈ ਮੋਸਟ ਆਫ ਇਟ ਆਈ ਰਿਮੈਂਬਰ. ਬਟ ਫਿਜ਼ਿਕਸ ਮੈਂ ਪੜ੍ਹੀ ਨਹੀਂ ਹੈਗੀ ਕਦੇ, ਅਤੇ ਫਿਜ਼ਿਕਸ ਇਕੱਲੀ ਮੈਂ ਇੱਦਾਂ ਮਾ ਕੇ ਕੋਈ ਕਿਤਾਬ ਪੜ੍ਹ ਲਈ, ਉੱਥੋਂ ਜਿੰਨੀ ਕੁ ਮੈਨੂੰ ਪਤਾ ਲੱਗੀ, ਕੋਈ ਵੀਡੀਓ ਦੇਖ ਲਈ, ਕੋਈ ਡਾਕੂਮੈਂਟਰੀ ਦੇਖ ਲਈ, ਉਨੀ ਕੁ ਫਿਜ਼ਿਕਸ ਮੈਨੂੰ ਆਉਂਦੀ ਹੈ. ਅਤੇ ਬਟ ਕਿਉਂਕਿ ਸਾਇੰਸ ਪੜ੍ਹੀ ਹੋਈ ਹੈ ਸੋ ਆਈ ਕੈਨ ਅੰਡਰਸਟੈਂਡ ਦੀ ਕੌਨਸੈਪਟ ਕੁਆਇਟ ਫਾਸਟ. ਆਪਣੀ MSc ਕੈਮ ਦੀ ਹੈ, ਤੁਹਾਡਾ ਲਾਈਵ ਚੱਲ ਰਿਹਾ, ਟਰੱਕ ਅੱਗੇ ਰੱਖ ਕੇ ਆਈ ਐਮ ਇੰਜੋਇੰਗ. ਥੈਂਕ ਯੂ ਵੀਰੇ, ਥੈਂਕ ਯੂ. ਸੋ ਇੱਥੇ ਇਹਨਾਂ ਨੇ ਲਿਖਿਆ ਹੋਇਆ ਵਾ ਕਿ ਦਾ ਸਨ ਵਿਲ ਲਾਸਟ ਜ਼ੀਰੋਜ਼ ਇੰਨੀਆਂ, ਮੈਨੂੰ ਤਾਂ ਇਹ ਵੀ ਨਹੀਂ ਪਤਾ ਹੈਗਾ ਕਿ ਸਾਲਾ 50 ਬਿਲੀਅਨ ਈਅਰਸ ਲਿਖਿਆ ਹੋਇਆ ਵਾ. ਹਾਂ 50 ਬਿਲੀਅਨ ਈਅਰਸ ਲਿਖਿਆ ਹੋਇਆ ਕਿ 5 ਟ੍ਰਿਲੀਅਨ ਲਿਖਿਆ ਹੋਇਆ ਵਾ, ਕਿ 50 ਬਿਲੀਅਨ ਈਅਰਸ ਆਫ ਸਪਲਾਈ ਹੈਗੀ ਸਾਡੇ ਸਨ ਕੋਲੇ. ਬਟ ਇੱਥੇ ਹੋਰ ਚੀਜ਼ ਕੀ ਲਿਖੀ ਹੋਈ ਹੈ ਕਿ ਜਿਹੜਾ ਸਾਡਾ ਸਨ ਹੈ ਇਨ 10 ਬਿਲੀਅਨ ਈਅਰਸ ਇਟ ਵਿਲ ਗੈਟ ਟੂ ਹੌਟ. ਮਤਲਬ ਇਹਨੇ ਇੰਨਾ ਹੌਟ ਹੋ ਜਾਣਾ ਕਿ ਇਹਨੇ ਜਿਹੜਾ ਹੈਗਾ ਵਾ ਇਟ ਵਿਲ ਕਿਲ ਐਵਰੀਥਿੰਗ on planet earth in 10 billion years. It will expand, it will expand. And ਇੱਥੇ ਕੀ ਲਿਖਿਆ ਹੋਇਆ ਸੀ, climate, earth, ocean, life will perish, consider too feeble, roasted. I think the answer concerning cosmology, deal with that, scope and all stuff, scheme, not far, that's not, they are called red main sequence stars, red giants. Sun is life, another 5 years. Yes, 5 billion, 5 ਕੇ 50. ਯਾਰ ਇੱਥੇ ਸੁੱਖ ਵੀਰੇ ਮੈਂ ਤੁਹਾਨੂੰ ਦੱਸਾਂ, ਮੈਨੂੰ ਗਿਣਤੀ ਆਉਂਦੀ ਹੈ ਸਿਰਫ ਮਿਲੀਅਨ ਤੱਕ, ਠੀਕ ਹੈ. ਮਿਲੀਅਨ ਤੋਂ ਬਾਅਦ ਜ਼ੀਰੋਜ਼ ਦਾ ਪਤਾ ਨਹੀਂ ਹੈਗਾ, ਕਿਉਂਕਿ ਸਾਇੰਸ ਦੇ ਵਿੱਚ ਕੀ ਸਿਖਾਇਆ ਹੋਇਆ, 5 into 10 ਰੈਸਟ ਪਾਵਰ 6 ਲਿਖ ਦਿਓ, ਠੀਕ ਹੈ, ਕਿ ਆਪੇ ਫਿਗਰ ਆਊਟ ਕਰੀ ਜਾਓ. ਵੀ ਆਰ ਹਾਫ ਵੇ ਦੇਅਰ. ਯੈਸ, ਸੋ ਇੱਥੇ ਇਫ ਯੂ ਕੈਨ ਰੀਡ, ਮੇਰੀਆਂ ਲਾਈਨਸ ਮਾਰਕ ਵੀ ਕੀਤੀਆਂ ਹੋਈਆਂ ਵਾ. ਕੈਨ ਯੂ ਰੀਡ? ਯੈਸ, ਪ੍ਰੋਬਬਲੀ 4.5. ਹਾਂ, ਇਹਦੇ ਵਿੱਚ 5 ਲਿਖਿਆ ਹੋਇਆ ਵਾ. ਸੋ ਐਡੇ ਜਦੋਂ ਐਡਾ ਗੈਸ ਮਾਰਨਾ, ਥੋੜ੍ਹੇ ਬਹੁਤ ਸਾਲ ਉੱਪਰ ਕੀ ਥੱਲੇ ਕੀ. ਸੋ ਯਾ, ਅਰਥ it is not going to become black hole, our sun, but it will expand. Elon taking people to Mars and moon could be next year. Is it possible? Yes yaar, quite possible. ਜਿੰਨਾ ਪੈਸਾ ਇਨਵੈਸਟ ਕਰ ਰਹੇ, ਜਿੰਨੇ ਰਿਸੋਰਸਿਸ ਇਨਵੈਸਟ ਕਰ ਰਹੇ, quite possible. So yeah. ਸੋ ਯਾਰ ਆਹ ਕਿਤਾਬ ਬਹੁਤ ਵਧੀਆ ਯਾਰ, ਫਰੈਡ ਹੋਇਲ ਦੀ. ਬਹੁਤ ਮੈਂ ਕੱਲ੍ਹ ਹੀ ਸਟਾਰਟ ਕੀਤੀ ਐਕਚੁਅਲੀ. ਮੈਂ ਕਿਹਾ ਚੱਲ ਪੋਡਕਾਸਟ ਕਰਨ ਤੋਂ ਪਹਿਲਾਂ ਫਰੈਡ ਹੋਇਲ ਪੜ੍ਹ ਲੈਂਦੇ ਹਾਂ, ਅਤੇ ਫਰੈਡ ਹੋਇਲ ਪੜ੍ਹ ਲੈਂਦੇ ਹਾਂ, ਅਤੇ ਫਰੈਡ ਹੋਇਲ ਪੋਡਕਾਸਟ ਦੇ ਵਿੱਚ ਸ਼ਾਇਦ ਹੈਲਪ ਮਿਲ ਜੇ. ਬਟ ਵੈਰੀ ਇੰਟਰਸਟਿੰਗ ਬੁੱਕ ਯਾਰ, ਫਰੈਡ ਹੋਇਲ ਦੀ ਇਹ ਕਿਤਾਬ ਜ਼ਰੂਰ
ਮੈਂ ਟਰਾਈ ਕਰੂੰਗਾ ਜਦੋਂ PDF ਮਿਲ ਜੇ ਸ਼ੇਅਰ ਕਰਦਾ। ਬਹੁਤ ਕੋਈ ਜ਼ਿਆਦਾ ਮੋਟੀ ਕਿਤਾਬ ਨਹੀਂ ਹੈਗੀ, ਬਹੁਤ ਛੋਟੀ ਕਿਤਾਬ ਹੈ। ਸੋ ਜਿਹੜੇ ਬੇਸਿਕ ਕਨਸੈਪਟ ਨੇਗੇ ਹੈ ਨਾ, ਤੁਹਾਨੂੰ ਬੇਸਿਕ ਕਨਸੈਪਟ ਤੁਹਾਨੂੰ ਪਤਾ ਲੱਗ ਜਾਣਗੇ। ਅੱਛਾ, ਇਹ ਕਿਤਾਬ ਯਾਰ ਬੜੀ ਪੁਰਾਣੀ ਕਿਤਾਬ ਹੈ। ਐਜ਼ ਯੂ ਕੈਨ ਸੀ ਦ ਪ੍ਰਾਈਜ਼ ਇਜ਼ 35 ਸੈਂਟ, ਕਿ 35 ਸੈਂਟ ਦੀ ਕਿਤਾਬ ਵਿਕੀ ਹੋਣੀ ਹੈ ਇਹ। ਮੈਂ ਇਹਦੀ ਤੁਹਾਨੂੰ ਜੇ ਕਿਤੇ ਲਿਖਿਆ ਹੋਵੇ, ਫਸਟ ਪ੍ਰਿੰਟ ਹੈ 1955। ਯੂ ਨੋ ਆਈ ਗੋਟ ਦਿਸ ਬੁੱਕ ਫॉर वेरी चीप। 1955 ਦੀ ਕਿਤਾਬ ਆ ਇਹ। ਮੈਨੂੰ ਪੁਰਾਣੀਆਂ ਚੀਜ਼ਾਂ, ਪੁਰਾਣੀਆਂ ਟੁੱਟੀਆਂ ਬਦਸੂਰਤ ਚੀਜ਼ਾਂ ਮੈਨੂੰ ਬਹੁਤ ਪਸੰਦ ਨੇ। ਸੋ ਇਟਸ ਕੁਆਈਟ ਇੰਟਰਸਟਿੰਗ ਬੁੱਕ। ਸੋ ਤੁਸੀਂ ਯੂ ਨੋ ਕਿਤੇ ਪੁਰਾਣੀ ਕਿਤਾਬ ਮਿਲੇ ਤਾਂ ਜ਼ਰੂਰ ਉਹਨੂੰ ਪੜ੍ਹੋ। ਬੜੀਆਂ ਵਧੀਆ ਗੱਲਾਂ ਲਿਖੀਆਂ ਹੁੰਦੀਆਂ, ਪਹਿਲੇ ਬੰਦੇ ਵੱਖਰੇ ਸੀਗੇ। ਸੋ ਯਾ ਐਨੀਵੇਜ਼, ਹੋਰ ਕੋਈ ਗੱਲ ਕਿਸੇ ਨੇ ਪੁੱਛਣੀ ਹੋਵੇ, ਦੱਸਣੀ ਹੋਵੇ? ਹੋਰ ਵੀਰੇ ਕਿਸੇ ਨੇ ਕੋਈ ਗੱਲ ਦੱਸਣੀ ਪੁੱਛਣੀ ਹੋਵੇ, ਕੋਈ ਹੋਰ ਟੌਪਿਕ? ਸਟਾਰਸ ਬਾਰੇ ਗੱਲਾਂ ਕਰ ਲਈਆਂ, ਨਿਊਟਰੋਨ ਸਟਾਰ ਬਾਰੇ ਗੱਲਾਂ ਕਰ ਲਈਆਂ, ਆਪਣਾ ਸਨ ਕਦੋਂ ਖਤਮ ਹੋਊਗਾ ਉਹ ਗੱਲਾਂ ਕਰ ਲਈਆਂ। ਵਟ ਅਬਾਊਟ ਇਨਫਲੇਸ਼ਨ? ਇਨਫਲੇਸ਼ਨ ਤਾਂ ਬਰੋ ਹਿੱਟ ਕਰ ਰਹੀ ਹੈ। ਇਨਫਲੇਸ਼ਨ ਨੇ ਤਾਂ ਔਖਾ ਕੀਤਾ ਪਿਆ। ਵਿਚ ਕੰਟਰੀ ਡੂ ਯੂ ਲਿਵ ਇਨ? ਨਿਊਜ਼ੀਲੈਂਡ। ਅੱਜ ਸਾਡੇ ਇੱਥੇ ਹੋ ਰਿਹਾ ਸੀ ਯਾਰ, ਨੋ ਫਾਰਮਰ ਨੋ ਫੂਡ। ਉਹ ਵੀ ਪਰੇਸ਼ਾਨ ਨੇ ਕਿ ਮੈਂ ਕਿਹਾ ਸਾਡੇ ਵਾਲੇ ਵੀ, ਮੈਂ ਗੋਰਿਆਂ ਨੂੰ ਸਮਝਾ ਰਿਹਾ ਸੀ, ਮੈਂ ਕਿਹਾ ਸਾਡੇ ਵਾਲੇ ਵੀ ਸਾਲ ਸੜਕਾਂ ਸੁੜਕਾਂ ਬੰਦ ਕਰਕੇ ਬੈਠੇ। ਮੈਂ ਕਿਹਾ ਆਪਾਂ ਨੂੰ ਇੱਥੇ ਵੀ ਸੜਕ ਬੰਦ ਕਰਨੀ ਪੈਣੀ ਹੈ ਤਾਂ ਗਵਰਨਮੈਂਟ ਨੇ ਸੁਣਨੀ ਹੈ। ਥਿਊਰੀ ਆਫ ਰੈਲੇਟਿਵਿਟੀ ਐਕਸਪਲੇਨ ਕਰਦੀ ਹੈ ਲਾਈਟ ਦੀ ਸਪੀਡ ਤੋਂ ਫਾਸਟ ਟਰੈਵਲ ਨਹੀਂ ਕੀਤਾ ਜਾ ਸਕਦਾ, ਇਸ ਬਾਰੇ ਦੱਸੋ। ਇਹ ਪੁੱਛ ਰਹੇ ਹੋ ਕਿ ਦੱਸ ਰਹੇ ਹੋ? ਪਹਿਲਾਂ ਤਾਂ ਇਹ ਦੱਸੋ ਅਰਥ ਦਾ ਫਿਊਚਰ ਕੀ ਹੈ ਵੀਰੇ? ਅਰਥ ਦਾ ਫਿਊਚਰ ਕੁਛ ਨਹੀਂ ਹੈਗਾ ਯਾਰ। ਦੇਖੋ ਅਰਥ ਦੇ ਫਿਊਚਰ 'ਚ ਕੀ ਹੁੰਦਾ ਵਾ। ਖੈਰ ਮੈਂ ਅੱਜ ਐਨਰਿਕ ਫਰਨੀ ਦਾ ਜਿਹੜਾ ਪੈਰਾਡੌਕਸ ਸੀਗਾ ਉਹ ਪੜ੍ਹ ਰਿਹਾ ਸੀਗਾ, ਤਾਂ ਉਹਦੇ ਵਿੱਚ ਕੁਆਇਟ ਇੰਟਰਸਟਿੰਗ ਗੱਲਾਂ ਲਿਖੀਆਂ ਹੋਈਆਂ ਸੀ। ਸੋ ਮੇਰਾ ਮਨ ਹੈ ਆਪਾਂ ਉਹਦੇ 'ਤੇ ਗੱਲ ਕਰੀਏ, ਉਹਦੇ 'ਤੇ ਮੈਂ ਵੀਡੀਓ ਬਣਾਵਾਂ ਕਿਸੇ ਦਿਨ ਅਤੇ ਟੋਕ ਅਬਾਊਟ ਦੈਟ। ਥਿਊਰੀ ਆਫ ਰੈਲੇਟਿਵਿਟੀ ਐਕਸਪਲੇਨ ਕਰਦੀ ਹੈ ਲਾਈਟ ਦੀ ਸਪੀਡ ਤੋਂ ਫਾਸਟ ਟਰੈਵਲ ਨਹੀਂ ਕੀਤਾ ਜਾ ਸਕਦਾ, ਇਸ ਬਾਰੇ ਦੱਸੋ। ਵੀਰੇ ਥਿਊਰੀ ਆਫ ਰੈਲੇਟਿਵਿਟੀ ਇਹ ਐਕਸਪਲੇਨ ਨਹੀਂ ਕਰਦੀ ਕਿ ਲਾਈਟ ਦੀ ਸਪੀਡ ਤੋਂ ਫਾਸਟ ਨਹੀਂ ਜਾ ਸਕਦਾ। ਥਿਊਰੀ ਆਫ ਰੈਲੇਟਿਵਿਟੀ ਐਕਸਪਲੇਨ ਕਰਦੀ ਹੈ ਕਿ ਯੂਨੀਵਰਸ ਕਿੱਦਾਂ ਬਣਿਆ ਸੀਗਾ। E = mc² ਇਕੁਏਸ਼ਨ ਹੈ, ਮੈਟਰ ਬਣਾਉਣ ਦੀ ਇਕੁਏਸ਼ਨ। ਇਟ ਇਜ਼ ਨੋਟ ਅਬਾਊਟ, ਇਟ ਹੈਜ਼ ਨਥਿੰਗ ਟੂ ਡੂ ਵਿਦ ਕਿ ਤੁਸੀਂ ਲਾਈਟ ਦੀ ਸਪੀਡ ਨਾਲ ਟਰੈਵਲ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਹੈਗੇ। ਜਿਹੜਾ ਅਰਲੀ ਯੂਨੀਵਰਸ ਸੀ ਆਫਟਰ ਬਿਗ ਬੈਂਗ, ਇਟ ਟਰੈਵਲ ਫਾਸਟਰ ਦੈਨ ਸਪੀਡ ਆਫ ਲਾਈਟ। ਸੋ ਯੈਸ, ਦੇਅਰ ਵਾਜ਼ ਸਮਥਿੰਗ ਇਨ ਦ ਯੂਨੀਵਰਸ that traveled faster than speed of light. Maybe that's what created subatomic particles, you know. Generation gap ਤਾਂ ਹੁੰਦਾ ਹੀ ਹੈ ਯਾਰ। Tesla AI feature can destroy a million jobs. What do you think? It is going to destroy, and that's what I always talk about, that we need to, you know, ਸਾਨੂੰ ਸੋਚਣਾ ਪੈਣਾ ਕਿ ਜਿਹੜੀ ਜੌਬ ਅਸੀਂ ਅੱਜ ਕਰ ਰਹੇ ਹਾਂ ਕਿ 5 ਤੋਂ 10 ਸਾਲ ਤੱਕ ਹੋਊਗੀ ਕਿ ਨਹੀਂ ਹੋਊਗੀ। I am thinking like this year is all about, this year has been like a personal journey for me to explore myself, and next year will be you know, setting up for, you know, 5 to 10 years, you know, ਕਿ ਮੈਂ ਅਗਲੇ 5 ਤੋਂ 10 ਸਾਲ ਕੀ ਕਰਨਾ ਵਾ। ਦੀ ਇਕੋਨੋਮਿਸਟ ਬਾਰੇ ਕੁਛ ਦੱਸੋ। ਖੈਰ ਕੱਲ੍ਹ ਕਿਸੇ ਨੇ ਦੱਸਿਆ ਸੀ ਕਿ ਇਕੋਨੋਮਿਸਟ ਜਿਹੜੀ ਹੈ ਉਹ ਰੌਥਸ਼ਾਈਲਡ ਵਾਲੇ ਕਰਦੇ ਆ, ਯੂ ਨੋ। ਪ੍ਰਭ ਕੋਲ ਸਤਿ ਸ਼੍ਰੀ ਅਕਾਲ ਮੁੰਡਿਆ, ਪ੍ਰਭ ਕੌਰ ਜੀ ਸਤਿ ਸ਼੍ਰੀ ਅਕਾਲ ਜੀ। ਸਰਚ ਇੰਜਨ ਬਾਰੇ ਵੀਡੀਓ ਪਾ ਦਿਓ ਵੀ। ਸਰਚ ਇੰਜਨ 'ਤੇ ਪਾਉਣੇ ਵੀਰੇ। ਲਾਈਟ ਦੀ ਸਪੀਡ ਤੋਂ ਵੱਧ ਟਰੈਵਲ ਕੀਤਾ ਇਸ ਚੀਜ਼ ਸਕਦਾ ਕਿ ਨਹੀਂ? ਯਾਰ ਲਾਈਟ, ਨੋ, ਯੂ ਕੈਨੋਟ ਟਰੈਵਲ, ਬਿਕੋਜ਼ ਈਵਨ ਜੇ ਤੁਸੀਂ, ਜਦੋਂ ਆਪਾਂ, ਵਟ ਹੈਪਨਸ ਵੈਨ ਵੀ ਟਰੈਵਲ ਫਾਸਟ, ਵੀ ਥਿੰਗਸ ਗੈਟ ਹੀਟ ਅਪ, ਰਾਈਟ। ਜਦੋਂ ਕੋਈ ਚੀਜ਼ ਹੀਟ ਅਪ ਹੋਊਗੀ ਫਿਰ ਕੀ ਹੋਊਗਾ ਉਹਦੇ ਨਾਲ? ਵਟ ਜੋਬਸ ਯੂ ਥਿੰਕ ਆਰ ਸਿਕਿਉਰਡ? ਯਾਰ ਕ੍ਰੀਏਟਿਵ ਜੋਬ ਸਾਰੀਆਂ ਸਿਕਿਉਰਡ ਨਹੀਂ ਆ। everything that is creative, that is secured. ਹੁਣ ਇਮੈਜਿਨ ਕਰੋ ਟੈਸਲਾ ਬੋਟ ਹੈ, ਟੈਸਲਾ ਵਾਲਿਆਂ ਨੇ ਰੋਬੋਟ ਕੀਤਾ ਵਾ। ਹੁਣ ਇਮੈਜਿਨ ਕਰੋ ਜੇ ਉਹ ਰੋਬੋਟ ਕਲੀਨਿੰਗ ਕਰ ਸਕਦਾ ਵਾ ਤਾਂ ਜਿਹੜੇ ਮਾਲ ਦੇ ਵਿੱਚ ਕਲੀਨਿੰਗ ਕਰਦੇ ਉਹਨਾਂ ਦੀ ਜੋਬ ਗਈ। ਸਕਿਲਡ ਵੀ ਬਰੋ ਕਿੰਨੇ। ਹੁਣ ਜਿਵੇਂ ਮੈਂ ਲੈਬ 'ਚ ਕੰਮ ਕਰਦਾ ਸੀ ਯਾਰ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਆਪਦੀ। ਮੈਂ ਲੈਬ 'ਚ ਕੰਮ ਕਰਦਾ ਸੀ, ਫੂਡ ਲੈਬ ਦੇ ਵਿੱਚ, ਅਤੇ ਉਹਦੇ ਵਿੱਚ ਨਾ ਮੇਰੀ ਜੋਬ ਕੀ ਹੁੰਦੀ ਸੀ, ਮੈਂ ਫੈਟ ਡੈਸਕ 'ਤੇ ਹੁੰਦਾ ਸੀਗਾ, ਠੀਕ ਹੈ।
ਵੀ ਉਹ ਡੈਸਕ ਤੇ ਜਿਹੜਾ ਫੂਡ ਦੇ ਵਿੱਚੋਂ ਫੈਟ ਪਿਊਰੀਫਾਈ ਕਰਕੇ ਉਹਦੀ ਪ੍ਰੋਫਾਈਲਿੰਗ ਹੁੰਦੀ ਸੀ ਕਿ ਇਹਦੇ ਵਿੱਚ ਕਿਹੜਾ ਫੈਟ ਆ, ਸੈਚੂਰੇਟਡ ਫੈਟ ਆ, ਨਾਨ ਸੈਚੂਰੇਟਡ ਫੈਟ ਆ, ਉਹਦੀ ਪ੍ਰੋਫਾਈਲਿੰਗ ਹੁੰਦੀ ਸੀਗੀ। ਠੀਕ ਹੈ, ਉੱਥੇ ਇੱਕ ਬੰਦਾ 8 ਘੰਟੇ 'ਚ 32 ਸੈਂਪਲ ਕਰਦਾ ਸੀਗਾ। ਠੀਕ ਹੈ, ਹੁਣ ਉੱਥੇ ਉਹਨਾਂ ਨੇ ਉੱਥੇ ਇੱਕ ਮਸ਼ੀਨ ਲੈ ਕੇ ਆਂਦੀ। ਉਹ ਮਸ਼ੀਨ 2 ਘੰਟੇ ਦੇ ਵਿੱਚ 100 ਸੈਂਪਲ ਕਰਦੀ ਸੀਗੀ ਤੇ ਇੱਕ ਬੰਦਾ ਚਲਾਉਣ ਵਾਸਤੇ ਚਾਹੀਦਾ ਸੀ। ਕਹਿਣ ਤੋਂ ਭਾਵ ਕਿ ਕਿੰਨੀ ਲੇਬਰ ਕੱਟ ਹੁੰਦੀ ਆ ਦੇਖੋ। ਕਿਤੇ ਤਾਂ ਇੱਕ ਬੰਦੇ ਨੇ 8 ਘੰਟੇ 'ਚ 32 ਸੈਂਪਲ ਕਰਨੇ ਆ, ਕਿਤੇ ਇੱਕ ਮਸ਼ੀਨ ਨੇ 2 ਘੰਟੇ 'ਚ 200 ਸੈਂਪਲ ਕਰ ਦੇਣਾ। 8 ਘੰਟਿਆਂ 'ਚ ਉਹ ਮਸ਼ੀਨ ਨੇ ਤੁਸੀਂ ਲਾ ਲਓ ਕਿੰਨਾ ਹੋ ਗਿਆ 400-500 ਸੈਂਪਲ ਉਹਨੇ ਕਰ ਦੇਣਾ ਵਾ ਮਿਨੀਮਮ। ਠੀਕ ਹੈ, ਕਿਤੇ ਮਤਲਬ ਐਂਡ ਉੱਥੇ ਉਹ ਚੀਜ਼ਾਂ ਦਾ ਸਕੇਲ ਬੜਾ ਵੱਖਰਾ ਹੋ ਜਾਂਦਾ ਤੁਹਾਨੂੰ। ਪਲੱਸ ਉੱਥੇ ਬੰਦਾ ਸਕਿਲਡ ਨਹੀਂ ਚਾਹੀਦਾ ਤੁਹਾਨੂੰ, ਸਿਰਫ ਬੰਦਾ ਚਾਹੀਦਾ ਵਾ ਜਿਹੜਾ ਸੈਂਪਲ ਪ੍ਰੈਪ ਕਰਕੇ ਉਹਦੇ ਵਿੱਚ ਫੀਡ ਕਰਦੇ, ਪਲੱਸ ਮੇਕ ਸ਼ੋਰ ਕਰੇ ਕਿ ਉਹਦੇ ਵਿੱਚ ਕੈਮੀਕਲ ਸਾਰੇ ਟੌਪ ਅਪ ਹੁੰਦੇ ਰਹਿਣ, ਦਿਸ ਦੈਟ। ਠੀਕ ਹੈ, ਸੋ ਸਕਿਲਡ ਜੋਬਾਂ ਵੀ ਜਿਹੜੀਆਂ ਨੇਗੀਆਂ ਉਹ ਜਾਣਗੀਆਂ। ਕ੍ਰੀਏਟਿਵ ਜੋਬ ਦਾ ਮਤਲਬ ਕੀ ਹੁੰਦਾ? ਮਿਊਜ਼ਿਕ ਬਣਾਉਣਾ, ਐਕਟਿੰਗ ਕਰਨਾ, ਠੀਕ ਹੈ, ਕੰਟੈਂਟ ਕ੍ਰੀਏਟ ਕਰਨਾ, ਕਿਤਾਬਾਂ ਲਿਖਣਾ, ਪੋਇਟ, ਰਾਈਟਰਸ, ਆਲ ਦੋਜ਼ ਥਿੰਗਸ। ਐਂਡ ਮੇਬੀ ਸਕਿਲਡ ਜੋਬਾਂ ਸਾਰੀਆਂ ਖੈਰ ਨਾ ਜਾਣ, ਬਟ ਈਵਨ ਮੋਸਟ ਆਫ ਦਾ ਸਕਿਲ ਜੋਬਸ ਵਿਲ ਵੈਨਿਸ਼। ਜਿਵੇਂ ਦੇਖੋ ਇਹੀ ਚੱਕਰ ਹੈ ਕਿ ਤੁਹਾਨੂੰ ਜੋਬਸ ਐਕਸਪਲੋਰ ਕਰਨੀਆਂ ਪੈਣਗੀਆਂ। ਵਟ ਐਲਸ ਕੈਨ ਯੂ ਡੂ? maybe not in every country, maybe in big countries, ਸ਼ਾਇਦ ਬਿਗ ਕੰਟਰੀਜ਼ ਦੇ ਵਿੱਚ ਚਲੇ ਜਾਣ, ਸ਼ਾਇਦ not in every countries, not in countries like India, maybe not in countries like New Zealand, not that, but countries like America, countries like Canada, countries like Europe, they are going to drastically change. So yeah, ਹੋਰ ਕੋਈ ਕੁਐਸਚਨ, ਐਨੀਥਿੰਗ ਐਲਸ? ਪਲੰਬਿੰਗ ਐਂਡ ਇਲੈਕਟ੍ਰੀਸ਼ੀਅਨ ਐਂਡ ਮਕੈਨਿਕ ਨਹੀਂ ਰਿਪਲੇਸ ਕਰ ਹੋਣਾ ਕੈਨੇਡਾ ਵਿੱਚ। ਹਾਂ, ਪਲੰਬਿੰਗ ਤਾਂ ਦੇਖੋ ਤੁਸੀਂ ਨਹੀਂ ਕਰ ਸਕਦੇ ਹੈਗੇ, ਇਲੈਕਟ੍ਰੀਸ਼ੀਅਨ ਵੀ ਨਹੀਂ ਕਰ ਸਕਦੇ ਹੈਗੇ, ਮਕੈਨਿਕ ਵੀ ਨਹੀਂ ਕਰ ਸਕਦੇ ਹੈਗੇ, ਬਟ ਤੁਸੀਂ ਪੇਂਟਰ ਕਰ ਸਕਦੇ, ਜਿਹੜੇ ਘਰਾਂ ਨੂੰ ਪੇਂਟ ਕਰਦੇ ਹੋ, ਕਲੀਨਰ ਕਰ ਸਕਦੇ ਹੋ, ਪੇਂਟਰ ਕਰ ਸਕਦੇ ਹੋ। ਠੀਕ ਹੈ, ਜਿਨ੍ਹਾਂ ਬਾਰੇ ਕਹਿੰਦੇ ਸੀ ਡਿਸਕਸ ਕਰਾਂਗੇ। ਆਹ ਦੇਖੋ ਜੀ, ਆਹ ਬੁੱਕਸ ਨੇ, ਮੇਬੀ ਯੂ ਆਰ ਲੇਟ। ਸੋ ਦੀਜ਼ ਆਰ ਦਾ ਬੁੱਕਸ, ਦਿਸ ਇਜ਼ ਦਾ ਫਸਟ ਬੁੱਕ। ਸੋ ਇਹ ਕਿਤਾਬ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਜਿਹੜੇ ਏਲੀਅਨ ਸੀਗੇ ਆਲਰੇਡੀ ਉਹਨਾਂ ਨੇ ਅਰਥ ਵਿਜ਼ਿਟ ਕਰਤੀ ਹੈ, ਅਤੇ ਕਿੱਦਾਂ ਹਿਊਮਨਸ ਆਰ ਏਲੀਅਨਸ, ਰਾਈਟ। ਆਹ ਬੁੱਕ ਹੈ ਅਤੇ ਆਹ ਕਿਤਾਬ ਹੈ, ਇਹ 2 ਕਿਤਾਬਾਂ ਨੇ। ਦਿਸ ਇਜ਼ ਰਿਟਨ ਬਾਏ ਫਾਰਮਰ ਨਾਸਾ ਐਮਪਲੋਈ। ਠੀਕ ਹੈ, RSS ਬਾਰੇ ਦੱਸੋ ਪੰਜਾਬ 'ਚ ਕੀ ਕਰ ਰਹੀ। ਇਹਦੇ ਬਾਰੇ ਵੀਰੇ ਮੈਨੂੰ ਜਾਣਕਾਰੀ ਨਹੀਂ, ਕਿਉਂਕਿ ਮੈਂ ਪੰਜਾਬ ਮੈਂ 5 ਸਾਲ ਪਹਿਲਾਂ ਗਿਆ ਸੀਗਾ। ਮੈਨੂੰ ਉਨੀ ਕੁ ਜਾਣਕਾਰੀ ਹੈ ਜਿੰਨਾ ਕੁ ਜਿਵੇਂ ਲੱਖੇ ਤੋਂ ਸੁਣ ਲਿਆ ਜਾਂ ਦੀਪ ਤੋਂ ਸੁਣ ਲਿਆ, ਲੱਖੇ ਤੋਂ ਸੁਣ ਲਿਆ, ਜਾਂ ਹੋਰ ਕਿਸੇ ਤੋਂ ਸੁਣ ਲਿਆ ਕਿ ਕੀ ਹੋ ਰਿਹਾ ਵਾ, ਮੈਨੂੰ ਉਨੀ ਕੁ ਜਾਣਕਾਰੀ ਹੈ। ਸੋ ਆਈ ਥਿੰਕ ਫੋਰ ਦੈਟ ਯੂ ਹੈਵ ਟੂ ਲਿਸਨ ਟੂ ਲੱਖੇ ਨੂੰ, ਤੁਹਾਨੂੰ ਸੁਣਨਾ ਚਾਹੀਦਾ ਵਾ। ਠੀਕ ਹੈ, ਜਿਵੇਂ ਮੈਂ ਕੱਲ੍ਹ ਦਾ ਵੀ ਉਹਦਾ ਸੁਣ ਰਿਹਾ ਸੀ, ਆਈ ਐਗਰੀ ਵਿਦ ਹਿਮ ਕਿ ਹਜੇ ਉਹਨਾਂ ਨੇ 3 ਫਿਨਿਸ਼ ਨਹੀਂ ਕੀਤੇ ਹੈਗੇ ਕਾਨੂੰਨ। ਲੋਕਾਂ ਨੂੰ ਹਜੇ ਖੁਸ਼ੀ ਮਨਾਉਣ ਦੀ ਲੋੜ ਨਹੀਂ, ਖੁਸ਼ ਹੋ ਜਾਓ, ਮਗਰ ਇੰਨਾ ਜੰਗ ਜਿੱਤੀ ਨਹੀਂ ਹੈ ਹਜੇ ਉਹਨਾਂ ਨੇ ਕਿਹਾ ਕਿ ਅਸੀਂ ਸਰੈਂਡਰ ਕੀਤਾ, ਹਜੇ ਉਹਨਾਂ ਨੇ ਹਥਿਆਰ ਸੁੱਟਣ ਬਾਰੇ ਕਿਹਾ, ਹਜੇ ਉਹਨਾਂ ਨੇ ਸੁੱਟੇ ਨਹੀਂ ਹੈਗੇ। ਸੋ 2 ਡਿਫਰੈਂਟ ਥਿੰਗਸ, ਐਂਡ ਦੈਟਸ ਵਾਟ ਆਈ ਬਲੀਵ, ਅਤੇ ਤੁਹਾਨੂੰ ਲੱਖੇ ਨੂੰ ਸੁਣਨਾ ਚਾਹੀਦਾ RSS ਬਾਰੇ। RRS ਨਹੀਂ, RSS, ਰਾਸ਼ਟਰੀ ਸੇਵਾ ਸੰਘ। ਸੋ ਤੁਹਾਨੂੰ ਉਹਨਾਂ ਨੂੰ ਸੁਣਨਾ ਚਾਹੀਦਾ। ਯੂ ਨੀਡ ਟੂ ਲਿਸਨ ਟੂ ਲੱਖਾ ਬਾਈ ਵਧੀਆ ਗੱਲ ਕਰਦਾ ਵਾ। ਠੀਕ ਹੈ, ਭਾਨੇ ਨੂੰ ਸੁਣੋ, ਲੱਖੇ ਨੂੰ ਸੁਣੋ, ਮੁੰਡੇ ਬਹੁਤ ਵਧੀਆ ਕੰਮ ਕਰ ਰਹੇ ਆ ਯਾਰ। ਇੰਨਾ ਜ਼ਰੂਰਤ ਨਾ ਹੁੰਦਾ ਬੋਲਣਾ ਸਰਕਾਰ ਦੇ ਖਿਲਾਫ, ਮੋਦੀ ਹੁਣਾਂ ਖਿਲਾਫ। ਇਟ ਇਜ਼ ਟੇਕਸ ਕੁਆਇਟ ਦ ਗਟਸ। ਸੋ ਯਾ, ਲਿਸਨ ਟੂ ਦੈਮ, ਨੋਟ ਮੀ। ਆਈ ਐਮ ਨੋਟ, ਕਿਉਂਕਿ ਮੈਂ ਉੱਥੇ ਰਹਿੰਦਾ ਨਹੀਂ ਹੈਗਾ ਨਾ। ਜੇ ਤਾਂ ਮੈਂ ਉੱਥੇ ਰਹਿੰਦਾ ਹੋਵਾਂ, ਮੈਂ ਦੇਖਾਂ ਵੀ ਕਾਰਕੁਨ ਕੀ ਕੰਮ ਕਰ ਰਹੇ ਆ, ਅਤੇ ਫਿਰ ਮੈਂ ਕੁਛ ਦੱਸ ਸਕਦਾ ਨਾ। ਕੋਈ ਚੱਕਰਬਾਜ਼ੀ ਨਹੀਂ ਬਰੋ, ਆਈ ਅੰਡਰਸਟੈਂਡ। ਟਾਈਪੋ ਹੋ ਜਾਂਦਾ, ਮੇਰੇ ਤੋਂ ਵੀ ਹੋ ਜਾਂਦਾ ਕਈ ਵਾਰੀ। ਮੈਂ ਵੀਡੀਓਜ਼ 'ਤੇ ਪਾ ਦਿੰਦਾ ਟਾਈਪੋ, ਫਿਰ ਮੈਨੂੰ ਜਦੋਂ ਵੀਡੀਓ ਅਪਲੋਡ ਕਰ ਦਿੰਦਾ, ਫਿਰ ਮੈਨੂੰ ਲੱਗਦਾ ਯਾਰ ਗਲਤ ਸਪੈਲਿੰਗ ਲਿਖਤੇ, ਫਿਰ ਮੈਂ ਕਹਿੰਦਾ ਕੋਈ ਨਹੀਂ, ਕੌਣ ਹੁਣ ਦੁਬਾਰਾ ਅਪਲੋਡ ਕਰਨ ਲੱਗੂਗਾ। ਮੈਂ ਤਾਂ ਵੀਡੀਓਜ਼ 'ਚ ਦੇਖੋ, ਕਈ ਵੀਡੀਓਜ਼ 'ਤੇ ਸਪੈਲਿੰਗ ਵੀ ਪਾਇਆ, ਮੈਂ ਕੋਈ ਚੱਕਰ ਨਹੀਂ ਹੈਗਾ, ਨੋਟ ਅ ਬਿਗ ਡੀਲ। ਛੋਟੇ ਵੀਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਯਾਦਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਕੰਮ ਵੀ ਥੋੜਾ ਜਿਹਾ ਨਿਬੇੜ ਲਿਆ ਜਾਵੇ ਤਾਂ ਕਿ ਵੀਰੇ ਇੱਕ ਕੁਐਸਚਨ ਸੀ ਵੀਰੇ, 2 ਕੁਐਸਚਨ ਪੁੱਛੋ, ਕੋਈ ਚੱਕਰ ਨਹੀਂ ਹੈ। ਕ੍ਰਿਪਟੋ ਬਾਰੇ ਬ్రో, ਕ੍ਰਿਪਟੋ ਹੋਈ ਪਈ ਆ। ਮਿਲੀਅਨੇਅਰ ਬਣੇ ਨਹੀਂ ਯਾਰ, ਮੈਨੂੰ ਤਾਂ ਲੱਗਿਆ ਸੀ ਆ ਵੀ ਖਾਸੇ ਲੋਕ ਮਿਲੀਅਨੇਅਰ ਬਣ ਜਾਣਗੇ। ਸਲਾਉਦੀਨ ਅਯੂਬੀ, ਯਾਰ ਸਲਾਉਦੀਨ ਅਯੂਬੀ ਮੈਨੂੰ ਬੜਾ ਵਧੀਆ ਲੱਗਦਾ ਹਨਾ। ਜਰੂਸਲਮ ਫਤਿਹ ਕਰਨ ਦੇ ਵਿੱਚ ਸਲਾਉਦੀਨ ਅਯੂਬੀ ਦਾ ਬਹੁਤ ਵੱਡਾ ਹੱਥ ਸੀਗਾ। ਮਿਸਰ ਫਤਿਹ ਕੀਤਾ, ਜਿੰਨੀਆਂ ਮੁਸਲਿਮ ਕਿੰਗਡਮ ਸੀ ਉਹਨਾਂ ਨੂੰ ਯੂਨਾਈਟ ਕੀਤਾ, ਕਿਉਂਕਿ ਪਹਿਲਾਂ ਮੁਸਲਮਾਨ ਆਪਸ 'ਚ ਹੀ ਲੜਦੇ ਰਹਿੰਦੇ ਸੀ। ਫਿਰ ਉਹਨੇ ਜਰੂਸਲਮ ਕ੍ਰਿਸਚਨਸ ਤੋਂ ਹੋਇਆ ਨਾ। ਫਿਲਮ ਬਣੀ ਹੋਈ ਹੈ, ਕੀ ਨਾਮ ਆ ਯਾਰ ਫਿਲਮ ਦਾ, ਹੈਵਨ ਸਮਥਿੰਗ ਯੂ ਨੋ, ਹੈਵਨ ਹੂਵਨ। ਬ్రో ਤੁਹਾਡਾ YouTube ਚੈਨਲ ਹੈਗਾ? ਹਾਂਜੀ ਵੀਰੇ YouTube ਚੈਨਲ ਹੈਗਾ, ਬਾਇਓ ਦੇ ਵਿੱਚ ਲਿੰਕ ਹੈ। ਸਲਾਉਦੀਨ ਅਯੂਬੀ ਦਾ ਯਾਰ ਬਹੁਤ ਵਧੀਆ, ਮੈਨੂੰ ਤਾਂ ਬਹੁਤ ਵਧੀਆ ਕਰੈਕਟਰ ਲੱਗਦਾ। ਆਈ ਥਿੰਕ ਜਦ ਆਪਾਂ ਸੂਰਮਿਆਂ ਦੀ ਗੱਲ ਕਰਦੇ ਹਾਂ, ਬਹਾਦਰਾਂ ਦੀ ਗੱਲ ਕਰਦੇ ਹਾਂ ਨਾ, ਤਾਂ ਸਲਾਉਦੀਨ ਅਯੂਬੀ ਇਜ਼ ਦੇਅਰ। ਹੀ ਵਾਜ਼ ਦਾ ਫਸਟ ਥਰੂ, ਆਈ ਥਿੰਕ ਇਫ ਆਮ ਨਾਟ ਰੋਂਗ, ਜਿੰਨੀਆਂ ਮੁਸਲਿਮ ਕੰਟਰੀਜ਼ ਹੈ ਉਹਨਾਂ ਨੂੰ ਇਕੱਠਾ ਕਰਨ ਵਾਲਾ ਸਲਾਉਦੀਨ ਅਯੂਬੀ ਪਹਿਲਾ ਸੀਗਾ। ਪਲੱਸ ਹੀ ਡਿਡਨਟ ਕੈਪਟ ਐਨੀਥਿੰਗ ਫॉर ਪੰਜਾਬੀ ਗੂਗਲ ਜ਼ਾਲਮ, ਤੇ ਹੀ ਡਿਡਨਟ ਕੈਪਟ ਐਨੀ ਮਨੀ ਫॉर ਹਿਮਸੈਲਫ। ਜਿਵੇਂ ਪਹਿਲਾਂ ਜਿਹੜੇ ਖਲੀਫਾ ਇਹਨਾਂ ਦੇ ਹੁੰਦੇ ਸੀਗੇ, ਉਹ ਸਾਰਾ ਪੈਸਾ ਆਪ ਇਕੱਠਾ ਕਰਨ ਲੱਗ ਜਾਂਦੇ। ਸਲਾਉਦੀਨ ਅਯੂਬੀ ਯੂ ਨੋ ਕਹਿੰਦੇ ਆ ਕਿ ਉਹਨੇ ਪੈਸਾ ਇਕੱਠਾ ਨਹੀਂ ਕੀਤਾ, ਉਹਨੂੰ ਇਹ ਸੀ ਕਿ ਯਾਰ ਜਰੂਸਲਮ ਮੁਸਲਮਾਨਾਂ ਕੋਲੇ ਵਾਪਸ ਆ ਜਾਵੇ। ਪਲੱਸ ਆਈ ਥਿੰਕ ਉਹਨੇ ਮੁਸਲਮਾਨਾਂ ਨੇ ਉਹਦੇ ਅੰਡਰ, ਉਹਨਾਂ ਨੇ ਵੀ ਜਿਹੜੇ ਕ੍ਰਿਸਚਨ ਸੀ ਜਾਂ ਜੂਸ ਸੀ ਉਹਨਾਂ ਨੂੰ ਬੁੱਚਰ ਨਹੀਂ ਸੀ ਕੀਤਾ, ਈਵਨ ਦੋ ਆਫਟਰ ਟੇਕਿੰਗ ਜਰੂਸਲਮ। ਸੋ ਹੀ ਵਾਜ਼ ਕੁਆਇਟ ਦੀ ਕਰੈਕਟਰ ਯੂ ਨੋ। ਸੋ ਮੈਨੂੰ ਤਾਂ ਸਲਾਉਦੀਨ ਅਯੂਬੀ ਦਾ ਕਰੈਕਟਰ ਬਹੁਤ ਵਧੀਆ ਲੱਗਦਾ ਯਾਰ। ਆਈ ਐਕਚੁਅਲੀ ਦੇਖੋ, ਬਹਾਦਰ ਜਿਹੜੇ ਹੁੰਦੇ ਆ ਸਾਰਿਆਂ ਦੇ ਸਾਂਝੇ ਹੁੰਦੇ ਆ, ਠੀਕ ਹੈ। ਬਹਾਦਰ, ਸ਼ਾਇਰ ਹਾਂ, ਰਿਲੀਜੀਅਸ ਗੁਰੂਜ਼, ਇਹ ਸਾਰਿਆਂ ਦੇ ਸਾਂਝੇ ਹੁੰਦੇ ਆ, ਕਿਉਂਕਿ ਇਹ ਹਿਊਮੈਨਿਟੀ ਵਾਸਤੇ ਕੀਤਾ ਇਹਨਾਂ ਨੇ ਜੋ ਕੁਛ ਕੀਤਾ। ਸੋ ਬਹਾਦਰਾਂ ਦੇ ਵਿੱਚ ਸਲਾਉਦੀਨ ਅਯੂਬੀ ਦਾ ਨਾਮ ਵੀ ਆਉਂਦਾ। ਯੂ ਨੀਡ ਟੂ ਰੀਡ ਅਬਾਊਟ ਹਿਮ ਮੈਨ, ਯੂ ਨੀਡ ਟੂ ਲਿਸਨ, ਯੂ ਨੀਡ ਟੂ ਸੀ ਸਮਥਿੰਗ ਔਨ ਸਲਾਉਦੀਨ ਅਯੂਬੀ ਯੂ ਨੋ। ਹੀ ਵਾਜ਼, ਇਹੋ ਜਿਹੇ ਬੰਦੇ ਬੜੇ ਘੱਟ ਹੋਏ ਆ ਹਿਸਟਰੀ ਦੇ ਵਿੱਚ ਜਿਨ੍ਹਾਂ ਨੇ ਹਿਸਟਰੀ 'ਤੇ ਆਪਣੀ ਛਾਪ ਛੱਡੀ ਹੋਵੇ, ਐਂਡ ਵਰਲਡ ਹਿਸਟਰੀ 'ਤੇ ਯੂ ਨੋ। ਜਦੋਂ ਆਪਾਂ ਗੱਲ ਕਰਦੇ ਹਾਂ ਇਹੋ ਜਿਹੇ ਕੁਛ ਬੰਦਿਆਂ ਦੀ, ਤਾਂ ਸਲਾਉਦੀਨ ਅਯੂਬੀ ਦੀ ਵਰਲਡ ਹਿਸਟਰੀ 'ਤੇ ਛਾਪ ਹੈ, ਕਿਉਂਕਿ ਜਰੂਸਲਮ ਜਿਹੜਾ ਹੈਗਾ ਵਾ, ਇਟ ਹੈਜ਼ ਬੀਨ ਦ ਸੈਂਟਰ ਆਫ ਦ ਵਰਲਡ ਫॉर ਸੈਂਚੁਰੀਜ਼, ਈਵਨ ਟੂਡੇ ਯੂ ਨੋ। ਸਿਮੂਲੇਸ਼ਨ ਥਿਊਰੀ 'ਚ ਬ్రో ਮੈਂ ਯਕੀਨ ਨਹੀਂ ਕਰਦਾ, ਦੈਟਸ ਓਕੇ ਬ్రో। ਤੁਹਾਡੇ ਯਕੀਨ ਕਰਨ ਜਾਂ ਨਾ, ਤੁਹਾਡੇ ਕਿਸੇ ਵੀ ਯਕੀਨ 'ਚ, ਤੁਹਾਡੇ ਕੀ ਮੇਰੇ ਵੀ ਕਿਸੇ ਚੀਜ਼ 'ਚ ਯਕੀਨ ਕਰਨ ਜਾਂ ਨਾ ਕਰਨ ਨਾਲ, ਔਨ ਦ ਗ੍ਰੈਂਡ ਸਕੇਲ ਆਫ ਥਿੰਗਸ, ਕਿਸੇ ਚੀਜ਼ ਦੀ ਇਟ ਡਜ਼ਨਟ ਮੈਟਰ। ਜਿਵੇਂ ਹੁਣ ਮੈਂ ਕਹਦਾ ਮੈਂ ਰੱਬ 'ਚ ਯਕੀਨ ਕਰਦਾ, ਕੁਛ ਚੇਂਜ ਨਹੀਂ ਹੋ ਰਿਹਾ ਯੂ ਨੋ। ਜੇ ਮੈਂ ਕਹਦਾ ਮੈਂ ਰੱਬ ਨੂੰ ਗਾਲਾਂ ਕੱਢਣ ਲੱਗ ਜਾ, ਮੈਂ ਰੱਬ 'ਚ ਯਕੀਨ ਨਹੀਂ ਕਰਦਾ, ਉਹਦੇ ਨਾਲ ਵੀ ਕੁਛ ਨਹੀਂ ਹੋ ਰਿਹਾ, ਨਥਿੰਗ ਹੈਪਨਸ ਰਾਈਟ। ਸੋ ਸਾਨੂੰ ਐਂ ਲੱਗਦਾ ਕਿ ਅਸੀਂ ਬਹੁਤ ਜ਼ਿਆਦਾ ਇੰਪੋਰਟੈਂਟ ਆ, ਸਾਡੇ ਆਸੇ ਪਾਸੇ ਦੁਨੀਆ ਘੁੰਮਦੀ ਆ, ਦਿਸ ਐਂਡ ਦੈਟ, ਵੀ ਆਰ ਦੀ ਸੈਂਟਰ ਆਫ ਯੂਨੀਵਰਸ, ਬਟ ਇੱਦਾਂ ਹੁੰਦਾ ਨਹੀਂ ਹੈਗਾ। ਔਨ ਦੀ ਗ੍ਰੈਂਡ ਸਕੇਲ ਵੀ ਆਰ ਜਸਟ ਅ ਨੋਰਮਲ ਮਾਈਕਰੋਸਕੋਪਿਕ ਸਪੈਕ ਆਫ ਸਟਾਰ ਡਸਟ, ਠੀਕ ਹੈ। ਅਸੀਂ ਤਾਰਿਆਂ ਦੀ ਧੂੜ ਆ। ਸੁਖ ਬਾਈ ਇਹਨੂੰ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਸਕਦਾ ਵਾ। ਹੁਣੇ ਅਸੀਂ ਗੱਲ ਕਰ ਰਹੇ ਸੀ ਕਿ ਹਾਊ ਸਟਾਰਸ ਕ੍ਰੀਏਟ ਐਲੀਮੈਂਟਸ ਐਂਡ ਯੂ ਆਰ ਪ੍ਰੋਡਕਟ ਆਫ ਦੋਜ਼ ਐਲੀਮੈਂਟਸ, ਸੋ ਯੂ ਆਰ ਨਥਿੰਗ ਬਟ ਸਟਾਰ ਡਸਟ। ਹਾਊ ਲਾਈਕ ਖਾਲਿਦ ਇਬਨ ਅਲ ਵਾਲਿਦ ਐਜ਼ ਵਿਲ। ਖਾਲਿਦ ਯਾਰ ਉਹ ਵੀ ਦੇਖੋ ਪਤਾ ਕੀ ਹੈ, ਕਿਉਂਕਿ ਮੁਸਲਮਾਨ ਜਿਹੜਾ ਦ ਮੁਸਲਿਮ ਵਰਲਡ ਵਾਜ਼ ਆਲਵੇਜ਼ ਫਾਈਟਿੰਗ ਰਾਈਟ। ਦੇ ਵਰ ਇਨ ਵॉर ਵਿਦ ਦੈਮਸੈਲਫ, ਆਪਸ 'ਚ ਵੀ ਲੜ ਰਹੇ ਸੀ ਉਹ, ਫਿਰ ਮੰਗੋਲਾਂ ਨਾਲ ਲੜ ਰਹੇ ਸੀਗੇ, ਫਿਰ ਉੱਧਰੋਂ ਕ੍ਰਿਸਚਨ ਨਾਈਟਸ ਨਾਲ ਲੜ ਰਹੇ ਸੀਗੇ, ਠੀਕ ਹੈ। ਸੋ ਦੈਟਸ ਵਾਈ ਦੇ ਹੈਵ ਮੈਨੀ ਵਾਰੀਅਰਸ ਬ్రో। ਇੱਕ ਬਾਰ ਉੱਚੀ ਦੇ ਕਹਿ ਦੇ ਸ਼ਕਤੀਮਾਨ, ਕੋਈ ਚੱਕਰ ਨਹੀਂ। ਸ਼ਕਤੀਮਾਨ ਵੀਰੇ ਮੈਂ ਬਹੁਤ ਦੇਖਿਆ ਵਾ। ਸ਼ਕਤੀਮਾਨ ਹੈਜ਼ ਬਿਨ ਯੂ ਨੋ, ਆਈ ਥਿੰਕ ਤੁਹਾਡੀ ਮਤਲਬ ਮੈਨੂੰ ਸ਼ਕਤੀਮਾਨ ਨੇ ਬੜਾ ਇੰਪ੍ਰੈਸ ਕੀਤਾ ਸੀਗਾ ਯੂ ਨੋ। ਐਜ਼ ਅ ਚਾਈਲਡ ਆਈ ਯੂਜ਼ ਟੂ ਵਾਚ ਸ਼ਕਤੀਮਾਨ ਅ ਲੋਟ। शक्तिमान दुनिया बदल सकती है, शोलों में ढल सकती है। We should discuss Stardust, it's fascinating. Yes man,
ਉਹੀ ਆ ਸੁੱਖ ਵੀਰੇ, ਮੈਨੂੰ ਨਾ ਇਹ ਚੀਜ਼ ਬੜੀ ਉਹ ਲੱਗਦੀ ਹੁੰਦੀ ਆ ਕਦੇ ਕਦੇ ਨਾ, ਮੈਂ ਇਹ ਚੀਜ਼ ਨੂੰ ਲੈ ਕੇ ਆਈ ਫੀਲ, ਨਿਊਜ਼ੀਲੈਂਡ ਰਹਿੰਦੇ ਵੀਰ ਤੁਸੀਂ, ਹਾਂਜੀ ਵੀਰੇ, ਮੈਂ ਬੜਾ ਨਾ ਆਈ ਫੀਲ ਬੈਡ, ਕਿਉਂਕਿ ਨਾ ਜਿੰਨੀ ਨੌਲੇਜ ਹੈਗੀ ਆ ਇਹ ਸਾਰੀ ਗੋਰਿਆਂ, ਮੈਨੂੰ ਐਂ ਲੱਗਦਾ ਹੁੰਦਾ ਵੀ ਸਾਲਿਆਂ ਨੇ ਸਾਰੀ ਨੌਲੇਜ ਇਕੱਠੀ ਕਰਕੇ ਆਪਣੇ ਕੋਲੇ ਰੱਖੀ ਹੋਈ ਹੈ, ਆਵਰ ਪੀਪਲ ਡੋਂਟ ਟਾਕ ਅਬਾਊਟ ਸਮਾਰਟ ਥਿੰਗਸ। ਇੰਟੈਲੀਜੈਂਟ ਬੰਦਾ ਤੂੰ ਕੀਪ ਗੋਇੰਗ, ਥੈਂਕ ਯੂ ਜੀ, ਥੈਂਕ ਯੂ। ਹੇ ਬ੍ਰੋ ਹਾਊਸ ਗੋਇੰਗ, ਗੁੱਡ ਮੈਨ, ਗੁੱਡ ਬਾਈ ਜੀ, ਕਿੱਦਾਂ ਬਾਈ ਜੀ? ਸੋ ਮੈਨੂੰ ਸੁੱਖ ਵੀਰੇ ਐਂ ਲੱਗਦਾ ਹੁੰਦਾ ਯਾਰ ਵੀ ਸਾਡੇ 'ਚ ਇੱਦਾਂ ਦੀ ਡਿਸਕਸ਼ਨ ਕੋਈ ਕਿਉਂ ਨਹੀਂ ਕਰਦਾ, ਆਈ ਯੂਜ਼ ਟੂ ਫੀਲ ਦੈਟ। ਐਂਡ ਈਵਨ ਮੇਰਾ ਲਾਸਟ ਈਅਰ ਪਲਾਨ ਸੀ ਕਿ ਸਾਰਾ ਕੁਝ ਸਟਾਰਟ ਕੀਤਾ ਜਾਵੇ, ਬਟ ਡਿਲੇ ਹੋ ਗਿਆ, ਇਸ ਸਾਲ ਸਟਾਰਟ ਕੀਤਾ, ਸੋ ਫਾਰ ਸੋ ਗੁੱਡ, ਹੈ ਨਾ, ਦੇਰ ਆਏ ਦਰੁਸਤ ਆਏ। ਹੁਣ ਕਰ ਰਹੇ ਹਾਂ ਆਪਾਂ ਪੋਡਕਾਸਟ ਵੀ ਕਰਾਂਗੇ, ਉਹਦੇ ਵਿੱਚ ਵੀ ਆਈ ਐਮ ਕੁਆਇਟ ਐਕਸਾਈਟਡ, ਆਈ ਕਾਂਟ ਟੈਲ ਯੂ ਹਾਊ ਐਕਸਾਈਟਡ ਆਈ ਐਮ। ਬਰੋ ਵਿਚ ਹਿਸਟੋਰਿਕ ਬੁੱਕ ਯੂ ਰੀਸੈਂਟਲੀ ਰੈਡ? ਭਾਜੀ ਰੀਸੈਂਟਲੀ ਕੋਈ ਹਿਸਟੋਰਿਕ ਬੁੱਕ ਰੀਡ ਨਹੀਂ ਕੀਤੀ, ਰੀਸੈਂਟਲੀ ਤਾਂ ਆਹ ਰੀਡ ਕਰ ਰਹੇ ਹਾਂ, ਆਵਰ ਐਨਸੈਸਟਰਸ ਕੇਮ ਫਰੋਮ ਆਊਟਰ ਸਪੇਸ, ਇੱਕ ਆਹ ਰੀਡ ਕਰ ਰਹੇ ਹਾਂ, ਅਕੋਰਡਿੰਗ ਟੂ ਦ ਐਵੀਡੈਂਸ ਮਾਈ ਪ੍ਰੂਫ ਆਫ ਮੈਨਸ ਐਕਸਟਰਾ ਟਰੈਸਟਰੀਅਲ ਓਰੀਜਨਸ, ਜਾਂ ਨੇਚਰ ਆਫ ਦ ਯੂਨੀਵਰਸ, ਫਰੈਡ ਹੋਇਲ। ਸੋ ਹਿਸਟਰੀ 'ਤੇ ਕਦੇ ਕੋਈ ਕਿਤਾਬ, ਹਿਸਟਰੀ 'ਤੇ ਕਾਫੀ ਟਾਈਮ ਤੋਂ ਕਿਤਾਬ ਨਹੀਂ ਪੜ੍ਹੀ। ਆਪਣੇ ਬੰਦੇ ਰਿਲੀਜੀਅਸ ਨਹੀਂ ਨਿਕਲਦੇ, ਰਿਲੀਜਨ ਤੋਂ ਬਾਹਰ ਨਹੀਂ ਨਿਕਲਦੇ ਆਪਣੇ ਬੰਦੇ, ਯੈਸ, what is life meaning? What is the meaning of life? Yeah, life, whatever you make out of it. What do you think? Gods, Ottoman Empire and Mughal Empire, world ਦੀਆਂ ਦੋ ਸੁਪਰ ਪਾਵਰ ਇੱਥੇ ਨੇ, ਆਪਸ ਵਿੱਚ ਫਾਈਟ ਕਿਉਂ ਨਹੀਂ ਕੀਤੀ? ਭਾਜੀ ਭਗਤ ਸਿੰਘ ਬਾਰੇ ਕੁਝ ਯਾਰ ਆਹ ਨਾ, ਆਈ ਥਿੰਕ ਰੂਪੀਆਂ ਵਾਲਾ ਵੀਰ ਇਹ ਮੇਰੀ ਨੌਲੇਜ ਟੈਸਟ ਕਰ ਰਿਹਾ ਵਾ, ਤੇ ਗੁਰਪ੍ਰੀਤ ਸੰਧੂ ਇਹ ਨੌਲੇਜ ਟੈਸਟ ਕਰ ਰਿਹਾ। ਖੈਰ ਆਈ ਲਾਈਕ ਵੈਨ ਸਮਬਡੀ ਟੈਸਟ ਮਾਈ ਨੌਲੇਜ। ਤੇ ਆਟੋਮਨ ਐਮਪਾਇਰ ਐਂਡ ਮੁਗਲ ਐਮਪਾਇਰ ਦੁਨੀਆ ਦੀਆਂ ਦੋ ਸੁਪਰ ਪਾਵਰ ਹੋਈਆਂ, ਬਟ ਆਪਸ 'ਚ ਫਾਈਟ ਕਿਉਂ ਨਹੀਂ ਕੀਤੀ ਇਹਨਾਂ ਨੇ? ਇਹਦਾ ਜੀ ਇੱਕ ਬੜਾ ਸਿੰਪਲ ਜਿਹਾ ਕੁਐਸਚਨ ਹੈ, ਬਿਕੋਜ਼ ਜਿਹੜੇ ਆਟੋਮਨ ਸੀਗੇ, ਠੀਕ ਹੈ, ਦੇ ਵਰ ਮੋਰ ਵਰਿਡ, ਦੇ ਵਰ ਮੋਰ ਇੰਟਰਸਟਡ ਕਿ ਉਹ ਕ੍ਰਿਸਚਨ, ਕਿਉਂਕਿ ਯੂਰਪੀਅਨ ਜਿਹੜਾ ਹੁੰਦਾ ਸੀ ਉਹ ਕ੍ਰਿਸਚਨਸ ਹੁੰਦਾ ਸੀਗਾ ਨਾ। ਆਟੋਮਨਸ ਨੇ ਜਿਵੇਂ ਟਰਕੀ ਦਾ ਜਿਹੜਾ ਸ਼ਹਿਰ ਆ ਇਸਤਾਨਬੁਲ, ਉਹਦਾ ਨਾਮ ਪਹਿਲਾਂ ਅਲੈਗਜ਼ੈਂਡਰੀਆ ਹੁੰਦਾ ਸੀ ਕਿ ਕੀ, ਨਹੀਂ ਅਲੈਗਜ਼ੈਂਡਰੀਆ ਨਹੀਂ ਸੀ ਹੁੰਦਾ, ਇਸਤਾਨਬੁਲ ਦਾ ਪੁਰਾਣਾ ਨਾਮ ਕੀ ਸੀਗਾ? ਸੁਖ ਵੀਰੇ ਜੇ ਪਤਾ ਤਾਂ ਦੱਸੋ ਮੈਨੂੰ, ਨਾਮ ਭੁੱਲ ਗਿਆ। ਇਸਤਾਨਬੁਲ ਦਾ ਪੁਰਾਣਾ ਨਾਮ, ਕ੍ਰਿਸਚਨ ਨਾਮ ਕੀ ਸੀਗਾ? ਠੀਕ ਹੈ, ਆਈ ਥਿੰਕ ਕੌਂਸਟੈਂਟਨੀਓਪਲ ਸੀਗਾ, ਆਈ ਥਿੰਕ ਉਹਦਾ ਨਾਮ ਕੌਂਸਟੈਂਟਨੀਓਪਲ, ਯੈਸ। ਸੋ ਇਹ ਇੰਟਰਸਟਡ ਸੀਗੇ ਕਿ ਅਸੀਂ ਯੂਰਪ ਕੰਨੀ ਨੂੰ ਵਧੀਏ, ਅਸੀਂ ਕ੍ਰਿਸਚਨਸ ਨੂੰ ਮੁਸਲਿਮ ਕਰੀਏ। ਤੇ ਜਦੋਂ ਇੱਧਰ ਆਉਣੇ ਆ ਉਹ ਨਾਲੇ ਜਿਹੜੇ ਮੁਗਲ ਸੀਗੇ ਉਹ ਤਾਂ ਪਹਿਲਾਂ ਹੀ ਦੇ ਵਰ ਆਲਰੇਡੀ ਮੁਸਲਿਮਸ। ਸੋ ਉਦੋਂ ਇਹਨਾਂ ਦਾ ਇਹ ਵੀ ਸੀ ਕਿ ਮੁਸਲਮਾਨ ਤੇ ਹਮਲਾ ਨਾ ਕਰੇ, ਮੁਸਲਮਾਨ ਰੈਦਰ ਦੈਨ ਗੋ ਆਊਟ ਕ੍ਰਿਸਚਨਸ ਨਾਲ ਲੜੇ। ਮਗਰ ਉਹਦੇ ਵਿੱਚ ਵੀ ਇਹਨਾਂ ਦੀ ਆਪਸ 'ਚ ਕਿਤੇ ਨਾ ਕਿਤੇ ਟਕਰਾਅ ਹੁੰਦਾ ਰਹਿੰਦਾ ਸੀਗਾ, ਕੋਈ ਐਡਾ ਬੜਾ ਨਹੀਂ ਹੈਗਾ। ਬਟ ਆਟੋਮਨਸ ਐਂਡ ਦੀਜ਼ ਆਈ ਥਿੰਕ ਦੇ ਵਰ ਰਿਲੇਟਿਵਸ ਐਜ਼ ਵੈਲ। ਜਿਵੇਂ ਹਮਾਯੂ ਜਿਹੜਾ ਸੀਗਾ ਉਹ ਇਹਨਾਂ ਦਾ ਸੀਗਾ, ਉਹ ਇਰਾਕ ਜਾਂ ਈਰਾਨ ਦਾ ਰਿਸ਼ਤੇਦਾਰ, ਸਮਥਿੰਗ ਲਾਈਕ ਦੈਟ ਉਹ ਸੀਗਾ। ਸੋ ਯਾ I think they were both Shia as well or Sunni. No, I think Shia. ਇਹ ਵੀ ਚੱਕਰ ਹੋਣਾ ਵਾ, ਸ਼ੀਆ ਸੁੰਨੀ ਇਹ ਵੀ ਦੇਖਣਾ ਪੈਣਾ ਕੌਣ ਸੀ, ਕਿਉਂਕਿ ਸ਼ੀਆ ਸੁੰਨੀ ਨਾਲ ਸ਼ੀਆ ਲੜਦੇ ਨਹੀਂ ਸੀ, ਸੁੰਨੀ ਲੜਦੇ ਨਹੀਂ ਸੀਗੇ, ਸਮਥਿੰਗ ਲਾਈਕ ਦੈਟ। ਇਹਨਾਂ ਦਾ ਆ ਵੀ ਚੱਕਰ ਰਿਹਾ ਵਾ। ਕੌਂਸਟੈਂਟੀਨੋਪਲ, ਯੈਸ, ਮੈਨੂੰ ਯਾਦ ਆ ਗਿਆ ਸੀ। ਭਾਜੀ ਮੇਰਾ ਦਾਗਿਸਤਾਨ ਦਾ PDF ਆਈ ਥਿੰਕ ਪਾਇਆ ਹੋਇਆ ਯਾਰ। ਆਈ ਹਰਡ ਕੈਲੀਫੋਰਨੀਆ ਵਰਡ ਇਜ਼ ਆਲਸੋ ਕੇਮ ਫਰੋਮ ਅਰੈਬਿਕ। ਕੈਲੀਫੋਰਨੀਆ ਪਤਾ ਨਹੀਂ, ਅਸੈਸਨ ਦਾ ਤਾਂ ਪਤਾ ਮੈਨੂੰ, ਹੈਸ਼ਨਸ ਹੁੰਦਾ ਸੀਗਾ, ਹੈਸ਼ਨਸ ਤੋਂ ਅਸੈਸਨਸ ਬਣ ਗਿਆ ਸੀਗਾ। ਬਾਈ ਇੰਨੀ ਨੌਲੇਜ ਨਹੀਂ ਵੀਰੇ ਹਜੇ ਕਿੱਥੇ ਨੌਲੇਜ ਯਾਰ। ਹਜੇ ਤਾਂ ਮੈਨੂੰ ਲੱਗਦਾ ਮੈਨੂੰ 5 ਤੋਂ 10 ਸਾਲ ਹੋਰ ਲੱਗਣਗੇ ਬਿਫੋਰ ਆਈ ਕੈਨ ਸੀ ਕਿ ਹਾਂ ਮੈਨੂੰ ਕੁਛ ਪਤਾ ਹੈ। ਹਜੇ ਮੈਨੂੰ ਕੁਛ ਨਹੀਂ ਪਤਾ, ਹਜੇ ਤਾਂ ਮੈਂ ਟੱਕਰਾਂ ਮਾਰ ਰਿਹਾ ਕਿਤਾਬਾਂ ਨਾਲ। ਬਾਈ ਤੁਹਾਡੀ ਨਜ਼ਰ 'ਚ ਇਨਸਾਨੀਅਤ ਪਹਿਲਾਂ ਜਾਂ ਧਰਮ? ਵੀਰੇ ਇਨਸਾਨੀਅਤ, ਆਲਵੇਜ਼ ਇਨਸਾਨੀਅਤ। ਧਰਮ ਸਾਡੀ ਫੈਸਿਲਿਟੀ ਵਾਸਤੇ ਬਣਿਆ, ਧਰਮ ਸਾਡੀ ਰੂਹ ਦਾ ਲਿਬਾਸ ਹੈ ਨਾ। ਜਿਵੇਂ ਸਾਡਾ ਸਰੀਰ ਹੈ ਤੇ ਆਹ ਸਾਡਾ ਲਿਬਾਸ ਹੈ, ਸਾਡੇ ਵਾਸਤੇ ਸਰੀਰ ਇੰਪੋਰਟੈਂਟ ਹੈ, ਲਿਬਾਸ ਇੰਪੋਰਟੈਂਟ ਉਹਨਾਂ ਨਹੀਂ ਜਿੰਨਾ ਸਰੀਰ ਇੰਪੋਰਟੈਂਟ ਹੈ। ਮਤਲਬ ਇਹਦਾ ਮਤਲਬ ਇਹ ਨਹੀਂ ਕਿ ਲਿਬਾਸ ਤੁਸੀਂ ਗੰਦਾ ਰੱਖਣਾ, ਇਹਨੂੰ ਸਾਫ਼ ਨਹੀਂ ਕਰਨਾ, ਇਹਦੀ ਲੁੱਕ ਆਫਟਰ ਨਹੀਂ ਕਰਨੀ, ਇਹਨੂੰ ਧੋਣਾ ਨਹੀਂ ਹੈਗਾ। ਉਵੇਂ ਜਿਹੜੀ ਤੁਹਾਡੀ ਰੂਹ ਹੈ ਉਹ ਇਨਸਾਨੀਅਤ ਹੈ ਤੇ ਰੂਹ ਦਾ ਲਿਬਾਸ ਧਰਮ ਹੈ, ਠੀਕ ਹੈ। ਸੋ ਮੇਕ ਸ਼ੋਰ ਤੁਹਾਡਾ ਧਰਮ ਗੰਦਾ ਨਾ ਹੋਵੇ, ਤੁਹਾਡਾ ਧਰਮ ਸਹੀ ਰਹੇ। ਹਾਊ ਅਬਾਊਟ 1 2 3 numeric? ਆਰ ਦੇ ਅਰੈਬਿਕ? 1 2 3 ਆਈ ਥਿੰਕ ਅਰੈਬਿਕ ਹੋਣੇ ਆ। ਨਿਊਮੈਰਿਕਸ ਵਰ ਕਿਉਂਕਿ ਉਹ ਰੋਮਨਸ ਫੋਲੋ ਕਰਦੇ ਸੀ। ਆਈ ਥਿੰਕ ਜਿਹੜਾ ਵੈਸਟਰਨ ਵਰਲਡ ਸੀਗਾ ਦੇ ਯੂਜ਼ ਟੂ ਫੋਲੋ ਰੋਮਨ,
ਐਂਡ ਆਈ ਥਿੰਕ 1 to 3 ਆਰ ਅਰਾਬਿਕ, ਕਿਉਂਕਿ ਇੰਡੀਆ ਦਾ ਅਰਬਸ ਦਾ ਇਹਨਾਂ ਦਾ ਕੁਆਇਟ ਸਿਮਿਲਰ ਸਿਸਟਮ ਸੀਗਾ ਕਾਫੀ ਚੀਜ਼ਾਂ ਨੂੰ ਲੈ ਕੇ, ਈਵਨ ਐਸਟਰੋਨੋਮੀ, ਕਿਉਂਕਿ ਜਿਹੜੇ ਇਹਨਾਂ ਦੇ ਸਕਾਲਰ ਸੀਗੇ, ਇਨਸਾਨੀਅਤ ਇਜ਼ ਪਾਰਟ ਆਫ ਧਰਮ ਨਹੀਂ ਬ్రో, ਇਨਸਾਨੀਅਤ ਇਜ਼ ਪਾਰਟ ਆਫ ਬੀਇੰਗ ਹਿਊਮਨ। ਖੈਰ ਇਹ ਫਿਲੋਸੋਫੀਕਲ ਟੌਪਿਕ ਨੇ, ਇਹਨਾਂ ਤੇ ਜਿੰਨਾ ਮਰਜ਼ੀ ਇਹ ਤਾਂ ਯਾਰ ਪਾਣੀ 'ਚ ਬੰਧਾਣੀ ਵਾਲਾ ਕੰਮ ਹੈ, ਪਾਣੀ 'ਚ ਬੰਧਾਣੀ ਪਾ ਕੇ ਬੈਠੇ ਰਹੋ, ਕੁਛ ਨਹੀਂ ਹੁੰਦਾ। ਸੋ ਯੂ ਨੋ ਯੂ ਬਿਲੀਵ ਵਟ ਯੂ ਵਾਂਟ ਟੂ ਬਿਲੀਵ, ਦੇयर इज नथिंग रॉन्ग इन दैट। सो या वट एल्स संधू साहब कुछ होर पुछ लो, तुसी वधिया क्वेश्चन कर रहे हो। You are intelligent and very clever vision. As a Punjabi, I proud of you. Thank you जी, thank you, thank you, thank you, thank you. ਅਰਾਬਿਕ ਐਕਸਚੇਂਜ ਨੌਲੇਜ ਫਰੋਮ ਇੰਡੀਅਨਸ। ਯੈਸ, ਇਹਨਾਂ ਦੇ ਜਿਹੜੇ ਉਹ ਸੀਗੇ ਨਾ ਸਿਲਕ ਰੋਡ ਹੁੰਦੇ ਹੋਏ ਇਹ ਇੰਡੀਆ ਬੜੇ ਆਉਂਦੇ ਹੁੰਦੇ ਸੀਗੇ। ਇਹਨਾਂ ਦੇ ਜਿਹੜੇ ਇੱਕ ਦੋ ਦਾਨਿਸ਼ਵਰ ਸੀਗੇ, ਮੈਂ ਨਾਂ ਭੁੱਲ ਰਿਹਾ ਕੀ ਨਾਮ ਸੀਗਾ ਉਹਦਾ, ਅਲ ਸਮ ਕਰਕੇ, ਨਹੀਂ ਅਲ ਕੀ ਸੀਗਾ ਨਾਮ ਉਹਦਾ। ਇਹਨਾਂ ਦੇ ਅਰਬ ਦੇ ਵਿੱਚ ਇੱਕ ਬਹੁਤ 2-4 ਬੰਦੇ ਬਹੁਤ ਹੋਏ ਆ, ਉਹਨਾਂ ਦੇ ਟੈਕਸਟ ਦੇ ਵਿੱਚ ਤੁਹਾਨੂੰ ਇੰਡੀਆ ਦਾ ਜ਼ਿਕਰ ਬੜਾ ਮਿਲੂਗਾ। ਆਈ ਐਮ ਬਿਗਿਨਰ ਇਨ ਰੀਡਿੰਗ, ਕੈਨ ਯੂ ਸੁਜੈਸਟ ਮੀ ਬੁੱਕ, ਬਰੋ ਐਨੀ ਬੁੱਕ। ਹਾਂਜੀ ਕਾफ़ी ਕਿਤਾਬਾਂ ਸੁਜੈਸਟ ਕਰ ਸਕਦੇ ਹਾਂ ਬਰੋ। ਮੇਰਾ ਦਾਗਿਸਤਾਨ ਪੜ੍ਹੋ, ਮਾਂ ਇਕਬਾਲ ਪੰਜਾਬੀ ਦਾ ਪੜ੍ਹੋ, ਨਾਨਕ ਸਿੰਘ ਪੜ੍ਹੋ। ਮੇਰਾ ਟੈਲੀਗ੍ਰਾਮ ਚੈਨਲ ਬਣਾਇਆ ਹੋਇਆ, ਉਹਦੇ 'ਤੇ ਬੁੱਕਸ ਦੇ PDF ਪਏ ਆ। ਯੂ ਕੈਨ ਜੇ ਤੁਹਾਨੂੰ PDF ਪੜ੍ਹਨਾ ਪਸੰਦ ਨਹੀਂ ਤਾਂ ਉਹਦੇ 'ਚ ਜਿਹੜੀਆਂ ਬੁੱਕਸ ਪਈਆਂ ਵਾ ਉਹ ਫਿਜ਼ੀਕਲੀ ਕਿਤੋਂ ਮੰਗਾ ਕੇ ਪੜ੍ਹ ਲਓ। ਡੂ ਯੂ ਥਿੰਕ ਇਟ ਇਜ਼ ਇੰਪੋਰਟੈਂਟ ਟੂ ਰੀਡ ਐਂਡ ਸਟੱਫ ਸਿੰਸ ਇਟ ਆਲ ਔਨ ਗੂਗਲ। ਦੇਖੋ ਇਹਦਾ ਮੈਂ ਤੁਹਾਨੂੰ ਨਾ ਬੜਾ ਵਧੀਆ ਤਰੀਕੇ ਨਾਲ ਐਗਜ਼ਾਮਪਲ ਦਿੰਦਾ। ਮੈਂ ਚਾਹੁੰਦਾ ਸੀ ਕੋਈ ਮੇਰੇ ਤੋਂ ਇਹ ਸਵਾਲ ਪੁੱਛੇ। ਦੇਖੋ ਤੁਹਾਨੂੰ ਇਹ ਯਾਦ ਕਰਨ ਦੀ ਲੋੜ ਨਹੀਂ ਕਿ ਵੀ ਪਲਾਸੀ ਦਾ ਯੁੱਧ ਕਦੋਂ ਹੋਇਆ ਸੀਗਾ, ਕਿਉਂਕਿ ਯੂ ਕੈਨ ਗੂਗਲ ਪਲਾਸੀ ਦਾ ਯੁੱਧ, ਰਾਈਟ। ਬਟ ਉਹਦੇ ਪਿੱਛੇ ਦੀ ਤੁਹਾਨੂੰ ਥਿਊਰੀ ਸਮਝਣੀ ਪੈਣੀ ਹੈ, ਠੀਕ ਹੈ। ਤਰੀਕਾਂ ਯਾਦ ਕਰਨ ਦੀ ਲੋੜ ਨਹੀਂ, ਇਨਸੀਡੈਂਟ ਯਾਦ ਕਰਨ ਦੀ ਲੋੜ ਨਹੀਂ, ਚੀਜ਼ਾਂ ਸਮਝਣ ਦੀ ਲੋੜ ਹੈ। ਜੇ ਕੋਈ ਮੈਥਡ ਹੈ ਉਹਨੂੰ ਸਮਝਣ ਦੀ ਲੋੜ ਹੈ। ਜਿੱਦਾਂ ਜੇ ਹੁਣ ਤੁਸੀਂ ਬਿਗ ਬੈਂਗ ਥਿਊਰੀ ਕਹੋ, ਤੁਸੀਂ ਉਹਨੂੰ ਗੂਗਲ ਕਰ ਸਕਦੇ ਹੋ, ਮਗਰ ਤੁਹਾਨੂੰ ਬਿਗ ਬੈਂਗ ਥਿਊਰੀ ਦਾ ਤਾਂ ਪਤਾ ਲੱਗੂ ਜੇ 4-5 ਕਿਤਾਬਾਂ ਪੜ੍ਹੋਗੇ। ਜੇ ਤੁਸੀਂ ਕਿਤਾਬਾਂ ਨਹੀਂ ਪੜ੍ਹੋਗੇ ਫਿਰ ਤੁਹਾਨੂੰ ਬਿਗ ਬੈਂਗ ਥਿਊਰੀ ਦਾ ਪਤਾ ਨਹੀਂ ਲੱਗੂਗਾ। ਜਿੱਦਾਂ ਕੋਈ ਰਿਲੀਜਨ ਹੈ ਉਹਨੂੰ ਤੁਸੀਂ ਗੂਗਲ ਦੇ ਮਾਧਿਅਮ ਨਾਲ ਸਮਝ ਨਹੀਂ ਸਕਦੇ, ਉਹਦੇ ਵਾਸਤੇ ਤੁਹਾਨੂੰ ਕਿਤਾਬਾਂ ਪੜ੍ਹਨੀਆਂ ਪੈਣੀਆਂ, ਲਿਟਰੇਚਰ ਪੜ੍ਹਨਾ ਪੈਣਾ ਵਾ। ਕੋਈ ਪੋਇਟਰੀ ਹੈ ਉਹ ਗੂਗਲ 'ਤੇ ਹੈ ਜ਼ਰੂਰ, ਮਗਰ ਉਹ ਲਿਖੀ ਤਾਂ ਕਿਤਾਬ 'ਚ ਗਈ ਹੈ। ਸੋ ਰੀਡਿੰਗ ਇਜ਼ ਇੰਪੋਰਟੈਂਟ, ਬਟ ਕੀ ਰੀਡ ਕਰਨਾ ਹੈ, ਕਿਹੜੀ ਚੀਜ਼ ਰਿਮੈਂਬਰ ਕਰਨੀ ਹੈ, ਕ੍ਰੈਮ ਨਹੀਂ ਕਰਨਾ। ਨਾਓ ਯੂ ਡੋਂਟ ਨੀਡ ਟੂ ਕ੍ਰੈਮਿੰਗ ਨਹੀਂ ਕਰਨੀ। You need to figure out what you need to read and how you need to read. So it's all about ਕਿ ਤੁਸੀਂ ਅਡੈਪਟ ਕਿੱਦਾਂ ਕਰਨਾ in this age of technology. ਬ్రో ਅਲਾਇੰਸ ਬਾਰੇ ਦੱਸੋ ਕੁਝ, ਤੁਹਾਨੂੰ ਕੀ ਲੱਗਦਾ USA ਦਾ ਲਿੰਕ ਹੈ? They are all on one side, right? Rich white man on one side. ਸੰਦੀਪ ਬਹਿਲ। ਹੈਲੋ ਹੈਲੋ ਵੀਰੇ, ਆਵਾਜ਼ ਘੱਟ ਆ ਰਹੀ ਤੁਹਾਡੀ। ਹੈਲੋ ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰੇ। ਹਾਂਜੀ ਮੈਂ ਹੁਣ ਤਾਂ ਇੱਥੇ ਆਪਣਾ ਦੁਬਈ ਆ, ਅਤੇ ਮੇਰੇ ਕੋਲ ਥੋੜ੍ਹਾ ਟਾਈਮ ਹੁੰਦਾ ਤਾਂ ਮੈਂ ਪੁੱਛ ਰਿਹਾ ਸੀ ਕੋਈ ਸੁਜੈਸ਼ਨ, ਕਿਉਂ ਜੋਬ ਦੇ ਵਿੱਚ ਮੇਰੀ ਸਿਟਿੰਗ ਜੋਬ ਆ ਅਤੇ ਆਲਮੋਸਟ 2 to 3 ਆਵਰਸ ਮੈਂ ਫ੍ਰੀ ਹੁੰਦਾ, ਅਤੇ ਮੈਂ ਕਿਹਾ ਚਲੋ ਕਿਸੇ ਚੰਗੇ ਪਾਸੇ ਲੱਗ ਜਾਵੇ, ਤਾਂ ਮੈਂ ਸੁਜੈਸ਼ਨਸ ਪੁੱਛ ਰਿਹਾ ਜੀ ਤੁਹਾਡੇ ਕੋਲ। ਅੱਛਾ ਵੀਰੇ, ਕੱਲ ਵੀ ਇੱਕ ਮੁੰਡੇ ਦਾ ਫੋਨ ਆਇਆ ਸੀ, ਉਹ ਵੀ ਦੁਬਈ ਤੋਂ ਹੀ ਹੈ। ਇਹ ਤੁਹਾਨੂੰ ਦੁਬਈ ਵਾਲਿਆਂ ਨੂੰ ਬੈਠਣ ਵਾਲੀਆਂ ਜੋਬ ਵੀ ਮਿਲਦੀਆਂ? ਪਹਿਲਾਂ ਤਾਂ ਮੈਨੂੰ ਇਹ ਦੱਸੋ। ਉਹ ਵੀ ਕਹਿੰਦਾ ਬਾਈ ਮੇਰੇ 5-7 ਘੰਟੇ ਜੋਬ ਤੇ ਵਿਹਲੇ ਹੁੰਦੇ ਆ। ਇੰਦਰ ਆਈ ਥਿੰਕ ਸੁਣੀ ਰਿਹਾ ਹੋਣਾ। ਮੈਂ ਨਾ ਇੱਥੇ ਮੈਂ ਵੈਸੇ ਕੰਪਨੀ ਦੇ ਵਿੱਚ ਚੀਫ ਅਕਾਊਂਟੈਂਟ ਹਾਂ। ਉਹ ਤਾਂ ਫਿਰ ਕੰਮ ਉੱਦਾਂ ਦਾ ਹੀ ਹੈ ਆਪਣਾ। ਅੱਛਾ ਤੇ ਮੋਸਟਲੀ ਕੰਮ ਮੇਰਾ ਸੈਕੰਡ ਆਵਰ ਦੇ ਵਿੱਚ ਆ ਗਿਆ ਇੰਦਰ। ਇਹ ਮੁੰਡਾ ਇਹਦਾ ਵੀ ਕੱਲ ਫੋਨ ਆਇਆ ਸੀ, ਕਹਿੰਦਾ ਬਾਈ ਮੈਂ ਜੌਬ ਕਰਦਾ ਵਾਂ ਪਰ ਮੈਂ ਵਿਹਲਾ ਹੁੰਨਾ ਵਾਂ। ਸੋ ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਯਾਰ ਇੱਥੇ ਅਸੀਂ ਵੀ ਜੌਬ ਕਰਦੇ ਹਾਂ, ਸਾਨੂੰ 5 ਮਿੰਟ ਦਾ ਟਾਈਮ ਨਹੀਂ ਮਿਲਦਾ ਹੈਗਾ, ਤੂੰ ਕਹਿੰਦਾ ਮੈਂ ਵਿਹਲਾ ਹੁੰਨਾ ਕੰਮ ਤੇ। ਨਾ ਕੋਈ ਨਾ ਯਾਰ, ਦੇਖੋ ਬੁੱਕ ਤੁਸੀਂ ਰੀਡ ਕੀ ਕਰਨੀ ਹੈ ਨਾ, ਇਹ ਤਾਂ ਪਹਿਲਾਂ ਤੁਹਾਨੂੰ ਯੂ ਹੈਵ ਟੂ ਮੇਕ ਮਾਈਂਡ ਤੁਸੀਂ ਪੜ੍ਹਨਾ ਕੀ ਚਾਹੁੰਦੇ ਹੋ, ਠੀਕ ਹੈ। ਕਿ ਯਾਰ ਤੁਸੀਂ ਹਿਸਟਰੀ
ਚਾਹੁੰਦੇ ਹੋ, ਜਿਵੇਂ ਹੁਣ ਆਹ ਸੰਧੂ ਵੀਰਾ ਵਾ, ਇਹਨੇ ਪੁੱਛਿਆ ਅੰਖਾਰਾ ਬਾਰੇ ਦੱਸੋ, ਬੈਟਲ ਆਫ ਅੰਖਾਰਾ, ਹਨਾ। ਸੋ ਪ੍ਰੋਬਬਲੀ ਇਹਨਾਂ ਨੇ ਹਿਸਟਰੀ ਜ਼ਿਆਦਾ ਪੜ੍ਹੀ ਹੋਣੀ ਹੈ, ਥੋੜੀ ਬਹੁਤ ਸਾਇੰਸ ਵੀ ਪੜ੍ਹੀ ਹੋਣੀ ਹੈ, ਦੈਟਸ ਵਾਈ ਹੀ ਇਜ਼ ਆਸਕਿੰਗ ਕੁਐਸਚਨਸ ਲਾਈਕ ਦੈਟ। ਸੋ ਡਿਪੈਂਡ ਕਰਦਾ ਤੁਸੀਂ what sort of books do you want to read। ਤੁਸੀਂ ਲਿਟਰੇਚਰ ਪੜ੍ਹਨਾ ਚਾਹੁੰਦੇ ਹੋ, ਪੋਇਟਰੀ ਪੜ੍ਹਨਾ ਚਾਹੁੰਦੇ ਹੋ, ਤੁਹਾਨੂੰ ਪਹਿਲਾਂ ਉਹ ਸ਼ਾਰਟਲਿਸਟ ਕਰਨਾ ਪੈਣਾ। ਜਦੋਂ ਤੁਸੀਂ ਉਹ ਸ਼ਾਰਟਲਿਸਟ ਕਰ ਲਿਆ ਕਿ ਯਾਰ ਮੈਂ ਆਹ ਪੜ੍ਹਨਾ ਵਾ, ਉਸ ਤੋਂ ਬਾਅਦ ਫਿਰ ਚੀਜ਼ ਈਜ਼ੀ ਹੋ ਜਾਂਦੀ ਹੈ। ਹੁਣ ਮੇਰੇ ਕੋਲ ਯਾਰ ਉੱਤੇ 50-60 ਕਿਤਾਬਾਂ ਪਈਆਂ, ਮੈਂ ਤਾਂ ਸਾਰੀਆਂ ਦੱਸ ਦਿੰਦਾ ਕਿ ਆਹ ਪੜ੍ਹ ਲਓ। ਜਿਵੇਂ ਹੁਣ ਆਹ ਬੁੱਕ ਦੇ ਬਾਰੇ ਅੱਜ ਆਪਾਂ ਗੱਲ ਕਰ ਰਹੇ ਸੀਗੇ ਨਾ, ਹਾਂਜੀ ਆਹ ਜਿਹੜੀ ਕਿਤਾਬ ਹੈ, ਹੁਣ ਇਹ ਕਿਤਾਬ 'ਚ ਕੀ ਲਿਖਿਆ ਹੋਇਆ ਵਾ, ਇਹ 'ਚ ਇਹਨੇ ਐਵੀਡੈਂਸ ਦੀ ਗੱਲ ਕੀਤੀ ਹੈ ਕਿ ਜਿਹੜਾ ਬੰਦਾ ਵਾ ਇਹ ਸਪੇਸ ਤੋਂ ਆਇਆ ਵਾ, ਵੀ ਬੰਦਾ ਪਹਿਲਾਂ ਧਰਤੀ ਦਾ ਵਾਸੀ ਨਹੀਂ ਸੀਗਾ, ਠੀਕ ਹੈ। ਹੁਣ ਉਹ ਚੀਜ਼ ਇਹਨੇ ਬੁੱਕ ਦੇ ਵਿੱਚ ਐਕਸਪਲੋਰ ਕੀਤੀ ਹੈ, ਠੀਕ ਹੈ। ਸੋ ਜੇ ਹੁਣ ਤੁਸੀਂ ਇਹ ਟੌਪਿਕ ਪੜ੍ਹਨ 'ਚ ਇੰਟਰਸਟਡ ਹੋ ਤਾਂ ਤੁਹਾਨੂੰ ਇਹ ਕਿਤਾਬ ਵਧੀਆ ਲੱਗੂਗੀ। ਜੇ ਤੁਸੀਂ ਇੰਟਰਸਟਡ ਨਹੀਂ ਹੈਗੇ, ਤੁਸੀਂ ਕਹੋਗੇ ਯਾਰ ਗੱਪ ਮਾਰੀ ਜਾ ਰਿਹਾ, ਮੈਂ ਨਹੀਂ ਪੜ੍ਹਨਾ। ਜੀ ਮੇਰਾ ਇੰਟਰਸਟ ਮੋਸਟਲੀ ਹਿਸਟਰੀ ਦੇ ਵਿੱਚ ਆ। ਹਿਸਟਰੀ ਜਾਣੀ ਵਰਲਡ ਦੀ ਹੋ ਜਾਵੇ, ਆਪਣੀ ਇੰਡੀਅਨ, ਹਾਂ, ਸੋ ਆਹ ਪੰਜਾਬੀ, ਬੁੱਕ ਪੜ੍ਹੋ, ਹਿਸਟਰੀ 'ਚ ਮੇਨਲੀ ਜ਼ਿਆਦਾ। ਹਾਂ, ਆਹ ਬੁੱਕ ਪੜ੍ਹੋ, ਐਂਸ਼ੀਐਂਟ ਸਿਵਲਾਈਜੇਸ਼ਨਸ ਨੂੰ ਲੈ ਕੇ ਪੜ੍ਹੋ, ਤੁਹਾਨੂੰ ਵਧੀਆ ਲੱਗੂਗਾ। you know and this is also a good book। ਆ ਬਹੁਤ ਵਧੀਆ ਕਿਤਾਬ। ਇਤਰ ਗੁਲ ਦੇਖ ਲਿਆ ਬਾਈ ਬੈਠਾ ਉੱਥੇ। ਹੈਲੋ ਹੈਲੋ ਹੈਲੋ। ਵੈਸੇ ਬੁੱਕਸ ਨਾਲੋਂ ਵਧੀਆ ਇਨਸਾਨ ਨੂੰ ਪੜ੍ਹੋ, ਪੀਪਲ ਅਰਾਊਂਡ ਯੂ, देयर ਲਾਈਫ। ਸਾਇੰਸ ਪੜ੍ਹੋ, ਇਕਨੋਮਿਕਸ ਬਾਰੇ ਪੜ੍ਹੋ, ਹਿਸਟਰੀ ਪੜ੍ਹੋ, ਹੈਲਥ ਬਾਰੇ। ਹਾਂਜੀ ਬਾਈ, ਇਨ ਵਿਚ ਪ੍ਰੋਫੈਸ਼ਨ ਆਰ ਯੂ ਇਨ, ਵਿਚ ਕੰਟਰੀ ਆਰ ਯੂ ਸੈਟਲ। ਮੈਂ ਵੀਰੇ ਨਿਊਜ਼ੀਲੈਂਡ ਦੇ ਵਿੱਚ। ਪ੍ਰੋਫੈਸ਼ਨ ਹਜੇ ਕੁਝ ਨਹੀਂ ਹੈਗਾ ਯਾਰ। ਆਈ ਲਾਈਕ ਸਟੋਰੀਜ਼ ਵਿਦਾਊਟ ਐਂਡ ਬਿਕੋਜ਼ ਵੀ ਹੈਵ ਟੂ ਡਿਸਾਈਡ on our thoughts। Clear Saab, as I say, personal decision, you do what you gotta do। ਬਾਕੀ ਹਾਂ ਸੰਦੀਪ, if you are still listening, you need to ਤੁਸੀਂ ਡਿਸਾਈਡ ਕਰੋ ਪਹਿਲਾਂ ਤੁਸੀਂ ਪੜ੍ਹਨਾ ਕੀ ਆ, ਤੇ once you decided ਕਿ ਤੁਸੀਂ ਪੜ੍ਹਨਾ ਕੀ ਆ, then it's very easy। I can suggest books, I can always, I'm always here to help। if you were given a book with the story of, would you read the end? No। ਜੇ ਤੁਸੀਂ ਮੈਨੂੰ ਮੇਰੇ ਲਾਈਫ ਦੀ ਸਟੋਰੀ ਦੇ ਰਿਲੇਟਡ ਬੁੱਕ ਦੋਗੇ ਤਾਂ I don't want to read it at all, let alone read the ending। ਮੈਂ ਪੜ੍ਹਨਾ ਪਸੰਦ ਨਹੀਂ ਕਰੂੰਗਾ। ਆਈ ਥਿੰਕ ਪਾਰਟ ਆਫ ਲਾਈਫ ਇਜ਼ ਤੁਹਾਡੀ ਮੰਮੀ ਦੇ ਸਰਨੇਮ ਤੋਂ ਮੈਂ, ਨਹੀਂ ਮੇਰੇ ਮੰਮੀ ਦੇ ਨਾਨਕੇ, ਨਾਟ ਮਾਈ ਮੰਮੀ, ਮੰਮੀ ਦੇ ਨਾਨਕਿਆਂ ਦਾ ਗੋਤ। ਸੋ ਆਈ ਥਿੰਕ ਪਾਰਟ ਆਫ ਲਿਵਿੰਗ ਇਜ਼ ਐਕਸਪਲੋਰਿੰਗ ਕਿ ਯਾਰ ਕੱਲ੍ਹ ਨੂੰ ਕੀ ਹੋਊਗਾ, ਹੈ ਨਾ। ਵਟ ਵਿਲ ਹੈਪਨ ਇਨ 5 years। ਇਫ ਯੂ ਨੋ ਵਟਸ ਗੋਨਾ ਹੈਪਨ, ਦੈਨ ਦੇਰ ਇਜ਼ ਨੋ ਫਨ, there is no fun, right? Life ਦਾ fun ਖਤਮ ਹੋ ਜਾਂਦਾ ਵਾ। So I would not read if I'm given the book of my life। So yeah। ਬਾਕੀ ਯਾਰ 4 ਵੱਜ ਗਏ। it has been ਕਿੰਨਾ ਘੰਟੇ ਹੋ ਗਏ, 83 ਮਿੰਟ ਹੋ ਗਏ। ਥੈਂਕ ਯੂ ਬਾਏ ਫੋਰ ਬ੍ਰੋ ਲਿਵਿੰਗ ਨਾਓ। ਹਾਂਜੀ ਹਾਂਜੀ, ਦੇਖੋ ਜੀ ਬਹੁਤ ਟਾਈਮ ਹੋ ਗਿਆ। I don't know, ਮੈਂ ਨਾ ਕਈ ਮੁੰਡੇ ਦੇਖਦਾ ਸਾਰਾ ਦਿਨ ਲਾਈਵ ਰਹਿੰਦੇ ਆ, ਮੇਰਾ ਤਾਂ ਸਿਰ ਦੁਖਣ ਲੱਗ ਜਾਂਦਾ। Bro, you lawyer totally different than from others। ਹਾਂਜੀ, take a topic and discuss bro। ਹਾਂਜੀ ਭਾਜੀ, ਆਪਾਂ ਕਰਦੇ ਤਾਂ ਇਦਾਂ ਹੀ ਹੁੰਨੇ ਆ, ਬਟ ਹੁਣ ਲੋਕ ਵਿੱਚ ਸਵਾਲ ਪੁੱਛਣ ਲੱਗ ਜਾਂਦੇ ਆ, ਉਹਦਾ ਫਿਰ ਕੀ ਕੀਤਾ ਜਾਵੇ। ਉਹ ਪੰਜਾਬੀ ਬੋਲਿਆ ਕਰ, ਉਹ ਪੰਜਾਬੀ ਹੀ ਬੋਲੀ ਦੀ ਹੈ। ਹੁਣ ਕੀ ਕਰੀਏ ਰਾਜੂ ਸਾਹਿਬ, ਕਈ ਗੱਲਾਂ ਇੰਗਲਿਸ਼, ਸਮਟਾਈਮ ਆਈ ਜਸਟ, ਕੀ ਕਰ ਸਕਦੇ। ਕਈ ਚੀਜ਼ਾਂ ਇੰਗਲਿਸ਼ 'ਚ ਮੈਂ ਬੋਲ ਸਕਦਾ, ਸਮ ਥਿੰਗਸ ਆਈ ਕੈਨ ਓਨਲੀ ਸਪੀਕ ਇਨ ਇੰਗਲਿਸ਼, ਸਮ ਥਿੰਗਸ। ਸੋ ਦਿਮਾਗ ਉਹਨੂੰ ਇੰਗਲਿਸ਼ 'ਚ ਹੀ ਸੋਚਦਾ ਅਤੇ ਉਹਨੂੰ ਇੰਗਲਿਸ਼ 'ਚ ਹੀ ਬੋਲਦਾ ਵਾ। ਐਂਡ ਸਮ ਥਿੰਗਸ ਪੰਜਾਬੀ ਦੇ ਵਿੱਚ। ਚਿਲਨ ਵਾਲਾ ਐਕਸਪਲੇਨ ਕਰੋ, ਮੇਰੀ ਫੇਵਰੇਟ। ਲਾਸਟ ਕੁਐਸਚਨ ਯਾਰ, 4 ਵੱਜਣ ਲੱਗਿਆ, ਕੰਮ ਕਰ ਲੈਣ ਦਿਓ ਮੈਨੂੰ। ਫਲੋ 'ਚ ਇੰਗਲਿਸ਼ ਨਿਕਲ ਆਉਂਦੀ। ਫਲੋ ਵੀ ਕਹਿ ਸਕਦੇ ਹੋ ਬਰੋ, ਫਲੋ ਵੀ ਕਹਿ ਸਕਦੇ ਹੋ। ਪਤਾ ਕੀ ਹੈ ਯਾਰ, ਮੈਂ ਨਾ ਯੂਨੀ, ਜਿਵੇਂ ਦੇਖੋ ਯੂਨੀ ਦੇ ਵਿੱਚ ਮੈਂ 3 ਸਾਲ ਇੰਗਲਿਸ਼ ਬੋਲੀ। ਉਸ ਤੋਂ ਪਹਿਲਾਂ ਫਿਰ ਕੀ ਕਹਿੰਦੇ ਹੁੰਦੇ ਆ, ਈਵਨ ਮੈਂ ਕਿਚਨ ਦੇ ਵਿੱਚ ਕੰਮ ਕੀਤਾ, ਗੋਰਿਆਂ ਨਾਲ ਕੰਮ ਕੀਤਾ। ਉੱਥੇ ਵੀ ਜਿੱਥੇ ਕੰਮ ਕੀਤਾ, ਸ਼ੈਫ ਨੇ ਸਟ੍ਰਿਕਟਲੀ ਕਹਿ ਦੇਣਾ ਨੋ ਪੰਜਾਬੀ, ਵੀ ਇੰਗਲਿਸ਼ ਬੋਲਣੀ ਆ ਤਾਂ ਕਿ ਸਾਰਿਆਂ ਨੂੰ ਸਮਝ ਆਵੇ, ਵੀ ਹੋਰ ਸਾਨੂੰ ਪਤਾ ਲੱਗੇ ਸਾਡੀ ਪਿੱਠ ਪਿੱਛੇ ਤੁਸੀਂ ਸਾਨੂੰ ਗਾਲਾਂ ਕੱਢ ਰਹੇ ਹੋ। ਸੋ ਉੱਥੇ ਇੰਗਲਿਸ਼ ਹੋ ਜਾਂਦੀ ਸੀਗੀ। ਐਂਡ ਸੋ ਔਨ। ਅਤੇ ਉਹ ਫਿਰ ਆਦਤ ਬਣ ਗਈ। ਪਲੱਸ ਮੋਸਟ ਆਫ ਮਾਈ ਫਰੈਂਡਸ ਆਰ ਨੋਟ ਲਾਈਕ ਨੋਨ ਪੰਜਾਬੀਜ਼, ਰਾਈਟ। ਸੋ ਉਹਦੇ ਕਰਕੇ ਵੀ ਇੱਕ ਹੈਬਿਟ ਬਣ ਜਾਂਦੀ ਆ। ਫਿਰ ਜਦੋਂ ਤੁਸੀਂ ਸਾਰਾ ਦਿਨ ਪੜ੍ਹਨੀਆਂ ਇੰਗਲਿਸ਼ ਦੀਆਂ ਕਿਤਾਬਾਂ ਵਾਂ, ਠੀਕ ਹੈ, ਤਾਂ ਫਲੋ ਜਿਹੜਾ ਹੈਗਾ ਉਹ ਆਟੋਮੈਟਿਕਲੀ
ਇੰਗਲਿਸ਼ ਦਾ ਬਣ ਜਾਂਦਾ ਵਾ। ਬਾਕੀ ਯਾਰ ਤੁਹਾਨੂੰ ਮੈਂ ਕੀ ਕਹਿਣਾ ਹੁੰਦਾ ਵਾ, ਦੇਰ ਇਜ਼ ਨਥਿੰਗ ਰੋਂਗ ਵਿਦ ਇੰਗਲਿਸ਼ ਬੋਲੋ, ਮਗਰ ਪੰਜਾਬੀ ਨੂੰ ਭੁੱਲੋ ਨਾ, ਠੀਕ ਹੈ। ਹੁਣ ਜਿੰਨੀਆਂ ਪੰਜਾਬੀ ਦੀਆਂ ਕਿਤਾਬਾਂ ਪਈਆਂ ਮੇਰੇ ਕੋਲੇ, ਐਵਰੇਜ ਬੰਦੇ ਕੋਲੇ ਉਨੀਆਂ ਕਿਤਾਬਾਂ ਨਹੀਂ ਪਈਆਂ ਹੁੰਦੀਆਂ ਹੈਗੀਆਂ। ਸੋ ਮੇਰਾ ਪੰਜਾਬੀ ਦਾ ਰਿਸਪੈਕਟ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਇੰਗਲਿਸ਼ ਨਹੀਂ ਬੋਲਣੀ ਹੈਗੀ। ਮੇਰੀ ਮੈਂ ਪੰਜਾਬੀ ਨੂੰ ਜ਼ਿੰਦਾ ਕਿੱਦਾਂ ਰੱਖ ਸਕਣਾ, ਕਿਤਾਬਾਂ ਪੜ੍ਹ ਕੇ। ਪੰਜਾਬੀ ਲੈਂਗੁਏਜ ਨੂੰ ਕੁਛ ਨਹੀਂ ਹੁੰਦਾ, ਪੰਜਾਬੀ ਦੇ ਟੈਕਸਟ ਨੂੰ ਖਤਰਾ ਵਾ। ਜੇ ਤੁਸੀਂ ਕਿਸੇ ਨੂੰ ਕਹਿ ਦੋ 2 ਪੇਜ ਪੰਜਾਬੀ ਦੇ ਲਿਖਦੇ, ਕਿਸੇ ਤੋਂ ਲਿਖ ਨਹੀਂ ਹੋਣੇ ਅੱਜ ਕੱਲ੍ਹ ਦੇ ਵਕਤ ਦੇ ਵਿੱਚ। ਮੇਤੋਂ ਵੀ ਕਈ ਵਾਰੀ ਪੰਜਾਬੀ ਦੇ ਕਈ ਹੁੰਦੇ ਆ, ਕਈ ਵਾਰੀ ਨਹੀਂ ਲਿਖ ਹੁੰਦਾ ਹੈਗਾ, ਕਈ ਅੱਖਰ ਪਤਾ ਹੀ ਨਹੀਂ ਲੱਗਦਾ ਯਾਰ, ਕਈ ਅੱਖਰ ਨਹੀਂ ਲਿਖਿਆ ਹੁੰਦਾ ਜਾਂ ਦਿਸ ਐਂਡ ਦੈਟ। ਸੋ ਭਾਜੀ ਇਗਨੋਰ ਕਰਨ ਲੱਗ ਗਏ, ਨਹੀਂ ਭਾਜੀ ਇਗਨੋਰ ਨਹੀਂ ਕਰ ਰਿਹਾ ਯਾਰ, ਆਮ ਨੋਟ ਇਗਨੋਰਿੰਗ। ਹੁਣ ਜਿਹੜੀ ਚੀਜ਼ ਤੁਸੀਂ ਕੁਐਸਚਨ ਪੁੱਛਦੇ ਰਹਿਣਾ, ਤੁਸੀਂ ਸਿਆਣੇ ਬੰਦੇ ਹੋ, ਤੁਹਾਨੂੰ ਸਾਰਾ ਕੁਝ ਪਤਾ। ਬਾਕੀ ਯਾਰ ਆਈ ਥਿੰਕ ਦੈਟਸ ਇਟ ਫॉर ਟੁਡੇ। 1.5 ਘੰਟਾ ਹੋ ਗਿਆ ਤੇ ਮੈਂ ਕੰਮ ਦੁਬਾਰਾ ਸਟਾਰਟ ਕਰਨਾ। 4 ਵੱਜ ਗਏ, 5 ਵਜੇ ਰੀਓਪਨ ਕਰਨਾ ਰੈਸਟੋਰੈਂਟ। ਸੋ ਆਈ ਨੀਡ ਟੂ ਗੋ ਬੈਕ ਇਨ ਟੂ ਦ ਕਿਚਨ, ਡੂ ਸਮ ਪ੍ਰੈਪ, ਡੂ ਦਾ ਸੈਟਅਪ। ਬੁਕਿੰਗਸ ਹੈਗੀਆਂ ਅੱਜ, ਸੋ ਅੱਜ ਵਾਸਤੇ ਥੈਂਕ ਯੂ। ਗੋ ਟੂ ਮਾਈ YouTube ਚੈਨਲ, ਲਾਈਕ ਕਰੋ। ਪੋਡਕਾਸਟ ਆ ਰਿਹਾ ਵਾ, ਠੀਕ ਹੈ। ਪੋਡਕਾਸਟ ਦੇ ਵਿੱਚ ਵੀ ਆਰ ਗੋਇੰਗ ਟੂ ਡਿਸਕਸ ਸਾਇੰਸ ਤੇ so yeah, that's it. I'll see you guys hopefully next week. Thank you.